ਕਿ ਮੈਂ ਸ਼ੁਰੂ ਤੋਂ ਹੀ ਅੰਤਰਮੁਖੀ ਬਣ ਗਈ। ਸਕੂਲ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਸੀ ਮੈਂ ਬੋਲਦੀ ਨਹੀਂ ਹੁੰਦੀ ਸੀਗੀ ਵੀ ਮੈਨੂੰ ਆਹ ਦੁੱਖ ਹੋਇਆ ਜਾਂ ਕਿੱਦਾਂ ਹੋਇਆ। ਇਹ ਹੌਸਲਾ ਜਿਹੜਾ ਕਿਵੇਂ ਕਰ ਲਿਆ ਵੀ ਇੰਨਾ ਮਤਲਬ ਔਖੇ ਸਮੇਂ ਦੇ ਵਿੱਚ ਵੀ ਨਹੀਂ, ਮੈਂ ਪੜ੍ਹਨਾ, ਮੈਂ ਜ਼ਿੰਦਗੀ ਦੇ ਵਿੱਚ ਤਬਦੀਲੀ ਲਿਆਉਣੀ ਆ? ਵੀ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਵੀ ਮਨੁੱਖੀ ਸੁਭਾਅ ਹੈਗਾ, ਅਤੇ ਮਨੁੱਖੀ ਸੁਭਾਅ ਦੇ ਵਿੱਚ ਸਿਰਫ ਔਰਤ ਅਤੇ ਮਰਦ ਦੋਨੇ ਤਾਂ ਮਨੁੱਖੀ ਨਹੀਂ ਹੋ ਸਕਦੇ ਨਾ। ਉਹਦੇ ਵਿੱਚ ਇਹ ਤੀਸਰੀ ਧਿਰ ਹੈਗੀ ਆ, ਇਹਦਾ ਵੀ ਇੱਕ ਸੁਭਾਅ ਹੁੰਦਾ, ਇਹਦੇ ਵੀ ਹਾਲਾਤ ਦੇ ਮੁਤਾਬਕ ਸੁਭਾਅ ਬਣਨਾ ਹੁੰਦਾ ਹੈਗਾ। ਚਾਹੇ ਉਹ ਬੰਦਾ ਨਸ਼ੇ 'ਚ ਸੀਗਾ ਪਰ ਫਿਰ ਵੀ ਉਹ ਇੰਨੇ ਰਿਸਪੈਕਟ ਨਾਲ ਬੋਲ ਰਿਹਾ ਸੀਗਾ, ਇੱਕ ਇੱਕ ਲਫ਼ਜ਼ ਜਿਹੜਾ ਸੀਗਾ ਉਹ ਇੰਨਾ ਤੋਲ ਮਿਣ ਕੇ ਬੋਲ ਰਿਹਾ ਸੀਗਾ ਵੀ ਮੈਨੂੰ ਲੱਗਿਆ ਵੀ ਯਾਰ ਇਦੋਂ ਵਧੀਆ ਬੰਦਾ ਕੌਣ ਹੋ ਸਕਦਾ ਹੈਗਾ। ਅਤੇ ਉਹ ਕਹਿੰਦਾ ਵੀ ਅਸੀਂ ਤਾਂ ਤੈਨੂੰ 2100 ਰੁਪਇਆ ਦੇਣਾ ਆਖੇ ਅਤੇ ਤੂੰ ਨੱਚ ਕੇ ਦਿਖਾ। ਉਹਨੂੰ ਕਹਿੰਦੀ ਤੈਨੂੰ ਮੈਂ 31,000 ਦਿੰਦੀ ਹਾਂ, ਕਹਿੰਦੀ ਇਹ ਤੂੰ ਮੈਨੂੰ ਇੱਕ ਪੱਟ ਕੇ ਦਿਖਾ, ਨੱਚ ਕੇ ਦਿਖਾ, ਕਹਿੰਦੀ ਇਹ। ਅੱਛਾ ਜੀ। ਔਰਤ ਸਮਝਦੀ ਨਹੀਂ ਹੈਗੀ ਆਪਣੇ, ਮਤਲਬ ਉੱਥੇ ਪ੍ਰੋਬਲਮ ਆਉਂਦੀ ਆ ਜਿੱਥੇ ਸਿਰਫ ਆਪਣੇ ਹੱਕ ਸਮਝਦੀ ਆ, ਫਰਜ਼ ਭੁੱਲ ਜਾਂਦੀ ਆ। ਵੀ ਸੋਸ਼ਲ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਰੁਪਿੰਦਰ ਕੌਰ ਸੰਧੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਸਾਹਿਤਿਕ ਪ੍ਰੋਗਰਾਮ ਦਸਤਕ ਦੇ ਵਿੱਚ। ਹੁਣ ਤੱਕ ਬਹੁਤ ਸਾਰੀਆਂ ਸਾਹਿਤਿਕ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾ ਚੁੱਕੇ ਹਾਂ ਅਤੇ ਅੱਜ ਜਿਸ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਉਹਨਾਂ ਦਾ ਨਾਂ ਹੈ ਹਰਪਿੰਦਰ ਕੌਰ ਰਾਣਾ। ਹੁਣ ਤੱਕ 4 ਕਿਤਾਬਾਂ ਲਿਖ ਚੁੱਕੇ ਨੇ, ਜਿਨ੍ਹਾਂ ਵਿੱਚੋਂ ਪਹਿਲੀ ਕਿਤਾਬ ਉਹਨਾਂ ਦੀ ਕਵਿਤਾ ਦੀ ਅਤੇ ਉਸ ਤੋਂ ਬਾਅਦ 3 ਨਾਵਲ ਉਹ ਪਾਠਕਾਂ ਦੀ ਝੋਲੀ ਪਾ ਚੁੱਕੇ ਨੇ। ਪਰ ਪਿਛਲੇ ਸਮੇਂ 'ਚ ਆਇਆ ਉਹਨਾਂ ਦਾ ਨਾਵਲ ਕੀ ਜਾਣਾ ਮੈਂ ਕੌਣ ਬਹੁਤ ਜ਼ਿਆਦਾ ਚਰਚਿਤ ਨਾਵਲ ਰਿਹਾ ਹੈ, ਕਿਉਂਕਿ ਉਹਨਾਂ ਨੇ ਮਰਦ ਅਤੇ ਔਰਤ ਤੋਂ ਬਾਅਦ ਸਮਾਜ ਦੀ ਜੋ ਤੀਸਰੀ ਧਿਰ ਹੁੰਦੀ ਹੈ, ਜਿਨ੍ਹਾਂ ਨੂੰ ਅਸੀਂ ਕਿੰਨਰ ਜਾਂ ਖੁਸਰੇ ਕਹਿ ਦਿੰਦੇ ਹਾਂ, ਉਹਨਾਂ ਦੇ ਉੱਪਰ ਇਹ ਨਾਵਲ ਲਿਖਿਆ। ਜੇਕਰ ਮੈਂ ਉਹਨਾਂ ਦੇ ਪਰਿਵਾਰਕ ਪਿਛੋਕੜ ਦੀ ਗੱਲ ਕਰਾਂ ਤਾਂ ਉਹਨਾਂ ਦਾ ਜਨਮ ਸੰਨ 1974 29 ਅਕਤੂਬਰ ਨੂੰ ਪਿੰਡ ਸੈਣਾ, ਜਿਹੜਾ ਕਿ ਉਹਨਾਂ ਦਾ ਨਾਨਕਾ ਪਿੰਡ ਸੀ, ਉੱਥੇ ਹੋਇਆ। ਉਹਨਾਂ ਦੇ ਮਾਤਾ ਜੀ ਦਾ ਨਾਂ ਸ਼੍ਰੀਮਤੀ ਅਮਰਜੀਤ ਕੌਰ ਅਤੇ ਪਿਤਾ ਜੀ ਦਾ ਨਾਂ ਸਰਦਾਰ ਸਾਧੂ ਸਿੰਘ ਜੀ ਹੈ। ਆਪਣੀ ਸ਼ੁਰੂਆਤੀ ਪੜ੍ਹਾਈ ਉਹਨਾਂ ਨੇ ਮੁਕਤਸਰ ਤੋਂ ਹੀ ਕੀਤੀ ਅਤੇ ਉਸ ਤੋਂ ਬਾਅਦ MA BEd ਕਰਨ ਉਪਰੰਤ ਅੱਜ ਕੱਲ੍ਹ ਉਹ ਬਤੌਰ ਅਧਿਆਪਕ ਪਿੰਡ ਸੰਘੂ ਧੌਣਾ ਵਿਖੇ ਸੇਵਾ ਨਿਭਾ ਰਹੇ ਨੇ। ਬਾਕੀ ਦੀਆਂ ਗੱਲਾਂ ਆਪਾਂ ਉਹਨਾਂ ਨਾਲ ਕਰਾਂਗੇ। ਸਵਾਗਤ ਕਰਦੇ ਹਾਂ ਭੈਣ ਹਰਪਿੰਦਰ ਰਾਣਾ ਦਾ। ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ ਰੁਪਿੰਦਰ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਬਹੁਤ ਸ਼ੁਕਰੀਆ ਤੁਹਾਡਾ। ਮੈਨੂੰ ਇੱਕ ਚੀਜ਼ ਤੁਹਾਡੀ ਸ਼ਖਸੀਅਤ ਦੇ ਵਿੱਚ ਬਹੁਤ ਚੰਗੀ ਲੱਗਦੀ ਹੁੰਦੀ ਆ, ਅਕਸਰ ਜਦੋਂ ਮੈਂ ਤੁਹਾਨੂੰ ਪੜ੍ਹਦੀ ਵੀ ਹਾਂ ਜਾਂ ਫੇਸਬੁੱਕ 'ਤੇ ਵਿਚਰਦੇ ਤੁਹਾਨੂੰ ਦੇਖਦੇ ਹਾਂ, ਅੱਜ ਵੀ ਜਦੋਂ ਆ ਕੇ ਤੁਹਾਨੂੰ ਮਿਲੇ, ਕਿ ਬੜੀ ਚੜ੍ਹਦੀ ਕਲਾ ਵਾਲੀ ਸ਼ਖਸੀਅਤ ਹੈ ਤੁਹਾਡੀ, ਹੈ ਨਾ। ਮਤਲਬ ਹਮੇਸ਼ਾ ਹੱਸਦੇ ਰਹਿਣਾ। ਬਿਲਕੁਲ ਜਦੋਂ ਮੈਂ ਆਈ ਸੀ ਤੁਹਾਨੂੰ ਮਿਲੀ, ਮੈਨੂੰ ਇਹ ਲੱਗਿਆ ਜਿਵੇਂ ਇੱਕ ਵੱਡੀ ਉਮਰ ਦੇ ਬੰਦੇ ਅੰਦਰ ਇੱਕ ਬੱਚਾ ਹੈ ਜਿਹੜਾ, ਹੈ ਨਾ, ਉਹ ਸਾਹ ਲੈ ਰਿਹਾ। ਤਾਂ ਮੈਨੂੰ ਇਹ ਚੀਜ਼ ਤੁਹਾਡੇ ਅੰਦਰ ਬਹੁਤ ਖੂਬਸੂਰਤ ਲੱਗੀ। ਉਹੀ ਗੱਲ, ਦਿਲ ਤੋਂ ਬੱਚਾ ਹੈ। ਮੈਂ ਬੱਚਿਆਂ ਵਾਂਗੂ ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਬੱਚਾ ਹੁੰਦਾ ਹੈਗਾ, ਬਾਲ ਬੁੱਧ ਜਿਹੜੀ ਹੁੰਦੀ ਆ ਸਭ ਤੋਂ ਵਧੀਆ ਹੁੰਦੀ ਆ। ਗੁਰਬਾਣੀ ਵਿੱਚ ਵੀ ਲਿਖਿਆ ਵੀ ਜੇ ਤੁਸੀਂ ਬਾਲ ਬੁੱਧ ਦੇ ਨਾਲ ਚੱਲਦੇ ਹੋ ਤਾਂ ਤੁਹਾਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈਗਾ, ਹੈ ਨਾ। ਤਾਂ ਮੈਨੂੰ ਲੱਗਦਾ ਹੁੰਦਾ ਵੀ ਜਿਹੜੀ ਬਾਲ ਬੁੱਧ ਆ ਉਹ ਹੋਣੀ ਜ਼ਰੂਰੀ ਵੀ ਹੈ, ਕਿਉਂਕਿ ਬੱਚੇ ਦੇ ਉੱਪਰ ਕਿਸੇ ਟੈਨਸ਼ਨ ਦੀ ਕੋਈ ਅਸਰ ਨਹੀਂ ਹੁੰਦਾ, ਕੋਈ ਜ਼ਿੰਮੇਵਾਰੀ ਨਹੀਂ ਹੈਗੀ, ਪਰ ਉਹ ਕਿੰਨਾ ਇੰਜੋਏ ਕਰਦਾ। ਮੈਨੂੰ ਲੱਗਦਾ ਵੀ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਦੇ ਨਾਲ ਨਾਲ ਇੰਜੋਏ ਕਰਨ ਵਾਸਤੇ ਇੱਕ ਬੱਚਾ ਹੀ ਬਣਨਾ ਪੈਂਦਾ ਹੈਗਾ। ਸੋ ਮੈਂ ਇੱਦਾਂ ਦੀ ਹੋਈ ਹਾਂ ਬਸ। ਬਿਲਕੁਲ। ਅਸੀਂ ਥੋੜ੍ਹਾ ਜਿਹਾ ਸਮਾਂ ਪਹਿਲਾਂ, ਮਹੀਨਾ ਕੁ ਪਹਿਲਾਂ ਜਸਵੰਤ ਸਿੰਘ ਜ਼ਫਰ ਸਰ ਨੂੰ ਮਿਲੇ ਸੀਗੇ। ਉਹਨਾਂ ਨੇ ਵੀ ਕਿਹਾ ਸੀ ਵੀ ਉਹ ਘਰ ਬਹੁਤ ਖੂਬਸੂਰਤ ਹੁੰਦੇ ਨੇ ਜਿੱਥੇ ਇਨਸਾਨ ਨੇ ਜਿਹੜੇ ਜ਼ਿਆਦਾਤਰ ਬੱਚਿਆਂ ਵਰਗੇ ਹੁੰਦੇ ਹਨ, ਕਿਉਂਕਿ ਉਹ ਵੀ ਕਹਿੰਦੇ ਨੇ ਕਿ ਹਰ ਇਨਸਾਨ ਦੇ ਅੰਦਰ ਇੱਕ ਬੱਚਾ ਹੋਣਾ ਬਹੁਤ ਜ਼ਰੂਰੀ ਚੀਜ਼ ਹੈ। ਹਾਂ, ਮੈਨੂੰ ਵੀ ਇੱਦਾਂ ਹੀ ਲੱਗਦਾ ਹੁੰਦਾ। ਬਿਲਕੁਲ। ਭੈਣੇ, ਜਦੋਂ ਆਪਾਂ ਕੋਈ ਵੀ ਤੁਹਾਡੀ ਇੰਟਰਵਿਊ ਦੇਖਦੇ ਹਾਂ ਜਾਂ ਤੁਹਾਡੇ ਬਾਰੇ ਪੜ੍ਹਦੇ ਹਾਂ ਨਾ, ਸ਼ੁਰੂਆਤ ਦੀ ਜ਼ਿੰਦਗੀ ਬਹੁਤ ਔਖੀ ਸੀ। ਜਦੋਂ ਹਾਲੇ ਤੁਸੀਂ ਤੁਰਨਾ ਹੀ ਸ਼ੁਰੂ ਕੀਤਾ, ਜਿਸ ਪਰਿਵਾਰ ਦੇ ਵਿੱਚ ਤੁਸੀਂ ਜੰਮੇ, ਤੁਸੀਂ ਇਸ ਪਰਿਵਾਰ ਦੇ ਪਹਿਲੇ ਜਿਹੜੇ ਬੱਚੇ ਸੀਗੇ, ਪਹਿਲੀ ਧੀ ਤੁਸੀਂ ਇਸ ਪਰਿਵਾਰ ਦੇ ਵਿੱਚ ਤੁਰਨਾ ਸ਼ੁਰੂ ਕਰਦੇ ਹੋ, ਨਾਲ ਦੀ ਨਾਲ ਇੱਕ ਇਹੋ ਜਿਹਾ ਟਾਈਮ ਆਉਂਦਾ ਕਿ ਤੁਹਾਨੂੰ ਬੁਖਾਰ ਹੁੰਦਾ, ਉਸ ਤੋਂ ਬਾਅਦ ਲੱਗੇ ਹੋਏ ਇੰਜੈਕਸ਼ਨ ਨਾਲ ਤੁਸੀਂ ਆਪਣੀਆਂ ਦੋਵੇਂ ਲੱਤਾਂ ਜਿਹੜੀਆਂ ਗਵਾ ਲੈਂਦੇ ਹੋ। ਪਰਿਵਾਰ ਦਾ ਰਵੱਈਆ ਬਹੁਤ ਸੋਹਣਾ ਸੀਗਾ, ਕਿਉਂਕਿ ਪਹਿਲੇ ਬੱਚੇ ਨਾਲ ਸਾਰੇ ਪਰਿਵਾਰ ਦਾ ਮੋਹ ਹੁੰਦਾ। ਅਤੇ ਦੂਜੀ ਜਿਹੜੀ ਘਟਨਾ ਤੁਹਾਡੇ ਜਨਮ ਨਾਲ ਇਹ ਜੁੜ ਗਈ ਵੀ ਤੁਹਾਡੇ ਦਾਦਾ ਜੀ ਜਿਹੜੇ ਉਹ ਤੰਦਰੁਸਤ ਹੋ ਕੇ ਉਸ ਦਿਨ ਘਰ ਆਏ, ਹੈ ਨਾ। ਬਿਲਕੁਲ। ਅਤੇ ਉਹਨਾਂ ਨੇ ਤੁਹਾਨੂੰ ਖੁਸ਼ਕਿਸਮਤੀ ਮੰਨਿਆ ਆਪਣੇ ਲਈ।
ਪਰ ਜਦੋਂ ਤੁਹਾਡੀ ਸਕੂਲਿੰਗ ਬਾਰੇ ਪੜ੍ਹਦੇ ਹਾਂ ਤਾਂ ਸਕੂਲ ਦੇ ਵਿੱਚ ਉਹ ਰਵੱਈਆ ਨਹੀਂ ਸੀ ਤੁਹਾਡੇ ਨਾਲ ਜਿਹੜਾ ਇੱਕ ਨੋਰਮਲ ਬੱਚੇ ਨਾਲ ਹੁੰਦਾ। ਤਾਂ ਇਹ ਜ਼ਾਹਿਰ ਜੀ ਗੱਲ ਹੈ ਕਿ ਬੜਾ ਸੰਘਰਸ਼ ਰਿਹਾ ਹੋਣਾ ਜ਼ਿੰਦਗੀ ਦੇ ਵਿੱਚ, ਪਰ ਫਿਰ ਵੀ ਇੰਨਾ ਪੜ੍ਹ ਜਾਣਾ, ਇਸ ਤਰੀਕੇ ਨਾਲ ਅੱਗੇ ਵਧਣਾ, ਇਸ ਚੀਜ਼ ਦੀ ਜਿਹੜੀ ਪ੍ਰੇਰਨਾ ਜਾਂ ਇਸ ਚੀਜ਼ ਲਈ ਹੌਸਲਾ ਤੁਹਾਨੂੰ ਕਿਵੇਂ ਮਿਲਿਆ? ਇਹਦੇ ਵਾਸਤੇ ਹੁਣ ਜੇ ਆਪਾਂ ਬਹੁਤ ਪਿੱਛੇ ਚੱਲੀਏ ਤਾਂ ਮੈਨੂੰ ਲੱਗਦਾ ਵੀ ਮੇਰੇ ਵਾਸਤੇ ਜਿਹੜਾ ਕੈਨਵਸ ਸੀਗਾ ਸਮਾਜ ਦਾ, ਘਰ ਦਾ, ਸਕੂਲ ਦਾ, ਉਹ ਛੋਟਾ ਜਿਹਾ ਹੀ ਹੁੰਦਾ ਸੀਗਾ। ਤਾਂ ਮੈਂ ਬਸ ਉਨੇ ਕੁ 'ਚ ਹੀ ਵਿਚਰਨਾ ਹੁੰਦਾ ਸੀਗਾ। ਮੇਰੀਆਂ ਬਾਹਲੀਆਂ ਸਾਰੀਆਂ ਖੁਆਇਸ਼ਾਂ ਨਹੀਂ ਰਹੀਆਂ ਹੈਗੀਆਂ ਵੀ ਮੈਂ ਆਹ ਕਰਨਾ, ਮੈਂ ਉਹ ਕਰਨਾ ਹੈਗਾ। ਮੈਨੂੰ ਬਸ ਐਂ ਹੁੰਦਾ ਸੀ ਵੀ ਆਹ ਮੇਰਾ ਇੰਨਾ ਕੁ ਦਾਇਰਾ, ਇਹਦੇ ਵਿੱਚ ਮੈਂ ਵਿਚਰਨਾ, ਚਾਹੇ ਮੈਂ ਰੁੜ ਕੇ ਜਾਣਾ, ਚਾਹੇ ਮੈਂ ਪੜ੍ਹਨਾ, ਕੁਛ ਵੀ ਕਰਨਾ ਹੈਗਾ। ਮੈਨੂੰ ਲੱਗਦਾ ਵੀ ਉਹ ਦਾਇਰਾ ਜਿਹੜਾ ਸੀਮਤ ਹੋਣਾ, ਉਸੇ ਨੂੰ ਸ਼ਾਇਦ ਆਪਾਂ ਜ਼ਿਆਦਾ, ਜਿੰਨਾ ਕਹਿੰਦਾ ਨਾ ਆਪਣੀ ਅੱਖਾਂ ਨੂੰ ਦਿਖਦਾ ਹੋਵੇ, ਆਪਾਂ ਨੂੰ ਬਾਹਲਾ ਸੋਹਣਾ ਲੱਗਦਾ ਹੁੰਦਾ ਵੀ ਬਸ ਇੱਥੇ ਇੱਥੇ ਆਪਾਂ ਨੂੰ ਦਿਖ ਰਿਹਾ ਹੈਗਾ। ਮੈਨੂੰ ਲੱਗਦਾ ਕੁਛ ਇੱਦਾਂ ਦਾ ਹੀ ਹੋਇਆ ਕਿ ਮੈਂ ਸ਼ੁਰੂ ਤੋਂ ਹੀ ਅੰਤਰਮੁਖੀ ਬਣ ਗਈ। ਸਕੂਲ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਸੀ, ਮੈਂ ਬੋਲਦੀ ਨਹੀਂ ਹੁੰਦੀ ਸੀਗੀ ਵੀ ਮੈਨੂੰ ਆਹ ਦੁੱਖ ਹੋਇਆ ਜਾਂ ਕਿੱਦਾਂ ਹੋਇਆ। ਮੈਂ ਉਹਦੇ ਬਾਰੇ ਸੋਚਣਾ ਸ਼ੁਰੂ ਕਰ ਦਿੰਦੀ ਹੁੰਦੀ ਸੀ ਵੀ ਆਹ ਇੱਦਾਂ ਹੋਇਆ, ਇਹ ਕਿਉਂ ਹੋਇਆ, ਇਹਨੂੰ ਹੁਣ ਕਿੱਦਾਂ, ਮਤਲਬ ਇਹਨੂੰ ਹੱਲ ਕਿਵੇਂ ਕਰਨਾ ਹੈਗਾ। ਉਹ ਜਿਹੜੀ ਮੈਂ ਆਪਣੇ ਆਪ ਦੇ ਨਾਲ ਗੱਲਾਂ ਕਰਨੀਆਂ, ਮਤਲਬ ਮੈਂ ਹੁਣ ਵੀ ਮੈਂ ਉੱਦਾਂ ਦੀ ਹੀ ਹਾਂ। ਬਾਹਰ ਚਾਹੇ ਹਾਲਾਤ ਕੁਛ ਵੀ ਹੋਣ, ਪਰ ਜਿਹੜੇ ਮੇਰੇ ਅੰਦਰ ਦਾ, ਮੇਰੇ ਮਨ ਦਾ ਨਗਰ ਹੈਗਾ, ਉਹ ਬਹੁਤ ਵਧੀਆ ਹੈਗਾ। ਔਰ ਮੇਰੇ ਮਨ ਦਾ ਜਿਹੜਾ ਮੌਸਮ ਆ ਉਹ ਵੀ ਬਹੁਤ ਵਧੀਆ ਹੈਗਾ। ਤਾਂ ਉਹ ਉਸ ਮਤਲਬ ਸਥਿਤੀ ਨੂੰ, ਬਾਹਰਲੀਆਂ ਸਥਿਤੀਆਂ ਕੁਛ ਵੀ ਸੀਗੀਆਂ, ਜਿਹੜੀਆਂ ਮੇਰੇ ਅੰਦਰ ਦੀਆਂ ਸਥਿਤੀਆਂ ਸੀ, ਉਹਨੂੰ ਜਾਂ ਤੁਸੀਂ ਹੁਣ ਡਿਫੈਂਸ ਮੈਕੈਨਿਜ਼ਮ ਤਾਂ ਕੁਛ ਵੀ ਕਹਿ ਸਕਦੇ ਹੋ ਵੀ ਆਤਮ ਸੁਰੱਖਿਆ ਲਈ ਹੋਇਆ ਸਾਰਾ ਕੁਛ, ਪਰ ਉਹ ਜੋ ਮੇਰੇ ਅੰਦਰ ਹੈ ਉਹਨੇ ਮੈਨੂੰ ਬਚਾਈ ਰੱਖੀ। ਹਾਂਜੀ, ਨਹੀਂ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਮਤਲਬ ਬਚਪਨ 'ਚ ਸੀਗੇ, ਉਹਨਾਂ ਵੇਲੇ ਨੂੰ ਆਪਾਂ ਬਚਪਨ ਦਾ ਹੀ ਦੌਰ ਕਹਿ ਸਕਦੇ ਹਾਂ, ਪਰ ਫਿਰ ਵੀ ਕਿਤੇ ਨਾ ਕਿਤੇ ਆਪਾਂ ਕਹਿੰਦੇ ਵੀ ਜੇ ਇੱਕ ਜਿਹੜੀ ਗੱਲ ਅਸੀਂ ਆਮ ਸੁਸਾਇਟੀ ਦੇ ਵਿੱਚ ਮੰਨਦੇ ਹਾਂ ਇਹੀ ਹੁੰਦੀ ਹੈ ਵੀ ਜੇ ਪਰਮਾਤਮਾ ਤੁਹਾਡੇ ਤੋਂ ਕੋਈ ਇੱਕ ਚੀਜ਼ ਖੋਹ ਲੈਂਦਾ ਤਾਂ ਉਹਦੇ ਬਦਲੇ ਤੁਹਾਡੇ ਅੰਦਰ ਕੀ ਪੋਜ਼ਿਟਿਵ ਉਹਨੇ ਸਿਰਜ ਦਿੱਤਾ ਹੈ ਨਾ, ਉਹਦੀ ਉਦਾਹਰਨ ਮੇਰੇ ਖਿਆਲ 'ਚ ਤੁਸੀਂ ਉਹ ਵੀ। ਮੈਨੂੰ ਐਂ ਲੱਗਦਾ ਹੁੰਦਾ ਵੀ ਪਰਮਾਤਮਾ ਜਿਹੜਾ ਹੈਗਾ ਨਾ, ਉਹ ਇੱਕ ਚਿੱਤਰਕਾਰ ਹੈ ਜਾਂ ਇੱਕ ਉਹ ਬੁੱਤ ਘੜਾ ਹੈਗਾ, ਬੁੱਤ ਘੜਦਾ ਹੈਗਾ ਜਾਂ ਇੱਕ ਚਿੱਤਰ ਬਣਾਉਂਦਾ ਸੋਹਣਾ, ਬਣਾ ਕੇ ਜਿੱਦਾਂ ਆਪਾਂ ਵੇਖਦੇ ਹਾਂ ਵੀ ਇਹ ਕਿਹੋ ਜਿਹਾ ਬਣ ਗਿਆ, ਸੋਹਣਾ ਬਣ ਗਿਆ। ਜਦੋਂ ਕਿਤੇ ਆਪਾਂ ਨੂੰ ਕਮੀ ਲੱਗਦੀ ਹੈ, ਆਪਾਂ ਕਮੀ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਜਿਹੜੀ ਉਹਨੇ ਮੇਰੀ ਪੇਂਟਿੰਗ ਬਣਾਈ ਸੀਗੀ, ਅਤੇ ਉਹ ਜਦੋਂ ਦੇਖਿਆ ਵੀ ਆਹ ਰੰਗ ਗਲਤ ਹੋ ਗਿਆ, ਉਹਨੇ ਉਸ ਰੰਗ ਨੂੰ ਠੀਕ ਕਰਨ ਵਾਸਤੇ 2-3 ਰੰਗ ਉਹਦੇ ਉੱਤੇ ਹੋਰ ਮਾਰ ਦਿੱਤੇ ਹੈਗੇ ਆ। ਤਾਂ ਉਹ ਜਿਹੜੇ 2-3 ਰੰਗ ਉਹਨੇ ਆਪਦੀ ਗਲਤੀ ਨੂੰ ਲੁਕਾਉਣ ਵਾਸਤੇ ਬਣਾਏ, ਉਹ ਮੇਰੇ ਵਾਸਤੇ ਇੱਕ ਗਿਫਟ ਸੀਗਾ। ਮੈਨੂੰ ਲੱਗਦਾ ਹੁੰਦਾ ਕਿ ਮੈਂ ਹੁਣ ਇੱਕ ਬਹੁਤ ਚੰਗੀ ਪੇਂਟਿੰਗ ਆ ਰੱਬ ਦੀ। ਮੈਨੂੰ ਲੱਗਦਾ ਵੀ ਤੁਸੀਂ ਲੇਖਕ ਹੋਣ ਨਾਲੋਂ ਨਾ ਸ਼ਖਸੀਅਤ ਤੌਰ 'ਤੇ ਤੁਸੀਂ ਜ਼ਿਆਦਾ ਖੂਬਸੂਰਤ ਹੋ, ਕਿਉਂਕਿ ਨਹੀਂ ਅਸੀਂ ਦੇਖੋ ਜੇ ਤੁਸੀਂ ਕਿਤੇ ਵੀ ਝਾਤ ਮਾਰ ਲਓ, ਅਸੀਂ ਰੋਸੇ ਬਹੁਤ ਕਰਦੇ ਹਾਂ ਰੱਬ ਨਾਲ, ਹੈ ਨਾ, ਵੀ ਤੂੰ ਮੇਰਾ ਇਹ ਵੀ ਖੋਹ ਲਿਆ, ਮੈਨੂੰ ਆਹ ਨਹੀਂ ਮਿਲਿਆ, ਉਹਨੂੰ ਇਹ ਮਿਲ ਗਿਆ। ਪਰ ਇਹ ਵੀ ਚੰਗੀ ਗੱਲ ਹੈ ਕਿ ਤੁਸੀਂ ਇੱਕ ਪੱਖ ਨੂੰ ਨਜ਼ਰਅੰਦਾਜ਼ ਕਰਕੇ ਦੂਜਾ ਜਿਹੜਾ ਖੂਬਸੂਰਤ ਉਹਨੂੰ ਦੇਖ ਰਹੇ ਹੋ। ਮੈਨੂੰ ਰੱਬ ਨਾਲ ਕੋਈ ਸ਼ਿਕਵਾ ਨਹੀਂ ਹੈਗਾ ਗਾ, ਪਹਿਲੀ ਗੱਲ ਤਾਂ, ਕਿਉਂਕਿ ਉਹੀ ਗੱਲ ਨਾ ਵੀ ਮੈਨੂੰ ਇੱਕ ਚੀਜ਼ ਮੇਰੇ ਤੋਂ ਲੈ ਲਈ ਤਾਂ 2-4 ਵੱਧ ਵੀ ਦਿੱਤੀਆਂ ਹੈਗੀਆਂ। ਉਹ ਜੋ ਸੈਂਸ ਦਿੱਤੀ ਹੈਗੀ ਆ, ਉਹ ਹੁਣ ਕਿਸੇ ਕੋਲੇ ਨਹੀਂ ਹੁੰਦੀ ਗੀ, ਹੈ ਨਾ, ਉਹ ਮੇਰੇ ਕੋਲੇ ਹੈਗੀ ਆ। ਤਾਂ ਮੈਂ ਇਸ ਕਰਕੇ ਮੈਂ ਕੋਈ ਸ਼ਿਕਵਾ ਨਹੀਂ ਕਰਦੀ ਗੀ ਉਹਦੇ ਲਈ। ਜਦੋਂ 8ਵੀਂ ਜਮਾਤ ਤੋਂ ਬਾਅਦ ਤੁਸੀਂ ਆਪਣੀ ਪੜ੍ਹਾਈ ਹੈ ਜਿਹੜੀ ਹੈ ਨਾ ਛੱਡ ਦਿੱਤੀ, ਇੱਕ ਵਾਰੀ ਪੜ੍ਹਾਈ ਦੇ ਵਿੱਚ ਤੁਹਾਡਾ ਵਕਫਾ ਜਿਹੜਾ ਪਿਆ ਹੈ, ਉਸ ਤੋਂ ਬਾਅਦ ਕਾਮਰੇਡ ਸੁਰਜੀਤ ਸਿੰਘ ਗਿੱਲ ਹੁਣੀ ਜਿਹੜੇ ਕਿ ਪ੍ਰਸਿੱਧ ਗੀਤਕਾਰ ਅਮਰਦੀਪ ਸਿੰਘ ਗਿੱਲ ਜੀ ਦੇ ਪਿਤਾ ਜੀ ਸਨ, ਉਹਨਾਂ ਨਾਲ ਤੁਹਾਡਾ ਮੇਲ ਹੁੰਦਾ, ਉਹ ਤੁਹਾਨੂੰ ਸਾਹਿਤ ਪੜ੍ਹਨ ਨੂੰ ਦਿੰਦੇ ਨੇ, ਹੌਸਲਾ ਦਿੰਦੇ ਨੇ। ਬਿਲਕੁਲ ਤੁਸੀਂ ਅੱਜ ਵੀ ਜਦੋਂ ਉਹਨਾਂ ਨੂੰ ਯਾਦ ਕਰਦੇ ਹੋ ਤਾਂ ਇਹੀ ਕਹਿ ਕੇ ਯਾਦ ਕਰਦੇ ਹੋ ਕਿ ਉਹ ਬਿਲਕੁਲ ਮੇਰੇ ਪਿਤਾ ਜੀ ਤਰ੍ਹਾਂ ਸੀਗੇ, ਜਿਨ੍ਹਾਂ ਨੇ ਆਪਣਾ ਹੱਥ ਆ ਜਿਹੜਾ ਮੇਰੇ ਸਿਰ ਤੇ ਰੱਖਿਆ। ਉਹ ਬਿਲਕੁਲ ਪਿਤਾ ਜੀ ਹੀ ਸੀ, ਕਿਉਂਕਿ ਉਹਨਾਂ ਨੇ ਜਦੋਂ ਮੇਰਾ 35ਵਾਂ ਬਰਥਡੇ ਸੀਗਾ, ਉਦੋਂ ਬਕਾਇਦਾ ਤੌਰ 'ਤੇ ਫੰਕਸ਼ਨ ਕੀਤਾ, ਸਾਰੇ ਆਪਣੇ ਦੋਸਤਾਂ ਮਿੱਤਰਾਂ ਨੂੰ ਬੁਲਾਇਆ, ਉਹਨਾਂ ਨੂੰ ਦੱਸਿਆ ਕਿ ਇਹ ਮੇਰੀ ਧੀ ਆ, ਮੇਰੀ ਮੁਤਬੰਨੀ ਧੀ ਆ। ਹਾਂਜੀ। ਤਾਂ ਉਹਨਾਂ ਨੇ ਜਿਹੜੀ ਮਤਲਬ ਉਦੋਂ ਮੈਨੂੰ ਕਲਮ ਭੇਂਟ ਕੀਤੀ ਅਤੇ ਇੱਕ ਮਹਾਨ ਕੋਸ਼ ਮੈਨੂੰ ਭੇਂਟ ਕੀਤਾ ਉਦੋਂ। ਹਾਂਜੀ। ਉਹ ਅੱਜ ਵੀ ਮੇਰੇ ਕੋਲੇ ਹੈਗਾ, ਗ੍ਰੀਨ ਕਲਰ ਦੀ ਮੋਟੀ ਜਿਲਦ ਵਿੱਚ ਹੈਗਾ। ਤਾਂ ਉਹਨਾਂ ਨੇ ਉਹਦੇ ਉੱਤੇ ਲਿਖਿਆ ਸੀਗਾ ਵੀ ਮੇਰੇ ਸੁਪਨਿਆਂ ਦੀ ਜਿਹੜੀ ਅਗਲੀ ਪਰਵਾਜ਼ ਹੈਗੀ ਆ, ਉਹ ਤੂੰ ਭਰਨੀ ਹੋਊਗੀ। ਜਦ ਮੈਂ ਆਪਣਾ ਰੇਸ ਖ਼ਤਮ ਕਰੂੰਗਾ, ਮੇਰੀ ਰੇਸ ਦਾ ਡੰਡਾ ਤੂੰ ਫੜਨਾ ਹੈਗਾ, ਹੈ ਨਾ। ਉਹ ਮੈਨੂੰ ਉਹਨਾਂ ਨੇ ਇਸ ਕਰਕੇ ਫਿਰ ਉਹ ਮੈਨੂੰ ਲੱਗਦਾ ਹੁੰਦਾ ਵੀ ਮੇਰੇ ਪਿੱਠ 'ਤੇ ਜਿਹੜਾ ਹੱਥ ਹੈਗਾ, ਅੱਜ ਵੀ ਉਹ ਮੈਨੂੰ ਹੌਸਲਾ ਅੱਗੇ ਵਧਣ ਵਾਸਤੇ, ਮਤਲਬ ਮੈਨੂੰ ਅੱਜ ਵੀ ਮੈਨੂੰ ਉਹ ਪ੍ਰੇਰਿਤ ਕਰਦਾ ਰਹਿੰਦਾ ਹੁੰਦਾ
ਕਿਉਂਕਿ ਬਾਪੂ ਇੱਕ ਗੀਤ ਗਾਉਂਦੇ ਹੁੰਦੇ ਸੀਗੇ, वो सुबह कभी तो आएगी कभी ये ਤੇ कभी रात के राही थक मत जाना। ਸੋ ਮੈਨੂੰ ਲੱਗਦਾ ਹੁੰਦਾ ਵੀ ਮੈਂ ਰਾਤ ਕੀ ਰਾਹੀ ਹੈਗੀ ਆ ਅਤੇ ਮੈਂ ਵੱਧਦੀ ਜਾਣਾ, ਮੈਂ ਥੱਕਣਾ ਨਹੀਂ ਹੈਗਾ ਗਾ। ਉਹ ਅਕਸਰ ਹੀ ਉਹਨਾਂ ਨੇ ਇਹ ਗਾਣਾ ਅਕਸਰ ਬੈਠੇ ਹੁੰਦੇ ਤਾਂ ਗੁਣਗੁਣਾਉਂਦੇ ਹੁੰਦੇ ਸੀ ਕਿ ਰਾਤ ਕੇ ਰਾਹੀ ਥੱਕ ਮਤ ਜਾਣਾ ਸੁਬਹ ਕੀ ਮੰਜ਼ਿਲ ਦੂਰ ਨਹੀਂ। ਸੋ ਉਹ ਸਵੇਰਿਆਂ ਦੇ ਵੱਲ ਮੇਰੀ ਜਿਹੜੀ ਹਾਲੇ ਵੀ ਸਫ਼ਰ ਆ ਜਾਰੀ ਆ, ਉਹਦੇ ਵਾਸਤੇ ਮੈਨੂੰ ਉਹ ਲਗਾਤਾਰ ਪਿੱਛੋਂ ਕਹਿੰਦੇ ਰਹਿੰਦੇ ਵੀ ਚੱਲ ਵੀ ਕੁੜੀਏ ਚੱਲ ਵੀ ਕੁੜੀਏ, ਹੈ ਨਾ, ਇੱਦਾਂ ਮੈਨੂੰ ਆਵਾਜ਼ ਮੇਰੇ ਕੰਨਾਂ 'ਚ ਪੈਂਦੀ ਰਹਿੰਦੀ ਹੁੰਦੀ ਆ। ਉਹਨਾਂ ਨੇ ਤੁਹਾਨੂੰ ਬਹੁਤ ਸਾਰਾ ਸਾਹਿਤ ਪੜ੍ਹਾਇਆ, ਜਿਵੇਂ ਤੁਸੀਂ ਕਹਿੰਦੇ ਬਹੁਤ ਸਾਰਾ ਅਨੁਵਾਦਿਤ ਸਾਹਿਤ ਤੁਸੀਂ ਪੜ੍ਹ ਚੁੱਕੇ ਹੋ। ਪੁਰਾਣੇ ਜਿਹੜੇ ਸਾਰੇ ਲੇਖਕ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਜਸਵੰਤ ਸਿੰਘ ਕੰਵਲ ਜੀ ਦਾ, ਦਲੀਪ ਕੌਰ ਟਿਵਾਣਾ ਜੀ ਦਾ, ਸਾਰੇ ਉਹਨਾਂ ਲੇਖਕਾਂ ਬਾਰੇ ਤੁਸੀਂ ਗੱਲ ਕਰਦੇ ਹੋ। ਹੁਣ ਦੇ ਦੌਰ ਦੇ ਵੀ ਬਹੁਤ ਸਾਰੇ ਲੇਖਕਾਂ ਨੂੰ ਤੁਸੀਂ ਪੜ੍ਹਦੇ ਹੋ, ਜਤਿੰਦਰ ਹਾਂਸ, ਤ੍ਰਿਪਤਾ ਕੇ ਸਿੰਘ ਹੁਣਾਂ ਦਾ ਤੁਸੀਂ ਨਾਂ ਲੈਂਦੇ ਹੋ, ਹੈ ਨਾ। ਅਤੇ ਉਸ ਸਾਹਿਤ ਨੇ ਤੁਹਾਨੂੰ ਸਾਹਿਤ ਵੱਲ ਮੋੜਿਆ ਜਾਂ ਫਿਰ ਪਹਿਲਾਂ ਹੀ ਅੰਦਰ ਚਿਣਗ ਸੀ ਕਿ ਜਿਵੇਂ ਤੁਸੀਂ ਕਹਿੰਦੇ ਹੋ ਕਿ ਮੈਂ ਬਹੁਤ ਅੰਤਰਮੁਖੀ ਸੀ। ਦਲੀਪ ਕੌਰ ਟਿਵਾਣਾ ਜੀ ਕਹਿੰਦੇ ਹੁੰਦੇ ਸੀ ਕਿ ਅੰਤਰਮੁਖੀ ਜਿਹੜਾ ਇਨਸਾਨ ਆ ਉਹਦੇ ਅੰਦਰ ਅਚੇਤ ਤੌਰ 'ਤੇ ਇੱਕ ਰਚਨਾ ਚੱਲਦੀ ਰਹਿੰਦੀ ਹੁੰਦੀ ਆ, ਪਰ ਉਹ ਇੱਕ ਸਮਾਂ ਆਉਂਦਾ ਜਦੋਂ ਉਹਨੂੰ ਪਤਾ ਲੱਗਦਾ ਵੀ ਹੁਣ ਉਹ ਇਹਨੂੰ ਕਾਗਜ਼ 'ਤੇ ਉਤਾਰ ਸਕਦਾ, ਹੈ ਨਾ। ਐਵੇਂ ਦਾ ਵੇਲਾ ਸੀ ਜਾਂ ਫਿਰ ਸ਼ੁਰੂਆਤ ਤੋਂ ਹੀ ਮਨ ਦੇ ਵਿੱਚ ਬੁਣਤੀ ਸੀ ਵੀ ਮੈਂ ਲਿਖ ਸਕਦੀ ਹਾਂ, ਕਿ ਉਹ ਸਾਹਿਤ ਪੜ੍ਹ ਕੇ ਚਿਟਕ ਲੱਗੀ? ਨਹੀਂ, ਸ਼ੁਰੂਆਤ ਤੋਂ ਲਿਖਣ ਦਾ ਤਾਂ ਕਦੇ ਸੋਚਿਆ ਨਹੀਂ ਸੀ। ਪਹਿਲਾਂ ਤਾਂ ਪੜ੍ਹਦੀ ਹੁੰਦੀ ਸੀਗੀ। ਹਾਂਜੀ। ਉਦੋਂ ਮੈਂ 8ਵੀਂ ਤੋਂ ਬਾਅਦ ਜਦੋਂ ਮੈਨੂੰ ਸਕੂਲ ਨਹੀਂ ਲਾਇਆ ਸੀਗਾ ਤਾਂ ਉਹਨਾਂ ਦਿਨਾਂ ਦੇ ਵਿੱਚ ਜਗਬਾਣੀ ਅਖਬਾਰ 75 ਪੈਸੇ ਦਾ ਆਉਂਦਾ ਹੁੰਦਾ ਸੀ, 12 ਆਨੇ ਕਹਿੰਦੇ ਹੁੰਦੇ ਸੀ, 12 ਆਨੇ ਦਾ ਅਖਬਾਰ ਆਉਂਦਾ ਹੁੰਦਾ ਸੀਗਾ। ਅਤੇ ਉਹ ਜਿਹੜਾ ਰੁਪਈਆ ਮੈਨੂੰ ਮਿਲਦਾ ਹੁੰਦਾ ਸੀਗਾ ਹਫਤੇ 'ਚ ਖਰਚਣ ਵਾਸਤੇ, ਅਤੇ ਉਹਦੇ ਵਿੱਚੋਂ ਵੀ 25 ਪੈਸੇ ਬਚ ਜਾਣੇ, ਉਹ ਅਗਲੀ ਵਾਰੀ 50 ਪੈਸੇ ਦੇ ਕੇ ਅਤੇ ਅਖਬਾਰ ਖਰੀਦਣਾ ਹੁੰਦਾ ਸੀ ਐਤਵਾਰ ਦਾ। ਅੱਛਾ ਜੀ। ਅਤੇ ਉਹਦੇ ਵਿੱਚ ਬਚਿੰਤ ਕੌਰ ਦੀ ਪੱਗ ਡੰਡੀਆਂ ਚੱਲਦੀ ਹੁੰਦੀ ਸੀਗੀ। ਹਾਂਜੀ। ਤਾਂ ਉਹ ਮੈਂ ਆਪਦੇ ਮੰਮਾ ਨੂੰ ਪੜ੍ਹ ਕੇ ਸੁਣਾਉਂਦੀ ਹੁੰਦੀ ਸੀਗੀ ਵੀ ਮੰਮੀ ਅੱਜ ਆ ਆਇਆ, ਅੱਜ ਆਇਆ, ਮਤਲਬ ਕਹਾਣੀਆਂ ਪੜ੍ਹਨ ਦਾ ਸ਼ੌਂਕ ਸੀਗਾ। ਫਿਰ ਪਾਪਾ ਕਰਕੇ ਮੈਨੂੰ ਰੇਡੀਓ ਦਾ ਵੀ ਬਹੁਤ ਸ਼ੌਂਕ ਸੀਗਾ, ਹੈ ਨਾ। ਅਤੇ ਉਹ ਕਹਾਣੀਆਂ ਪੜ੍ਹ ਕੇ ਸੁਣਾਉਂਦੀ ਰਹੀ, ਜਾਂ ਕਹਿ ਲਓ ਕਿ ਇੱਦਾਂ ਸ਼ੁਰੂ ਤੋਂ ਜਿਹੜਾ ਮੇਰੇ ਅੰਦਰ ਜਿਹੜੇ ਮੇਰੇ ਮਲਕੀਤ ਸਿੰਘ ਮਾਨ ਸਰ ਸੀ, ਉਹਨਾਂ ਨੇ ਜੋ ਸਾਹਿਤ ਦੀ ਮੇਰੇ ਅੰਦਰ ਚੇਟਕ ਲਾਈ ਸੀਗੀ। ਫਿਰ ਅਸੀਂ ਜਿੱਦ ਕੇ ਨਾਵਲ ਪੜ੍ਹਨੇ, ਉਹ ਜਿਹੜਾ ਲੱਗਣ ਲੱਗੀ ਹੋਈ ਸੀ ਉਹਨਾਂ ਦਿਨਾਂ ਵਿੱਚ ਨਾ। ਸੁਰਿੰਦਰ ਮੋਹਨ ਪਾਠਕ, ਸਰਲਾ ਰਾਣੂ, ਗੁਲਸ਼ਨ ਨੰਦਾ ਵਗੈਰਾ ਦੇ ਨਾਵਲ ਨਾ ਕਿਰਾਏ 'ਤੇ ਮਿਲਦੇ ਹੁੰਦੇ ਸੀਗੇ। ਅਤੇ ਉਹ ਅਸੀਂ ਲੈ ਕੇ ਆਉਣਾ, ਗਲੀ ਵਿੱਚ ਤਕਰੀਬਨ 4-5 ਫਰੈਂਡਸ ਹੁੰਦੇ ਸੀਗੇ ਜਿਹੜੇ, ਅਤੇ ਜਿੱਦ ਕੇ ਪੜ੍ਹਨੇ। ਅਤੇ ਕਈ ਵਾਰੀ ਅਸੀਂ ਚੋਰੀ ਲਿਆ ਕੇ ਪੜ੍ਹਨਾ ਵੀ ਆਹ ਜਿਹੜਾ ਨਵਾਂ ਆਇਆ ਹੈਗਾ ਇਹ ਮੈਂ ਪੜ੍ਹ ਵੀ ਲਿਆ। ਅਤੇ ਉਹ ਜਿਹੜੀ ਪੜ੍ਹਨ ਦਾ ਮਾਹੌਲ ਹੁੰਦਾ ਸੀਗਾ ਉਦੋਂ ਬੜਾ ਮਤਲਬ ਫਿਲਮੀ ਜਿਹਾ, ਉਹ ਮੈਨੂੰ ਅੱਜ ਵੀ ਨਾ ਮੈਨੂੰ ਬਹੁਤ ਚੰਗਾ ਲੱਗਦਾ ਹੁੰਦਾ, ਕਿਉਂਕਿ ਸਾਰੇ ਜਣਿਆਂ ਨੇ ਲੈ ਕੇ ਆਉਣਾ। ਇੱਕ 12 ਸਵਾਲ ਨਾਵਲ ਆਇਆ ਸੀ, ਮੈਨੂੰ ਰਾਈਟਰ ਤਾਂ ਭੁੱਲ ਗਿਆ, ਹਿੰਦੀ ਰਾਈਟਰ ਸੀਗਾ, ਅਤੇ ਉਹ ਮਤਲਬ ਮਹੀਨੇ ਬਾਅਦ ਆਉਂਦਾ ਹੁੰਦਾ ਸੀ ਵੀ ਅਗਲਾ ਸਵਾਲ ਕੀ ਹੋਊਗਾ। ਅਤੇ ਉਹਦੇ ਲਈ ਇੱਕ ਹੋੜ ਲੱਗੀ ਹੁੰਦੀ ਸੀ ਵੀ ਇਹ ਤੋਂ ਪਹਿਲਾਂ ਮੈਂ ਪੜ੍ਹਨਾ, ਹੈ ਨਾ। ਬਿਲਕੁਲ। ਫਿਰ ਅਸੀਂ ਉਹਦੇ ਲਈ ਇੱਕ ਦੁਕਾਨ ਤੋਂ ਜੇ ਉਹਨੇ ਕਿਰਾਇਆ ਵਧਾ ਦੇਣਾ, ਫਿਰ ਦੂਜੀ ਦੁਕਾਨ ਤੋਂ ਲੈ ਕੇ ਆਉਣਾ ਵੀ ਮੈਂ ਇੱਦਾਂ ਕਰਕੇ ਵੀ ਮੈਂ ਆਪ ਤਾਂ ਜਾਣ ਹੀ ਸਕਦੀ ਹੁੰਦੀ ਸੀ, ਮੈਂ ਕਿਸੇ ਨੂੰ ਭੇਜਣਾ, ਉਹਨੇ ਵਿੱਚੋਂ ਕੋਈ 54 ਆਪ ਵੀ ਰੱਖ ਲੈਣੀ ਹੁੰਦੀ ਸੀਗੀ, ਹੈ ਨਾ। ਵੀ ਉਹ ਜਿਹੜਾ ਮਾਹੌਲ ਸੀਗਾ ਨਾ ਪੜ੍ਹਨ ਦਾ, ਉਹ ਸ਼ਾਇਦ ਸ਼ੁਰੂ ਤੋਂ ਹੀ ਮੇਰੇ ਅੰਦਰ ਪੈ ਗਿਆ ਸੀਗਾ। ਅਤੇ ਜਾਂ ਸ਼ਾਇਦ ਕਹ ਲਓ ਕਿ ਮੇਰੇ ਉਸ ਟੀਚਰ ਦੀ ਮਿਹਰਬਾਨੀ ਸੀਗੀ ਕਿ ਉਹਨੇ ਮੇਰੇ ਅੰਦਰ ਅੱਖਰਾਂ ਦਾ ਬੀਜ ਆ ਜਿਹੜਾ ਘੇਰਤਾ। ਅਤੇ ਫਿਰ ਮੇਰੇ ਕੋਲ ਸਮਾਂ ਤਾਂ ਹੁੰਦਾ ਹੀ ਸੀ, ਕਿਉਂਕਿ ਬਹੁਤ ਜ਼ਿਆਦਾ ਸਮਾਂ ਹੁੰਦਾ ਸੀ, ਬੱਚੇ ਖੇਡਦੇ ਹੁੰਦੇ ਸੀ, ਮੈਂ ਖੇਡ ਵੀ ਨਹੀਂ ਸਕਦੀ ਸੀ। ਮੈਂ ਬਸ ਜਾਂ ਬਿਸਤਰਿਆਂ 'ਤੇ ਚੜ੍ਹ ਕੇ ਰੇਡੀਓ ਸੁਣਨਾ ਅਤੇ ਜਾਂ ਨਾਵਲ ਪੜ੍ਹਨੇ, ਇਹ ਮੇਰੇ 2 ਕੰਮ ਪੱਕੇ ਹੁੰਦੇ ਸੀਗੇ। ਜਿਵੇਂ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ ਕਿ ਜਿਹੜੀ ਤੁਹਾਡੀ ਸਿਹਤ ਵਾਲੀ ਹਾਲਤ ਸੀ ਉਹਦੇ 'ਚ ਇਹ ਸੀਗਾ ਕਿ ਘਰਦਿਆਂ ਦਾ ਰਵੱਈਆ ਬਹੁਤ ਸੋਹਣਾ ਸੀ, ਸਮਾਜ ਦਾ ਨਹੀਂ ਸੀ ਇੰਨਾ ਵਧੀਆ, ਹੈ ਨਾ। ਫਿਰ ਤੁਸੀਂ ਇਹ ਵੀ ਕਹਿੰਦੇ ਹੋ ਕਿ ਇੱਕ ਸੀਮਿਤ ਜਿਹੀ ਦੁਨੀਆ ਸੀ ਮੇਰੇ ਆਲੇ ਦੁਆਲੇ, ਜਿਹੜੀ ਮੈਨੂੰ ਲੱਗਦਾ ਸੀ ਵੀ ਇਹੀ ਮੇਰੀ ਦੁਨੀਆ। ਪਰ ਉਸ ਦੌਰ ਦੇ ਵਿੱਚ ਵੀ ਤੁਸੀਂ, ਉਸ ਸੰਘਰਸ਼ ਦੇ ਵਿੱਚ ਵੀ ਤੁਸੀਂ ਇੰਨਾ ਪੜ੍ਹ ਗਏ, MA BEd ਕਰ ਲਈ, ਫਿਰ ਬਤੌਰ ਟੀਚਰ ਵੀ ਹੁਣ ਕੰਮ ਕਰ ਰਹੇ ਹੋ। ਇਹ ਹੌਸਲਾ ਜਿਹੜਾ ਕਿਵੇਂ ਕਰ ਲਿਆ ਵੀ ਇੰਨਾ ਮਤਲਬ ਔਖੇ ਸਮੇਂ ਦੇ ਵਿੱਚ ਵੀ ਨਹੀਂ, ਮੈਂ ਪੜ੍ਹਨਾ, ਮੈਂ ਜ਼ਿੰਦਗੀ ਦੇ ਵਿੱਚ ਤਬਦੀਲੀ ਲਿਆਉਣੀ ਆ? ਇਹਦੇ ਵਿੱਚ ਮੇਰੀ ਮੰਮੀ ਦਾ ਰੋਲ ਆ, ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਸੀਗਾ ਵੀ ਮੇਰੀ ਕੁੜੀ ਆ, ਹੋਰ ਤਾਂ ਕੋਈ ਕੰਮ ਕਰ ਨਹੀਂ ਸਕਦੀ ਗੀ, ਇਹ ਸ਼ਾਇਦ ਪੜ੍ਹ ਜੂਗੀ ਤਾਂ ਇਹਨੂੰ ਨੌਕਰੀ ਆ ਜਿਹੜੀ ਉਹ ਮਿਲੂਗੀ। ਉਹਨਾਂ ਦਾ ਸੁਪਨਾ ਹੁੰਦਾ ਸੀ, ਉਹ ਕਿਤੇ ਕਹਿੰਦੇ ਹੁੰਦੇ ਸੀ ਵੀ ਮੈਂ ਚਾਹੁੰਦੀ ਹਾਂ ਕਿ ਮੇਰੀ ਬੇਟੀ ਹੈ ਨਾ ਟੀਚਰ ਬਣੇ ਉਹ। ਅਤੇ ਮੈਂ ਸੋਚਦੀ ਸੀ, ਮੈਂ ਕਿਹਾ ਮੰਮਾ ਮੈਨੂੰ ਤਾਂ ਕਿਸੇ ਨੇ ਕਲਰਕ ਵੀ ਨਹੀਂ ਰੱਖਣਾ। ਕਹਿੰਦੇ ਨਹੀਂ, ਮੈਂ ਚਾਹੁੰਦੀ ਹਾਂ। ਉਹ ਸ਼ੁਰੂ ਤੋਂ ਹੀ ਮਤਲਬ ਉਹਨਾਂ ਦਾ ਰਿਹਾ ਹੈਗਾ, ਮੈਨੂੰ ਉਹ ਕਹਿੰਦੇ ਰਹਿੰਦੇ ਹੁੰਦੇ ਸੀਗੇ ਵੀ ਇਹ
ਕੁਛ ਪੜ੍ਹ ਜੂਗੀ ਇਹਦੇ ਲਈ ਪੜ੍ਹਾਈ ਜ਼ਰੂਰੀ ਹੈ। ਹਾਲਾਂਕਿ ਉਹ ਆਪ ਨਹੀਂ ਪੜ੍ਹੇ, ਪਰ ਤੁਸੀਂ ਗੱਲ ਕਰਕੇ ਦੇਖ ਲਓ, ਵਧੀਆ ਇੰਗਲਿਸ਼ 'ਚ ਗੱਲ ਕਰ ਲੈਂਦੇ ਆ, ਕਈ ਅੱਖਰ ਤਾਂ ਬਹੁਤ ਸੋਹਣੇ ਬੋਲਦੇ ਹੈਗੇ ਆ। ਅਤੇ ਉਹਨਾਂ ਦਾ ਜਿਹੜਾ ਮੈਨੂੰ ਇੱਕ ਖਾਮੋਸ਼ ਜਿਹਾ ਹੁੰਗਾਰਾ ਰਿਹਾ ਸੀਗਾ ਨਾ, ਉਹ ਸ਼ਾਇਦ ਮੇਰੇ ਅੰਦਰ ਕਿਤੇ ਨਾ ਕਿਤੇ ਇੱਕ ਜੁਗਨੂ ਵਾਂਗੂ, ਜਿਵੇਂ ਦੂਰ ਝਰੋਖੇ 'ਚ ਰੌਸ਼ਨੀ ਆਉਂਦੀ ਹੁੰਦੀ ਹੈ ਨਾ, ਵੀ ਮੈਂ ਉਸ ਰੌਸ਼ਨੀ ਵੱਲ ਜਾਣਾ, ਉਹ ਉੱਦਾਂ ਇੱਕ ਨਿੱਕਾ ਜਿਹਾ ਟਿਮਕਣਾ ਸੀਗਾ ਜਿਹੜਾ, ਉਹ ਮੈਨੂੰ ਸ਼ਾਇਦ ਪੜ੍ਹਨ ਵੱਲ ਪ੍ਰੇਰਿਤ ਕਰਦਾ ਰਿਹਾ। ਉਹ ਚੀਜ਼ ਤੁਹਾਡੀ ਆਪਸੀ ਜਿਹੜਾ ਰਿਸ਼ਤਾ ਉਹ ਹਰੇਕ ਮਾਂ ਧੀ ਦਾ ਬਹੁਤ ਗੂੜਾ ਹੁੰਦਾ, ਪਰ ਇਸ ਉਮਰ 'ਚ ਵੀ ਜਿਸ ਤਰੀਕੇ ਨਾਲ ਉਹ ਤੁਹਾਨੂੰ ਸੰਭਾਲਦੇ ਨੇ, ਜਿਵੇਂ ਅਸੀਂ ਆਏ ਉਹ ਤੁਹਾਡੇ ਹੈ ਨਾ ਕੰਘੀ ਕਰਦੇ, ਮਤਲਬ ਇਹ ਵਾਕਈ ਮੈਂ ਕਹਿੰਦੀ ਹੁੰਦੀ ਹਾਂ ਕਿ ਮੈਂ ਇੱਕ ਇਹੋ ਜਿਹਾ ਬੱਚਾ ਆਪਦੀ ਮਾਂ ਦਾ ਜਿਹੜਾ ਕਦੇ ਵੱਡਾ ਨਹੀਂ ਹੋ ਸਕਦਾ ਗਾ। ਬਿਲਕੁਲ। ਭੈਣੇ ਹੁਣ ਆਪਾਂ ਤੁਹਾਡੀਆਂ ਲਿਖਤਾਂ ਵੱਲ ਆਉਂਦੇ ਹਾਂ। ਜਿਵੇਂ ਪਹਿਲਾਂ ਤੁਸੀਂ ਪਹਿਲੀ ਕਿਤਾਬ ਹੈ ਜਿਹੜੀ ਕਵਿਤਾ ਦੀ ਲਿਖੀ, ਕਿਉਂਕਿ ਬੜੀ ਛੋਟੀ ਉਮਰ 'ਚ ਤੁਸੀਂ ਕਵਿਤਾ ਲਿਖਣੀ ਸ਼ੁਰੂ ਕੀਤੀ। ਜਦੋਂ ਤੁਸੀਂ ਲਿਖਦੇ ਹੋ ਕਿ ਇੱਕ ਇਹੋ ਜਿਹਾ ਸਮਾਂ ਸੀਗਾ ਕਿ ਕਿਸੇ ਦਾ ਸੰਘਰਸ਼ ਦੇਖਿਆ, ਫਿਰ ਮੈਂ ਪਹਿਲੀਆਂ ਜਿਹੜੀਆਂ ਸਤਰਾਂ ਉਹ ਕਾਗਜ਼ 'ਤੇ ਲਿਖੀਆਂ। ਪਰ ਜਦੋਂ ਤੁਸੀਂ ਵਾਰਤਕ ਵੱਲ ਆਉਂਦੇ ਹੋ ਤਾਂ ਤੁਸੀਂ ਇਹ ਕਹਿੰਦੇ ਹੋ ਕਿ ਮੈਨੂੰ ਲੱਗਿਆ ਸੀ ਜਿਹੜੇ ਮੇਰੇ ਮਨ ਦੇ ਭਾਵ ਨੇ ਜਾਂ ਜਿਹੜੀ ਮੇਰੀ ਆਪਣੀ ਗੱਲ ਆ ਉਹ ਮੈਂ ਵਾਰਤਕ ਦੇ ਮਾਧਿਅਮ ਰਾਹੀਂ ਕਹਿ ਸਕਦੀ ਹਾਂ। ਪਹਿਲਾਂ ਕਵਿਤਾ ਲਿਖੀ, ਫਿਰ ਉਸ ਤੋਂ ਬਾਅਦ 3 ਨਾਵਲ, ਹੈ ਨਾ, ਹੁਣ ਲਗਾਤਾਰ 3 ਨਾਵਲ ਹੀ ਤੁਹਾਡੇ ਆਏ। ਇਸ ਵਿਧਾ ਨੂੰ ਕਿਉਂ ਚੁਣਿਆ? ਵਾਰਤਕ ਦੇ ਵਿੱਚ ਕਹਾਣੀ ਕਹਿਣ ਨੂੰ, ਜਾਂ ਫਿਰ ਜਿੱਦਾਂ ਆਪਾਂ ਆਪਣੀ ਗੱਲ ਆ ਜਿਹੜੀ ਆਰਟੀਕਲ ਦੇ ਤੌਰ 'ਤੇ ਵੀ ਕਹਿੰਦੇ ਆ, ਪਰ ਤੁਸੀਂ ਨਾਵਲਾਂ ਨੂੰ ਥਾਂ ਦਿੱਤੀ, ਹੈ ਨਾ, ਇਸ ਵਿਧਾ ਨੂੰ ਚੁਣਨ ਦਾ ਕਾਰਨ? ਮੈਂ ਉਹੀ ਗੱਲ ਨਾ, ਮੈਂ ਨਾਵਲ ਪੜ੍ਹਦੀ ਰਹੀ ਹੈਗੀ ਆ ਪਹਿਲਾਂ ਹੀ, ਮਤਲਬ ਮੇਰੇ ਅੰਦਰ ਉਹ ਦ੍ਰਿਸ਼ ਆ ਜਿਹੜੇ, ਕਈ ਤਾਂ ਨਾਵਲਾਂ ਦੇ ਲਿਖੇ ਹੋਏ ਦ੍ਰਿਸ਼ ਅੱਜ ਵੀ ਮੇਰੇ ਅੰਦਰ ਆ। ਹਾਂਜੀ। ਤਾਂ ਮੈਨੂੰ ਲੱਗਦਾ ਹੁੰਦਾ ਸੀਗਾ ਵੀ ਇਹ ਜਿਹੜੇ ਨਾਵਲ ਹੈ ਇਹਦੇ ਵਿੱਚ ਤੁਸੀਂ ਇੱਕ ਪੂਰੀ ਜ਼ਿੰਦਗੀ ਜਿਹੜੀ ਤੁਸੀਂ ਖੁਦ ਨਹੀਂ ਜਿਉ ਸਕਦੇ, ਹੈ ਨਾ, ਵੀ ਜਾਂ ਤੁਸੀਂ ਖੁਦ ਵੇਖ ਵੀ ਨਹੀਂ ਸਕਦੇ, ਵੀ ਉਹਨੂੰ ਵੀ ਤੁਸੀਂ ਦਰਸਾ ਸਕਦੇ ਹੋ, ਵੀ ਇੱਕ ਥਾਂ 'ਤੇ ਬੈਠ ਕੇ ਵੀ ਉਹ ਚੀਜ਼ਾਂ ਤੁਸੀਂ ਇਹਦੇ ਰਾਹੀਂ ਕਰ ਸਕਦੇ ਹੋ ਜਿਹੜੀਆਂ ਮਤਲਬ ਤੁਹਾਡੀ ਸੋਚ 'ਤੇ ਤਾਂ ਨੇੜੇ ਹੈਗੀਆਂ ਪਰ ਤੁਹਾਡੀ ਅੱਖ ਤੋਂ ਵੀ ਦੂਰ ਹੈਗੀਆਂ ਨਾ। ਤੁਸੀਂ ਉਹ ਕਿਸੇ ਤਰੀਕੇ ਨਾਲ, ਹੁਣ ਜਦੋਂ ਮੈਂ ਨਵਾਂ ਨਾਵਲ ਲਿਖਿਆ ਸੀਗਾ ਹੈ ਨਾ, ਉਹਦੇ ਵਿੱਚ ਵੀ ਉਹ ਸਾਰੀਆਂ ਗੱਲਾਂ ਮੈਂ ਪਾਈਆਂ ਹੋਈਆਂ ਹੈਗੀਆਂ, ਵੀ ਇਹਦੇ ਵਿੱਚ ਇਹਦਾ ਕੈਨਵਸ ਬਹੁਤ ਵੱਡਾ ਹੁੰਦਾ। ਮੈਂ ਸੋਚਦੀ ਹੁੰਦੀ ਨਾਵਲ ਇੱਕ ਪੂਰੀ ਜ਼ਿੰਦਗੀ ਆ, ਅਤੇ ਇੱਕ ਜਿਹੜਾ ਰਾਈਟਰ ਹੁੰਦਾ ਉਹ ਪਤਾ ਨਹੀਂ ਕਿੰਨੀਆਂ ਕੁ ਜ਼ਿੰਦਗੀਆਂ ਜਿਉਂਦਾ ਜਦੋਂ ਉਹ ਲਿਖ ਰਿਹਾ ਹੁੰਦਾ ਹੈਗਾ। ਅਤੇ ਮੈਨੂੰ ਲੱਗਦਾ ਸੀ ਮੇਰੇ ਅੰਦਰ ਇੰਨਾ ਕੁਛ ਹੈਗਾ, ਇੰਨੇ ਸ਼ਬਦ ਭਰੇ ਹੋਏ ਆ, ਇੰਨੇ ਵਿਚਾਰ, ਇੰਨੇ ਅਹਿਸਾਸ ਭਰੇ ਹੋਏ ਆ, ਉਹਦੇ ਲਈ ਕਵਿਤਾ ਜਿਹੜਾ ਹੈਗਾ ਉਹ ਛੋਟਾ ਰਹਿ ਜਾਂਦਾ। ਅਤੇ ਮੈਂ ਸ਼ਾਇਦ ਆਪਦੇ ਆਪ ਨੂੰ ਬਹੁਤ ਜ਼ਿਆਦਾ ਫੈਲਾਉਣਾ ਚਾਹੁੰਦੀ ਸੀਗੀ, ਵੀ ਮੈਂ ਨਾਵਲ ਤੋਂ ਘੱਟ ਮੇਰਾ ਸਰਿਆ ਨਹੀਂ ਹੈ ਨਿੱਕੀ। ਹਾਂਜੀ। ਜਦੋਂ ਤੁਸੀਂ ਸ਼ਾਹਰਗ ਦੇ ਰਿਸ਼ਤੇ ਲਿਖਿਆ, ਉਦੋਂ ਮੈਂ ਤੁਹਾਡੀ ਇੱਕ ਇੰਟਰਵਿਊ ਸੁਣ ਰਹੀ ਸੀ, ਤੁਸੀਂ ਕਹਿੰਦੇ ਹੋ ਕਿ ਮੈਂ ਇਹ ਤਾਂ ਲਿਖਿਆ ਸੀ, ਮੈਨੂੰ ਲੱਗਿਆ ਸੀ ਵੀ ਅੱਜ ਦੇ ਜਿਹੜੇ ਰਿਸ਼ਤੇ ਨੇ ਉਹਨਾਂ 'ਚੋਂ ਭਾਵਨਾਵਾਂ ਖਤਮ ਹੋ ਗਈਆਂ ਨਾ, ਉਹਨਾਂ 'ਚੋਂ ਇੱਕ ਦੂਜੇ ਪ੍ਰਤੀ ਸਨੇਹ ਆ ਜਿਹੜਾ ਉਹ ਖਤਮ ਹੋ ਗਿਆ, ਰਿਸ਼ਤੇ ਬਹੁਤ ਪਦਾਰਥੀ ਜਿਹੇ ਹੋ ਗਏ ਨੇ। ਉਸ ਤੋਂ ਬਾਅਦ ਇੱਕ ਬਹੁਤ ਬੋਲਡ ਵਿਸ਼ਾ ਤੁਸੀਂ ਚੁਣਦੇ ਹੋ। ਮੈਂ ਬੋਲਡ ਇਸ ਲਈ ਕਹਿ ਰਹੀ ਹਾਂ ਕਿਉਂਕਿ ਅਕਸਰ ਹੀ ਅਸੀਂ ਇਸ ਧਿਰ ਬਾਰੇ ਗੱਲ ਕਰਨਾ ਵੀ ਪਸੰਦ ਨਹੀਂ ਕਰਦੇ, ਹੈ ਨਾ। ਇਹਨਾਂ ਲੋਕਾਂ ਬਾਰੇ ਜੇ ਮੈਂ ਕਹਾਂ ਕਿ ਤੁਹਾਡਾ ਨਾਵਲ ਪੜ੍ਹਨ ਤੋਂ ਪਹਿਲਾਂ ਮੇਰੀ ਕਲਪਨਾ ਵੀ ਇਹੀ ਸੀ ਵੀ ਉਹ ਲੋਕ ਨੇ ਜਿਹੜੇ ਵਿਆਹਾਂ ਸ਼ਾਦੀਆਂ 'ਤੇ ਜ਼ਬਰਦਸਤੀ ਵੀ ਸਾਡੇ ਤੋਂ ਸ਼ਗਨ ਮੰਗਦੇ ਆ। ਬੇਸ਼ੱਕ ਸਾਡੀ ਉਨੀ ਪਹੁੰਚ ਨਹੀਂ ਹੁੰਦੀ, ਇਹ ਬਹੁਤ ਗਾਲੀ ਗਲੋਚ ਕਰਦੇ ਆ। ਅੱਜ ਕੱਲ੍ਹ ਇੱਕ ਇਹ ਵੀ ਚਰਚਾ ਜਿਹੜੀ ਬਣੀ ਰਹਿੰਦੀ ਹੈ ਵੀ ਜੇ ਤੁਸੀਂ ਅੰਬਾਲੇ, ਪਟਿਆਲੇ ਜਾਂ ਫਿਰ ਲੁਧਿਆਣੇ ਦੇ ਬੱਸ ਸਟੈਂਡ 'ਤੇ ਦੇਖੋਗੇ ਤਾਂ ਬੱਸਾਂ ਦੇ ਵਿੱਚ ਜ਼ਬਰਦਸਤੀ ਲੋਕਾਂ ਤੋਂ ਗ੍ਰਾਹੀ ਕਰਦੇ ਆ। ਅਤੇ ਬਹੁਤ ਜਿਹੜੇ ਪਰਿਵਾਰ ਇਹੋ ਜਿਹੇ ਵੀ ਹੁੰਦੇ ਆ, ਬੇਸ਼ੱਕ ਉਹ ਪੜ੍ਹੇ ਲਿਖੇ ਵੀ ਹੋਣ, ਉਹ ਇਹਨਾਂ ਦੇ ਨੇੜੇ ਨਹੀਂ ਜਾਣਾ ਚਾਹੁੰਦੇ, ਕਿਉਂਕਿ ਬਹੁਤ ਸਾਰੀਆਂ ਅਖਬਾਰਾਂ 'ਚ ਖਬਰਾਂ ਸੀ ਇਵੇਂ ਵੀ ਪੜ੍ਹਦੇ ਹਾਂ ਵੀ ਨੌਜਵਾਨ ਮੁੰਡਿਆਂ ਨੂੰ ਬਰਗਲਾ ਕੇ ਉਹਨਾਂ ਨਾਲ ਜਿਹੜੀਆਂ ਚੀਜ਼ਾਂ ਇਹ ਲੋਕ ਕਰ ਦਿੰਦੇ ਆ, ਹੈ ਨਾ। ਪਰ ਜਦੋਂ ਮੈਂ ਤੁਹਾਡਾ ਨਾਵਲ ਪੜ੍ਹਦੀ ਹਾਂ ਤਾਂ ਮੈਂ ਉਹਨਾਂ 'ਚੋਂ ਇੱਕ ਜ਼ਿੰਦਗੀ ਵੀ ਦੇਖਦੀ ਹਾਂ, ਵੀ ਬਿਲਕੁਲ ਤੁਹਾਡੇ ਅਤੇ ਮੇਰੇ ਵਰਗੀ ਇੱਕ ਜ਼ਿੰਦਗੀ ਆ। ਤੁਹਾਡਾ ਨਾਵਲ ਪੜ੍ਹਨ ਤੋਂ ਬਾਅਦ ਮੈਨੂੰ ਇੱਕ ਬਹੁਤ ਪੁਰਾਣੀ ਘਟਨਾ ਯਾਦ ਆਈ, ਜਦੋਂ ਸਾਡੇ ਪਰਿਵਾਰ ਦੇ ਵਿੱਚ ਇਹ ਲੋਕ ਕਿਸੇ ਖੁਸ਼ੀ ਦੇ ਮੌਕੇ 'ਤੇ ਨੱਚਣ ਆਏ ਤਾਂ ਜਿਹੜੇ ਮੇਰੇ ਚਾਚਾ ਜੀ ਸੀ ਉਹਨਾਂ ਨੇ ਇੱਕ ਬੜੀ ਸੋਹਣੀ, ਮਤਲਬ ਆਪਾਂ ਕਿਉਂਕਿ ਇਹ ਕੁੜੀ ਦੇ ਡਰੈਸ ਅਪ 'ਚ ਸਾਡੇ ਘਰ ਆਉਂਦੇ ਨੇ ਜਦੋਂ ਵੀ ਨੱਚਣ ਆਉਂਦੇ ਆ, ਤਾਂ ਉਹਨਾਂ ਨੇ ਪੁੱਛਿਆ ਵੀ ਤੂੰ ਕਿੱਥੋਂ ਦੀ ਹੈ, ਹੈ ਨਾ। ਤਾਂ ਉਹਦੀਆਂ ਅੱਖਾਂ 'ਚ ਹੰਝੂ ਆ ਗਏ, ਕਹਿੰਦੀ ਵੀ ਮੈਂ ਭਾਸੋਂ ਜੰਮੀ ਸੀ ਅਤੇ ਉਸ ਤੋਂ ਬਾਅਦ ਮੈਨੂੰ ਡੇਰੇ ਨੂੰ ਦੇਤਾ ਇਹਨਾਂ ਨੇ। ਅਤੇ ਉਹ ਜ਼ਿੰਦਗੀ ਮੈਂ ਤੁਹਾਡੇ ਨਾਵਲ 'ਚੋਂ ਪੜ੍ਹੀ ਵੀ, ਹਾਂ ਉਹ ਜਿਹੜਾ ਉਹ ਪੀੜ ਸੀ ਮੈਨੂੰ ਇਸ ਨਾਵਲ 'ਚੋਂ ਮਹਿਸੂਸ ਹੋਈ। ਤੁਸੀਂ ਇਸ ਚੀਜ਼ ਨੂੰ ਕਿਵੇਂ ਚੁਣ ਲਿਆ? ਕਿਉਂਕਿ ਤੁਹਾਡੇ ਦੋਸਤਾਂ ਨੇ ਵੀ ਤੁਹਾਨੂੰ ਨਾ ਕਰ ਦਿੱਤੀ ਸੀ ਵੀ ਨਹੀਂ ਅਸੀਂ ਇਸ ਕੰਮ 'ਚ ਤੇਰਾ ਸਾਥ ਨਹੀਂ ਦੇ ਸਕਦੇ ਨਾ, ਸਾਡੇ ਮਨਾਂ 'ਚ ਡਰਾਵਣਾ ਜਿਹਾ ਮਾਹੌਲ ਬਣਿਆ ਹੁੰਦਾ ਇਹਨਾਂ ਨੂੰ ਲੈ ਕੇ। ਤੁਹਾਨੂੰ ਇਹ ਲੱਗਦਾ ਸੀ ਵੀ ਮੇਰੀ ਗਲੀ ਦੇ ਵਿੱਚ ਜਿਹੜੇ ਰੰਗ ਬਿਰੰਗੇ ਕੱਪੜੇ ਪਾ ਕੇ ਆਉਂਦੇ ਆ ਇਹ ਪਰਿਵਾਰ ਨਾਲ ਕਿਉਂ ਨਹੀਂ ਰਹਿੰਦੇ, ਇਹਨਾਂ ਦੀ ਅਸਲ ਜ਼ਿੰਦਗੀ ਕਿਵੇਂ ਦੀ ਹੁੰਦੀ, ਇਹ ਇੱਛਾ ਲੈ ਗਈ ਤੁਹਾਨੂੰ। ਪਰ ਇਹ ਕੰਮ ਔਖਾ ਜਿਹਾ ਨਹੀਂ ਲੱਗਿਆ ਵੀ
ਇਹਨਾਂ ਲੋਕਾਂ ਨੂੰ ਚੁਣਨਾ ਨਾਵਲ ਲਈ? ਮੈਂ ਪਤਾ ਕਿ ਪੰਗੇ ਲੈਣ 'ਚ ਬੜੀ ਮਾਹਰ ਹਾਂ ਸ਼ੁਰੂ ਤੋਂ। ਮੈਨੂੰ ਐਦਾਂ ਲੱਗਦਾ ਹੁੰਦਾ ਵੀ ਯਾਰ ਜੇ ਪੰਗਾ ਹੀ ਨਾ ਲੈ ਜ਼ਿੰਦਗੀ 'ਚ ਕੁਛ ਤੇ ਕੀਤਾ ਕੀ ਹੈਗਾ ਨਾ। ਮੇਰਾ ਧਿਆਨ ਉਹਨਾਂ ਚੀਜ਼ਾਂ ਤੇ ਪੈਂਦਾ। ਹੁਣ ਪਤਾ ਨਹੀਂ ਇਹ ਮੇਰੇ ਅੰਦਰ ਕਿੱਥੋਂ ਪੈਦਾ ਹੋ ਗਈ ਗੱਲ ਵੀ ਜਿਹਨੂੰ ਕੋਈ ਦੇਖਦਾ ਨਹੀਂ ਹੈਗਾ ਗਾ। ਕਿਉਂਕਿ ਬਚਪਨ ਦੇ ਵਿੱਚ ਮੈਨੂੰ ਇੱਦਾਂ ਮਹਿਸੂਸ ਹੁੰਦਾ ਸੀਗਾ ਵੀ ਮੈਂ ਕਿਸੇ ਵਰਗੀ ਨਹੀਂ ਆ, ਮੇਰੇ ਵੱਲ ਕੋਈ ਦੇਖਦਾ ਨਹੀਂ ਹੈਗਾ, ਕਿਉਂਕਿ ਮੇਰੇ ਕੱਪੜੇ ਵੀ ਗੰਦੇ ਹੋ ਸਕਦੇ ਆ ਇੱਦਾਂ ਹੈ ਨਾ ਸਾਰਾ ਕੁਛ। ਤਾਂ ਉਹ ਇੱਕ ਨਾ ਜਿਹੜੀ ਐਕਸਟਰਾ ਚੀਜ਼ ਹੁੰਦੀ ਆ, ਅਲੱਗ ਚੀਜ਼ ਹੁੰਦੀ ਸੀ ਜਿਹਨੂੰ ਦੂਜਿਆਂ ਨਾਲੋਂ ਘਟੀਆ ਸਮਝਿਆ ਜਾਂਦਾ ਸੀਗਾ। ਉਹ ਕਹਿੰਦੇ ਨਹੀਂ ਹੁੰਦੇ ਵੀ ਦੋਸਤ ਦਾ ਦੁਸ਼ਮਣ ਆ ਜਿਹੜਾ, ਉਹ ਵੀ ਆਪਦਾ ਦੁਸ਼ਮਣ ਵੀ ਬਣ ਜਾਂਦਾ ਹੁੰਦਾ। ਤਾਂ ਮੈਨੂੰ ਲੱਗਦਾ ਹੁੰਦਾ ਸੀਗਾ ਵੀ ਜਿਹੜੇ ਉਹ ਸਾਰੇ ਨਤਾਣੇ ਕਿਸਮ ਦੇ ਮੇਰੇ ਵਰਗੇ ਹੈਗੇ ਆ, ਉਹਨਾਂ ਨਾਲ ਮੇਰੀ ਦੋਸਤੀ ਸੀਗੀ ਇੱਕ ਹਿਸਾਬ ਨਾਲ। ਜਿਵੇਂ ਵੀ ਅੰਦਰ ਉਹਨਾਂ ਦੇ ਪ੍ਰਤੀ ਪਿਆਰ ਕਹਿ ਲਓ ਜਾਂ ਉਹਨਾਂ ਦੇ ਪ੍ਰਤੀ ਇੱਕ ਸੁਹਿਰਦਤਾ ਕਹਿ ਲਓ, ਵੀ ਮੈਂ ਉਹਨਾਂ ਬਾਰੇ ਜਾਣਨਾ ਚਾਹੁੰਦੀ ਹੈਗੀ ਹਾਂ। ਵੈਸੇ ਵੀ ਜਦੋਂ ਤੁਸੀਂ ਕਿਸੇ ਬੱਚੇ ਨੂੰ ਇੱਕ ਨਿੱਕੀ ਜਿਹੀ ਦੁਨੀਆ ਦੇ ਵਿੱਚ ਵਾੜ ਦਿਓ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੇਰੀ ਦੁਨੀਆ ਸੀਮਤ ਹੁੰਦੀ ਸੀ, ਉਹਦੇ ਅੰਦਰ ਇੱਕ ਟਾਈਮ ਤੋਂ ਬਾਅਦ ਬਾਹਰਲੀ ਦੁਨੀਆ ਵੇਖਣ ਦਾ, ਇੱਕ ਅਲੱਗ ਦੁਨੀਆ ਵੇਖਣ ਦਾ ਨਾ ਉਹਦੇ ਅੰਦਰ ਇੱਕ ਝੱਲ ਚੜ੍ਹ ਜਾਂਦਾ ਵੀ ਮੈਂ ਆਹ ਚੀਜ਼ਾਂ ਦੇਖਣੀਆਂ ਹੀ ਹੈਗੀਆਂ। ਤਾਂ ਮੈਨੂੰ ਵੀ ਉਹ ਜਿਹੜਾ ਝੱਲ ਚੜ੍ਹਦਾ ਹੁੰਦਾ ਸੀ ਵੀ ਮੈਂ ਆਹ ਚੀਜ਼ ਦੇਖਣੀ ਹੈ। ਕਿਉਂਕਿ ਬਚਪਨ ਦੇ ਵਿੱਚ ਮੈਂ ਇੱਕ ਚੁੰਨੀ ਵਾਲਾ ਭਾਈ ਗਲੀ ਵਿੱਚ ਆਉਂਦਾ ਹੁੰਦਾ ਸੀ, ਉਹਨੂੰ ਮੈਂ ਦੇਖਦੀ ਹੁੰਦੀ ਸੀਗੀ। ਤਾਂ ਮੈਨੂੰ ਬੜਾ ਅਜੀਬ ਲੱਗਣਾ ਵੀ ਯਾਰ ਇਹ ਭਾਈ ਆਏ ਨੇ, ਮਕੈਸ਼ ਵਾਲੀ ਚੁੰਨੀ ਲਿੱਤੀ ਹੋਈ ਆ ਤੇ ਇਹ ਚੁੰਨੀ ਕਿਉਂ ਲੈ ਕੇ ਫਿਰਦਾ। ਤੇ ਜਦੋਂ ਨਾ ਉਹਦੀ ਮਸਤੀ 'ਚ ਆਉਣਾ ਉਹਨੇ ਬਾਹਾਂ ਖਿਲਾਰ ਲੈਣੀਆਂ ਤੇ ਨੱਚਣਾ, ਉਹਨੇ ਨੱਚਦੇ ਨੇ ਤੁਰੇ ਆਉਣਾ ਹੈ ਨਾ, ਮੇਰੇ ਸਿਰ 'ਤੇ ਪਟੋਕੀ ਮਾਰ ਜਾਣੀ ਜਾਂ ਕੁਛ ਵੀ ਇੱਦਾਂ ਦਾ ਹੁੰਦਾ ਸੀਗਾ। ਕਈ ਵਾਰੀ ਬੜਾ ਗੁੱਸੇ 'ਚ ਹੁੰਦਾ ਸੀ, ਗਾਲਾਂ ਕੱਢਦਾ ਹੁੰਦਾ ਸੀ ਰੱਬ ਨੂੰ, ਮਤਲਬ ਓਏ ਤੂੰ ਆਹ ਐਂ ਕਰਤਾ, ਜੋ ਤਾਂ ਵੇਖਦਾ ਹੋਇਆ ਨਾ ਗਾਲਾਂ ਕੱਢਦਾ ਹੁੰਦਾ ਸੀਗਾ ਉਹਨੂੰ। ਵੀ ਉਹਨੂੰ ਕੋਈ ਕੁਛ ਨਹੀਂ ਕਹਿੰਦਾ ਸੀ, ਵੀ ਜੋ ਮਰਜ਼ੀ ਕਰੀ ਜਾਂਦਾ, ਵੀ ਕਿਸੇ ਨੂੰ ਕੋਈ ਉਹਦੇ ਬਾਰੇ ਬਾਦਰ ਨਹੀਂ ਕਰਦਾ ਹੁੰਦਾ ਸੀਗਾ। ਪਰ ਮੈਂ ਉਹਨੂੰ ਜ਼ਰੂਰ ਵੇਖਦੀ ਹੁੰਦੀ ਸੀ ਵੀ ਆਹ ਇੱਦਾਂ ਕਿਉਂ ਕਰਦਾ। ਉਸ ਤੋਂ ਬਾਅਦ ਮੇਰਾ ਇੱਕ ਸਟੂਡੈਂਟ, ਉਹ ਟਰਾਂਸਜੈਂਡਰ ਸੀਗਾ, ਦੂਸਰਿਆਂ ਤੋਂ ਬਿਲਕੁਲ ਅਲੱਗ ਸੀਗਾ ਉਹ। ਤਾਂ ਪਹਿਲਾਂ ਤਾਂ ਮੈਨੂੰ ਨਾ ਪਤਾ ਲੱਗਿਆ ਵੀ ਇਹ ਇੱਦਾਂ ਕਿਉਂ ਹੈਗਾ। ਉਦੋਂ ਮੈਂ ਟਰਾਈਸਾਈਕਲ ਹੁੰਦਾ ਸੀ ਮੇਰੇ ਕੋਲ, ਅਤੇ ਉਹ ਕਿਸੇ ਬੱਚੇ ਦੀ ਜ਼ਰੂਰਤ ਹੁੰਦੀ ਸੀ ਧੱਕਾ ਪਿੱਛੋਂ ਲਾਉਣ ਦੀ, ਕਿਉਂਕਿ ਇਹ ਹਿੰਮਤ ਨਹੀਂ ਹੈਗੀ ਸੀ ਕਿ ਮੈਂ ਟਰਾਈਸਾਈਕਲ ਗੇੜ ਕੇ ਕਿੱਧਰੇ ਜਾ ਸਕਾਂ। ਇੱਕ ਦਿਨ ਮੈਂ ਨਾ ਬਾਜ਼ਾਰ 'ਚ ਗਿਆ ਅਤੇ ਰਿਕਸ਼ੇ ਵਾਲਾ ਅੱਗੇ ਜਾ ਰਿਹਾ ਸੀਗਾ, ਤਾਂ ਉਹ ਵਿੱਚ ਮਾਰਨ ਲੱਗਿਆ ਅਤੇ ਉਹਨੇ ਨਾ ਮਤਲਬ ਉਹਨੂੰ ਹੱਟ ਮਰ ਜਾਣਾ ਨਾ ਹੋਵੇ, ਤਾਂ ਮਤਲਬ ਜਿਵੇਂ ਆਪਾਂ ਕੁੜੀਆਂ ਨਹੀਂ ਕਰਦੀਆਂ ਹੁੰਦੀਆਂ, ਅਤੇ ਵੀ ਉਹਨੇ ਉੱਦਾਂ ਕਿਹਾ। ਤਾਂ ਮੇਰਾ ਉਦੋਂ ਹੀ ਖੜਾ ਹੋ ਗਿਆ ਦਿਮਾਗ 'ਚ ਵੀ ਕੁਛ ਇਹ ਕੀ ਚੀਜ਼ ਆ, ਵੀ ਇਹ ਕੁਛ ਅੰਦਰ ਕੀੜਾ ਜਿਹੜਾ ਕਹਿੰਦੇ ਉਹਨੇ ਖੁੱਲ ਬੁਲਾ ਗਿਆ, ਕੀੜਾ ਖੜਾ ਹੋ ਗਿਆ ਮੇਰੇ ਦਿਮਾਗ 'ਚ। ਫਿਰ ਮੈਂ ਦੇਖਿਆ ਵੀ ਉਹਦਾ ਤਾਂ ਸਾਰਾ ਕੁਛ ਹੀ ਕੁੜੀਆਂ ਵਾਂਗੂ ਸੀਗਾ। ਉਹ ਮਹਿੰਦੀ ਲਾਉਣੀ, ਇੱਥੇ ਵਾਲਾਂ ਦੀਆਂ ਜ਼ੁਲਫਾਂ ਬਣਾਈਆਂ ਹੁੰਦੀਆਂ ਸੀਗੀਆਂ ਉਹਨੇ। ਅਤੇ ਫਿਰ ਇੱਕ ਦਿਨ ਭਾਬੀ ਮੇਰੀ ਦੇ ਉਹ ਕੋਕਾ ਫਸ ਗਿਆ ਨੱਕ ਵਿੱਚ, ਅਤੇ ਉਹ ਕਹਿੰਦਾ ਲੈ ਇਹ ਤਾਂ ਮੈਂ ਮਿੰਟ 'ਚ ਕੱਢ ਦੂੰਗਾ। ਅਤੇ ਉਹਨੇ ਧਾਗਾ ਲਿਆ ਅਤੇ ਕੋਲੀ ਜਿਹੜੀ ਹੈਗੀ ਸੀ ਉਹ ਫਟਾਫਟ ਉਹਨੇ ਬਾਹਰ ਕੱਢਤੀ। ਤਾਂ ਮੈਂ ਸੋਚਿਆ ਵੀ ਇਹਨੂੰ ਸਾਰਾ ਕੁਛ ਕੁੜੀਆਂ ਵਾਲਾ ਕਿਉਂ ਆਉਂਦਾ ਹੈਗਾ। ਫਿਰ ਉਹਨੇ ਮਹਿੰਦੀ ਲਾਉਣੀ, ਤਾਂ ਬੱਚੇ ਉਹਨੂੰ ਲੈਲਾ ਕਹਿੰਦੇ ਹੁੰਦੇ ਸੀਗੇ ਹੈ ਨਾ। ਤਾਂ ਫਿਰ ਮੈਨੂੰ ਲੱਗਿਆ ਵੀ ਇਹ ਕੁਛ ਅਲੱਗ ਆ। ਪਰ ਉਹਦੇ ਜਿਹੜੇ ਹਾਲਾਤ ਸੀਗੇ ਉਹ ਇੰਨੇ ਕੁ ਉਹਦੇ ਖਿਲਾਫ ਸੀਗੇ ਵੀ ਉਹ ਘਰ ਛੱਡ ਕੇ ਚਲਿਆ ਗਿਆ। ਤਾਂ ਮੈਨੂੰ ਮਿਲਿਆ, ਉਸ ਤੋਂ ਬਾਅਦ ਆਇਆ ਵੀ, ਤਾਂ ਉਹਨੇ ਬੜੇ ਹਿੱਪੀ ਟਾਈਪ ਕੱਪੜੇ ਪਾਏ ਹੋਏ, ਤਾਂ ਚੁੰਗੀ 'ਤੇ ਮੈਂ ਆ ਰਹੀ ਹਾਂ, ਮੈਨੂੰ ਉਹਨੇ ਖੜਾਇਆ, ਦੀਦੀ ਗੱਲ ਸੁਣਿਓ। ਤਾਂ ਜਦੋਂ ਮੈਂ ਉਹਦੀ ਗੱਲ ਸੁਣ ਰਹੀ ਸੀ, ਮੈਂ ਉਹਨੂੰ ਜਾਣਨਾ ਚਾਹੁੰਦੀ ਸੀਗੀ ਵੀ ਤੂੰ ਇੱਦਾਂ ਕਿਉਂ ਆ। ਜਦੋਂ ਮੈਂ ਖੜੀ ਸੀਗੀ ਅਤੇ ਆਸੇ ਪਾਸੇ ਦੇ ਲੋਕ ਬੜੀ ਹੈਰਾਨੀ ਨਾਲ ਦੇਖਣ ਲੱਗ ਗਏ ਅਤੇ ਮੈਨੂੰ ਨਜ਼ਰਾਂ ਚੁੱਭਣ ਲੱਗ ਗਈਆਂ ਵੀ ਇਹ ਕੀ ਚੀਜ਼ ਆ ਹੈ ਨਾ। ਉਹ ਸ਼ਾਇਦ ਮੈਨੂੰ ਕੁਛ ਕਹਿਣਾ ਚਾਹੁੰਦਾ ਸੀ, ਪਰ ਮੈਂ ਉਹਦੀ ਗੱਲ ਸੁਣੀ ਨਹੀਂ। ਮੈਂ ਉਹ ਲੋਕਾਂ ਦੀਆਂ ਨਜ਼ਰਾਂ ਤੋਂ ਡਰ ਕੇ ਭੱਜ ਗਈ। ਯਾਨੀ ਕਿ ਮੈਂ ਉਹਨੂੰ ਕਿਹਾ ਵੀ ਮੈਂ ਬੇਟੇ ਤੇਰੇ ਨਾਲ ਬਾਅਦ 'ਚ ਗੱਲ ਕਰਦੀ ਹਾਂ ਅਤੇ ਤੂੰ ਘਰ ਆ ਜੀ ਹੈ ਨਾ। ਮੈਨੂੰ ਇਹ ਗੱਲ ਕਹਿ ਕੇ ਚਲੀ ਗਈ। ਬਟ ਉਸ ਤੋਂ ਬਾਅਦ ਉਹ ਨਹੀਂ ਮਿਲਿਆ, ਮੈਨੂੰ ਅੱਜ ਤੱਕ ਵੀ ਨਹੀਂ ਮਿਲਿਆ। ਤਾਂ ਮੇਰੇ ਅੰਦਰ ਨਾ ਇੱਕ ਐਂ ਜੇ ਹੋ ਗਿਆ, ਗਿਲਟੀ ਜਿਹੀ ਫੀਲ ਹੋ ਗਈ ਵੀ ਸ਼ਾਇਦ ਉਹ ਮੈਨੂੰ ਕੁਛ ਕਹਿਣਾ ਚਾਹੁੰਦਾ ਸੀ ਕਿ ਮੇਰੀ ਮਦਦ ਚਾਹੁੰਦਾ ਸੀਗਾ। ਮੈਂ ਕਰ ਨਹੀਂ ਪਾਈ, ਮੈਂ ਖੜ੍ਹ ਨਹੀਂ ਪਾਈ ਉਹਦੇ ਉਸ ਮੌਕੇ ਦੇ ਉੱਤੇ, ਮੈਂ ਖੜ੍ਹ ਨਹੀਂ ਪਾਈ। ਉਹ ਗਿਲਟੀ ਮੇਰੇ ਅੰਦਰ ਪੈਦਾ ਹੋ ਗਈ ਹੈ ਨਾ। ਉਹਦੇ ਲਈ ਫਿਰ ਹੁਣ ਕੋਈ ਤਾਂ ਵਿਧਾ ਲੱਭਣੀ ਸੀਗੀ ਕਿ ਮੈਂ ਉਹ ਸਾਰਾ ਕੁਛ ਜਿਹੜਾ ਹੈਗਾ ਕੱਢਾਂ ਬਾਹਰ, ਜਾਂ ਮੈਂ ਉਹਨੂੰ ਲੱਭਾਂ। ਮੈਂ ਲੱਭਣ ਦੀ ਕੋਸ਼ਿਸ਼ ਵੀ ਕੀਤੀ ਪਰ ਨਹੀਂ ਮਿਲਿਆ ਮੈਨੂੰ, ਉਹ ਹਾਲੇ ਤੱਕ ਵੀ ਨਹੀਂ ਮਿਲਿਆ ਗਾ। ਜੇ ਕਿਤੇ ਕੀ ਪਤਾ ਤੁਹਾਡੀ ਇੰਟਰਵਿਊ ਦੇ ਜ਼ਰੀਏ ਸੁਣ ਲਵੇ ਤਾਂ ਮੈਨੂੰ ਮਿਲ ਜੇ। ਮੈਂ ਉਹਨੂੰ ਬਹੁਤ ਮਿਸ ਕਰਦੀ ਹਾਂ। ਯਾਨੀ ਕਿ
ਇੱਕ ਪਾਸੇ ਤਾਂ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਮੇਰੀ ਵੀ ਇਹ ਭਾਵਨਾ ਹੈ ਕਿ ਅਸੀਂ ਇਹਨਾਂ ਲੋਕਾਂ ਤੋਂ ਡਰਦੇ ਹਾਂ, ਹੈ ਨਾ। ਸਾਨੂੰ ਹੁੰਦਾ ਵੀ ਜੇ ਅਸੀਂ ਕਿਸੇ ਆਮ ਬੰਦੇ ਨਾਲ ਬੈਠ ਕੇ ਗੱਲਬਾਤ ਕਰਾਂਗੇ ਤਾਂ ਉਹ ਕਹਿਣਗੇ ਵੀ ਇਹਨਾਂ ਕੋਲ ਬਹੁਤ ਪੈਸਾ ਹੁੰਦਾ, ਬੜੀ ਐਸ਼ੋ ਆਰਾਮ ਦੀ ਜ਼ਿੰਦਗੀ ਹੁੰਦੀ ਆ, ਗਹਿਣਾ ਗੱਟਾ ਬਹੁਤ ਹੁੰਦਾ। ਪਰ ਜਦੋਂ ਤੁਹਾਡਾ ਨਾਵਲ ਪੜ੍ਹਦੇ ਹਾਂ ਤਾਂ ਇੱਕ ਜਗ੍ਹਾ ਮਤਲਬ ਮੈਂ ਪੜ੍ਹ ਕੇ ਖੁਦ ਹੈਰਾਨ ਰਹਿ ਗਈ ਵੀ ਉਹ ਇੱਕ ਹੌਸਪੀਟਲ ਦੇ ਵਿੱਚ ਜਾਂਦੇ ਆ ਆਪਣੇ ਇਲਾਜ ਲਈ, ਤਾਂ ਉੱਥੇ ਉਹਨਾਂ ਨੂੰ ਨਰਸ ਕਹਿੰਦੀ ਆ ਵੀ ਇੱਥੇ ਤੁਹਾਡੇ ਇਲਾਜ ਨਹੀਂ ਹੁੰਦਾ, ਹੈ ਨਾ। ਤਾਂ ਦੂਜੇ ਪਾਸੇ ਐਵੇਂ ਦੀ ਤਰਾਸਦੀ ਵੀ ਆ। ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਹੁਤ ਨੇੜੇ ਤੋਂ ਦੇਖਿਆ, ਤੁਹਾਡੇ ਹਿਸਾਬ ਨਾਲ ਤੁਹਾਨੂੰ ਇਹਨਾਂ ਦੀ ਜ਼ਿੰਦਗੀ ਦਾ ਕਿਵੇਂ ਦਾ ਅਨੁਭਵ ਹੋਇਆ? ਕਿਉਂਕਿ ਤੁਸੀਂ ਬਹੁਤ ਰਿਸਰਚ ਕਰਕੇ ਨਾਵਲ ਲਿਖਿਆ, ਬਹੁਤ ਸਾਰੀਆਂ ਡਾਕੂਮੈਂਟਰੀਜ਼ ਦੇਖੀਆਂ ਨੇ, ਬਹੁਤ ਸਾਰੀਆਂ ਇੰਗਲਿਸ਼ ਲਿਟਰੇਚਰ ਦੀਆਂ ਕਿਤਾਬਾਂ ਪੜ੍ਹੀਆਂ ਨੇ। ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਕਿ ਹਾਲੇ ਤੱਕ ਪੰਜਾਬੀ ਸਾਹਿਤ ਦੇ ਵਿੱਚ ਇਹਨਾਂ ਲੋਕਾਂ 'ਤੇ ਬਹੁਤ ਘੱਟ ਕੰਮ ਹੋਇਆ। ਤੁਸੀਂ ਬਹੁਤ ਨੇੜੇ ਤੋਂ ਦੇਖਿਆ, ਕਿਵੇਂ ਦਾ ਅਨੁਭਵ ਸੀ ਇਹਨਾਂ ਦੀ ਜ਼ਿੰਦਗੀ ਦਾ? ਪਹਿਲਾਂ ਤਾਂ ਇੱਕ ਜਿਵੇਂ ਉਹੀ ਗੱਲ ਵੀ ਡਰ ਦਾ ਮਾਹੌਲ ਸੀਗਾ, ਪਰ ਉਹ ਇੱਕ ਜਸਟ ਜਿਵੇਂ ਕਹਿੰਦੇ ਨਹੀਂ ਹੁੰਦੇ ਕਿ ਵੀ ਜਾਦੂਈ ਫਿਲਮਾਂ ਦੇ ਵਿੱਚ ਕੋਈ ਵੀ ਹੈਗਾ ਆਪਦੇ ਆਪ ਨੂੰ ਲੁਕਾਉਣ ਵਾਸਤੇ ਇੱਕ ਧੁੰਦ ਜੀ ਖੜੀ ਕਰ ਦਿੰਦਾ ਹੁੰਦਾ, ਐਦਾਂ ਦਾ ਸੀਗਾ ਮੈਨੂੰ ਲੱਗਿਆ। ਜਿਵੇਂ ਕਹਿੰਦਾ ਸੱਪ ਵੀ ਡਰਦਾ ਮਾਰਾ ਪਹਿਲਾਂ ਫੁੰਕਾਰਾ ਮਾਰ ਕੇ ਡਰਾਉਂਦਾ, ਇੱਕ ਕਵਚ ਉਹਦੇ ਕੋਲੇ ਹੈਗਾ, ਹੈ ਨਾ। ਤਾਂ ਐਸੇ ਤਰੀਕੇ ਨਾਲ ਹੀ ਇਹਨਾਂ ਨੇ ਵੀ ਆਪਣੇ ਆਪ ਨੂੰ ਬਚਾਉਣ ਵਾਸਤੇ ਇੱਕ ਮਾਹੌਲ ਜਿਹਾ ਇੱਦਾਂ, ਕਿਸੇ ਨੂੰ ਨੇੜੇ ਵੀ ਨਹੀਂ ਆਉਣ ਦਿੰਦੇ। ਆਉਣ ਵੀ ਕਿਉਂ ਦੇਣ ਜਦ ਉਹਨਾਂ ਨੂੰ ਜਦੋਂ ਜ਼ਰੂਰਤ ਸੀਗੀ ਉਹਦੇ ਘਰਦਿਆਂ ਦੀ, ਸਮਾਜ ਦੀ, ਜਦੋਂ ਉਦੋਂ ਨਹੀਂ ਨੇੜੇ ਆਏ ਤਾਂ ਹੁਣ ਉਹ ਆਉਣ ਵੀ ਕਿਉਂ ਦੇਣ, ਹੈ ਨਾ। ਯਕੀਨ ਘੱਟ ਕਰਦੇ ਆ ਕਿਸੇ 'ਤੇ, ਕਿਉਂਕਿ ਆਪਾਂ ਜੋ ਨਹੀਂ ਕੀਤਾ ਉਹਨਾਂ 'ਤੇ ਯਕੀਨ, ਆਪਾਂ ਵੀ ਤਾਂ ਸੁਸਾਇਟੀ ਦਾ ਹਿੱਸਾ ਹੀ ਆ, ਆਪਾਂ ਨਹੀਂ ਕੀਤਾ ਤਾਂ ਉਹ ਕਿਉਂ ਆਉਣ। ਉਹ ਇੱਕ ਵੀ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਵੀ ਮਨੁੱਖੀ ਸੁਭਾਅ ਹੈਗਾ, ਅਤੇ ਮਨੁੱਖੀ ਸੁਭਾਅ ਦੇ ਵਿੱਚ ਸਿਰਫ ਔਰਤ ਅਤੇ ਮਰਦ ਦੋਨੇ ਤਾਂ ਮਨੁੱਖੀ ਨਹੀਂ ਹੋ ਸਕਦੇ ਨਾ। ਉਹਦੇ ਵਿੱਚ ਇਹ ਤੀਸਰੀ ਧਿਰ ਹੈਗੀ ਆ, ਇਹਦਾ ਵੀ ਇੱਕ ਸੁਭਾਅ ਹੁੰਦਾ, ਇਹਦੇ ਵੀ ਹਾਲਾਤ ਦੇ ਮੁਤਾਬਕ ਸੁਭਾਅ ਬਣਨਾ ਹੁੰਦਾ ਹੈਗਾ, ਅਤੇ ਉਹਨਾਂ ਦੇ ਹਾਲਾਤਾਂ ਦੇ ਮੁਤਾਬਕ ਹੀ ਉਹਨਾਂ ਦਾ ਉਹ ਸੁਭਾਅ ਬਣਿਆ ਹੁੰਦਾ। ਪਹਿਲਾਂ ਕਿਉਂਕਿ ਮੈਨੂੰ ਇਸ ਕਰਕੇ ਇਹਨਾਂ ਦੇ ਡੇਰਿਆਂ ਵਿੱਚ ਜਾਣਾ ਆਸਾਨ ਰਿਹਾ, ਕਿਉਂਕਿ ਮੇਰੇ ਨਾਲ ਇੱਕ ਬਹੁਤ ਸੁਹਿਰਦ ਮੇਰੇ ਦੋਸਤ ਵਿਜੇ ਸਿਡਾਨਾ, ਉਹ ਮੇਰੇ ਨਾਲ ਸੀਗੇ। ਉਹ ਕਿਉਂਕਿ ਉਹਨਾਂ ਦੇ ਮਤਲਬ ਉਹਨਾਂ ਨੂੰ ਜਾਣਦੇ ਸੀਗੇ ਨੇੜੇ ਤੋਂ, ਅਤੇ ਉਹ ਹੁਣ ਮੇਰੇ ਨਾਲ ਹੋਣ ਕਰਕੇ ਵੀ ਮੈਨੂੰ ਐ ਤਾਂ ਵੀ ਸਪੋਰਟ ਜਦੋਂ ਬੰਦੇ ਨੂੰ ਹੋ ਜਾਵੇ ਤਾਂ ਆਪਾਂ ਕਹਿ ਦਿੰਦੇ ਹੁੰਦੇ ਹਾਂ ਵੀ ਬਹੁਤ ਕੁਛ ਕਰ ਸਕਦੇ ਹੈਗੇ ਆ। ਮੈਨੂੰ ਉਹਨਾਂ ਨੂੰ ਮਿਲਣਾ ਤਾਂ ਔਖਾ ਨਹੀਂ ਲੱਗਿਆ ਗਾ, ਪਰ ਜਦੋਂ ਮੈਂ ਇਹਨਾਂ ਦੇ ਘਰ ਜਾ ਕੇ ਮਾਹੌਲ ਦੇਖਿਆ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਦੋ ਤਰ੍ਹਾਂ ਦਾ ਮਾਹੌਲ ਹੁੰਦਾ ਸੀਗਾ। ਵੀ ਇੱਕ ਤਾਂ ਉਹ ਹੁੰਦਾ ਸੀ ਜਿਹੜਾ ਲੋਕਾਂ ਨੂੰ ਦਿਖਾਉਂਦੇ ਹੁੰਦੇ ਸੀਗੇ ਵੀ ਉਹ ਇੱਦਾਂ ਵੀ ਅਸੀਂ ਐਂ ਗੱਲ ਕਰਦੇ ਹਾਂ, ਇਹ ਆ ਉਹ ਆ, ਪਰ ਜਦੋਂ ਉਹ ਅੰਦਰ ਹੁੰਦੇ ਸੀਗੇ ਆਪਣੇ, ਹੈ ਨਾ, ਉਹ ਬੜੇ ਸੌਫਟ ਹੁੰਦੇ ਸੀਗੇ। ਇੱਕ ਮੇਰੇ ਪਿੰਡ 'ਚ ਕਿਰਨ ਹੈਗੇ ਆ, ਅਤੇ ਉਹ ਦੇਖੋ ਤੁਸੀਂ, ਉਹ ਇੱਕ ਮਦਰ ਫਿਗਰ ਵਾਂਗ ਆ ਜਦੋਂ ਉਹਨਾਂ ਨੂੰ ਤੁਸੀਂ ਮਿਲਦੇ ਹੋ, ਹੈ ਨਾ। ਹਾਂਜੀ, ਹੁਣ ਤਾਂ ਕਰੋਨਾ ਆ ਗਿਆ, ਹੁਣ ਤਾਂ ਦੂਰ ਹੀ ਸਮਝ ਲਓ ਫਤਿਹ ਬੁਲਵਾਉਣੇ ਆ, ਅਤੇ ਵੀ ਜਦੋਂ ਉਹਨਾਂ ਨੂੰ ਤੁਸੀਂ ਮਿਲਦੇ ਹੋ, ਜੱਫੀ ਪਾ ਕੇ ਮਿਲਦੇ ਹੋ, ਤਾਂ ਇੱਕ ਮਾਂ ਵਰਗਾ ਅਹਿਸਾਸ ਸੀਗਾ ਉਹਨਾਂ ਵਿੱਚ। ਜਦੋਂ ਕਿਤੇ ਮੇਰੇ ਸਿਰ 'ਤੇ ਹੱਥ ਧਰਦੇ ਸੀ ਨਾ, ਮੈਨੂੰ ਐਂ ਲੱਗਦਾ ਸੀ ਵੀ ਮੰਮਾ ਨੇ ਹੱਥ ਧਰਤਾ ਹੁੰਦਾ। ਵੀ ਉਹ ਫੀਲਿੰਗਸ ਐਵੇਂ ਤਾਂ ਆ ਨਹੀਂ ਸਕਦੀਆਂ, ਵੀ ਅਗਰ ਅੰਦਰ ਉਹ ਚੀਜ਼ਾਂ ਹੈਗੀਆਂ ਬੰਦੇ ਦੇ, ਉਹ ਤਾਂ ਹੀ ਆਉਂਦੀਆਂ ਨਾ। ਅਤੇ ਮਾਹੌਲ ਤਾਂ ਡਰਦਾ ਹੁੰਦਾ ਸੀ ਵੀ ਹੁਣ ਕਹਿੰਦੇ ਨਹੀਂ ਹੁੰਦੇ ਵੀ ਜਿਵੇਂ ਹੁਣ ਆਪਾਂ ਘਰੇ ਆ, ਮੰਨ ਲਓ ਜੇ ਘਰ ਦੇ ਵਿੱਚ ਕੋਈ ਕੁੜੀਆਂ ਨਾ ਹੋਣ, ਮੰਨ ਲਓ ਸਾਰੇ ਮੁੰਡੇ ਹੀ ਹੋਣ, ਅਤੇ ਉਹ ਕਿਵੇਂ ਨਿੱਕਰ ਬਣਿਆ ਪਾ ਕੇ ਤੁਰੇ ਫਿਰਦੇ ਰਹਿੰਦੇ, ਵੀ ਉਹਨਾਂ ਨੂੰ ਐਂ ਨਹੀਂ ਹੁੰਦਾ ਗਾ ਵੀ ਕੋਈ ਕੀ ਕਹੂਗਾ, ਵੀ ਉੱਦਾਂ ਉਹਨਾਂ ਨੇ ਰਹਿਣਾ ਹੀ ਹੁੰਦਾ ਹੈਗਾ, ਵੀ ਕਿਸ ਤਰ੍ਹਾਂ ਜਿੱਦਾਂ ਵੀ ਉਹਨਾਂ ਦਾ ਮਾਹੌਲ ਖੁੱਲ੍ਹਾ ਹੁੰਦਾ, ਹੈ ਨਾ। ਪਰ ਮੈਨੂੰ ਐਂ ਲੱਗਿਆ ਵੀ ਇਹ ਸਾਰਾ ਕੁਛ ਇਹਨਾਂ ਦੀ ਜ਼ਿੰਦਗੀ ਆ, ਇਹਨਾਂ ਨੂੰ ਜੋ ਸਮਾਜ ਨੇ ਸੀਮਤ ਸਾਧਨ ਦਿੱਤੇ, ਇਹਨਾਂ ਨੇ ਉਹਨਾਂ ਸਾਧਨਾਂ ਦੇ ਮੁਤਾਬਕ ਜਿਉਣਾ, ਕਿਉਂਕਿ ਮੈਂ ਖੁਦ ਜਿਉਂ ਉਹਨਾਂ ਸੀਮਤ ਸਾਧਨਾਂ ਵਿੱਚ ਜਿਉਈ ਸੀਗੀ, ਹੈ ਨਾ। ਮੈਨੂੰ ਐਂ ਨਹੀਂ ਲੱਗਿਆ ਗਾ ਵੀ ਇਹ ਬਹੁਤ ਜ਼ਿਆਦਾ ਡਰਾਵਨੇ ਆ ਜਾਂ ਕਿੱਦਾਂ ਹੈਗੇ ਆ, ਵੀ ਉਹ ਧੁੰਦ ਜਿਹੜੀ ਸੀਗੀ ਪਹਿਲਾਂ ਹੀ ਸੀਗੀ ਉਹ। ਪਰ ਜਦੋਂ ਵਿਜੇ ਮੇਰੇ ਨਾਲ ਆ ਗਏ ਤਾਂ ਉਹ ਜਿਹੜੀ ਧੁੰਦ ਸੀਗੀ, ਉਹ ਕਹਿੰਦੇ ਨਹੀਂ ਹੁੰਦੇ ਵੀ ਇੱਕ ਜਾਦੂ ਦਾ ਡੰਡਾ ਲਿਆ ਕੇ ਉਹਨਾਂ ਨੇ ਛਿਤਾ ਦਿੱਤੀ ਧੁੰਦ ਉਹ, ਅਤੇ ਉਸ ਤੋਂ ਬਾਅਦ ਮੇਰੇ ਲਈ ਆਸਾਨ ਹੋ ਗਿਆ ਗੱਲਾਂ ਕਰਨੀਆਂ ਇਹਨਾਂ ਨਾਲ। ਫਿਰ ਸਿਮਰਨ ਪ੍ਰੀਤ ਆ ਜਿਹੜੀ, ਉਹ ਮੇਰੀ ਦੋਸਤ ਬਣੀ ਹੈਗੀ ਆ, ਹੈ ਨਾ, ਉਹਦੇ ਕਰਕੇ ਤਾਂ ਮੈਨੂੰ ਬਹੁਤ ਜ਼ਿਆਦਾ ਆਸਾਨ ਹੋ ਗਿਆ। ਫਿਰ ਤਾਂ ਪਹਿਲਾਂ ਜਦੋਂ ਹਾਲੇ ਸਾਰਾ ਕੁਛ ਨਹੀਂ ਸੀਗਾ, ਹਾਲਾਂਕਿ ਮੇਰੇ ਪਿੰਡ ਵਿੱਚ ਵੀ ਸੀਗੇ ਉਹ, ਅਤੇ ਮੈਂ ਸੁਨੇਹਾ ਦਿੱਤਾ ਵੀ ਮੈਂ ਮਿਲਣਾ ਚਾਹੁੰਦੀ ਹਾਂ, ਅਤੇ ਉਹਨੂੰ ਵੀ ਐਂ ਹੋ ਗਿਆ ਵੀ ਮੈਡਮ ਮੈਨੂੰ ਕਿਉਂ ਮਿਲਣਾ ਚਾਹੁੰਦੀ ਆ, ਹੈ ਨਾ। ਇੱਕ ਡਰ ਹੁੰਦਾ, ਅਤੇ ਮੇਰੇ ਸਟਾਫ ਨੇ ਵੀ ਮੈਨੂੰ ਕਿਹਾ ਤਾਂ ਵੀ ਲੈ ਉਹ ਛਣ ਕਰਦੇ ਆਉਣਗੇ, ਤੈਨੂੰ ਅਜੀਬ ਨਾ ਲੱਗੂਗਾ, ਸਾਰਾ ਸਟਾਫ ਤੇਰੇ ਵੱਲ ਦੇਖੂਗਾ, ਬੱਚੇ ਤੇਰੇ ਵੱਲ ਦੇਖਣਗੇ। ਤਾਂ ਮੈਨੂੰ ਐਂ ਲੱਗਿਆ, ਮੈਂ ਕਿਹਾ ਯਾਰ ਹੋ ਸਕਦਾ ਉਵੇਂ ਆਉਣਗੇ, ਪਰ
ਜਦੋਂ ਉਹ ਆਈ ਹੈ ਨਾ ਤੇ ਉਦੋਂ ਮੇਰੇ ਇੱਕ ਫਰੈਂਡ ਸੀਗੀ, ਉਹ ਕਹਿੰਦੇ ਨਾ ਵੀ ਇਹ ਤਾਂ ਪੰਗਲਿਆਂ ਨੂੰ ਹਟਦੀ ਨਹੀਂ, ਵੀ ਹੁਣ ਵੇਖਾਂਗੇ ਵੀ ਕਿਤੇ ਇਹਨੂੰ ਕੋਈ ਪ੍ਰੋਬਲਮ ਨਾ ਹੋ ਜੇ ਹੈ ਨਾ। ਤੇ ਜਦੋਂ ਉਹ ਆਏ ਮੈਨੂੰ ਮਿਲਣ ਆਏ ਤਾਂ ਮੇਰੇ ਕੋਲ ਆ ਕੇ ਬੈਠੇ ਤਾਂ ਬਿਲਕੁਲ ਸਿੰਪਲ ਉਹਨਾਂ ਨੇ ਕੱਪੜੇ ਪਾਏ ਹੋਏ, ਲੇਡੀਜ਼ ਵਾਲੇ ਕੱਪੜੇ ਪਾਏ ਹੋਏ ਹੈ ਨਾ। ਹਾਂਜੀ। ਬਿਲਕੁਲ ਆ ਕੇ ਮੇਰੇ ਕੋਲੇ ਬੈਠ ਕੇ ਕੋਈ ਛਨ ਛਨ ਨਹੀਂ ਕਰਦੇ ਸੀ, ਕੋਈ ਕੁਛ ਨਹੀਂ ਕਰਦੇ ਹੈਗੇ ਸੀਗੇ ਹੈ ਨਾ। ਐਵੇਂ ਮਤਲਬ ਮਾਹੌਲ ਬਣਾਇਆ ਹੋਇਆ ਸੀਗਾ ਤੇ ਬੈਠੇ ਚਾਹ ਪੀਤੀ, ਅਸੀਂ ਗੱਲਾਂ ਕੀਤੀਆਂ ਵਧੀਆ। ਤੇ ਉਹ ਨਾ ਗੇੜੇ ਕੱਢਦੀ ਫਿਰੇ ਵੀ ਇਹਨੂੰ ਕੋਈ ਪ੍ਰੋਬਲਮ ਨਾ ਜੇ, ਇਹਨੂੰ ਕੁਛ ਕਵੇ ਨਾ ਹੈ ਨਾ, ਵੀ ਇੰਨਾ ਡਰ ਮਾਹੌਲ 'ਚ। ਤੇ ਬਾਅਦ ਵਿੱਚ ਉਹ ਜਿਹੜੀ ਮਤਲਬ ਮੇਰੀ ਟੀਚਰ ਸੀਗੀ, ਉਹਨਾਂ ਨਾਲ ਗੱਲ ਵੀ ਕਰ ਲੈਂਦੀ ਹੁੰਦੀ ਸੀਗੀ। ਪਹਿਲਾਂ ਉਹ ਮੇਰੀ ਰੱਖਿਆ ਕਰਦੀ ਸੀਗੀ ਵੀ ਪਤਾ ਨਹੀਂ ਇਹਨੂੰ ਕੁਛ ਚੱਕ ਹੀ ਨਾ ਲੈ ਜਾਣ ਕਿਧਰੇ। ਮੈਨੂੰ ਵੀ ਇੱਦਾਂ ਹੋਇਆ ਵੀ ਯਾਰ ਇਹ ਤਾਂ ਆਮ ਹੀ ਆ ਬੰਦਾ, ਮਤਲਬ ਮੈਨੂੰ ਲੱਗਿਆ ਹੀ ਨਹੀਂਗਾ ਵੀ ਇਹ ਕੁਛ ਮੈਂ ਕਿਸੇ ਹੋਰ ਨਾਲ ਬੈਠ ਕੇ ਗੱਲ ਕਰਦੀ, ਜਿਵੇਂ ਮੈਂ ਦੂਸਰੇ ਟੀਚਰਸ ਨਾਲ ਬੈਠ ਕੇ ਗੱਲ ਕਰ ਲਈ ਉਵੇਂ ਇਹਦੇ ਨਾਲ ਗੱਲ ਕਰ ਲਈ। ਪਰ ਇਹ ਜ਼ਰੂਰ ਸੀਗਾ ਵੀ ਉਹਦੇ ਮੁਤਾਬਕ ਉਹ ਕੁਛ ਥੋੜ੍ਹਾ ਨਸ਼ੇ ਦੇ ਵਿੱਚ ਸੀਗੇ। ਪਰ ਇੱਕ ਹੈਰਾਨੀ ਦੀ ਗੱਲ ਆ ਵੀ ਉਸ ਚਾਹੇ ਉਹ ਬੰਦਾ ਨਸ਼ੇ 'ਚ ਸੀਗਾ ਪਰ ਫਿਰ ਵੀ ਉਹ ਇੰਨੇ ਰਿਸਪੈਕਟ ਨਾਲ ਬੋਲ ਰਿਹਾ ਸੀਗਾ, ਇੱਕ ਇੱਕ ਲਫ਼ਜ਼ ਜਿਹੜਾ ਸੀਗਾ ਉਹ ਇੰਨਾ ਤੋਲ ਮਿਣ ਕੇ ਬੋਲ ਰਿਹਾ ਸੀਗਾ ਵੀ ਮੈਨੂੰ ਲੱਗਿਆ ਵੀ ਯਾਰ ਇਦੋਂ ਵਧੀਆ ਬੰਦਾ ਕੌਣ ਹੋ ਸਕਦਾ ਹੈਗਾ ਜਦ ਮੈਂ ਮਿਲੀ ਉਹਨਾਂ ਨੂੰ ਹੈ ਨਾ। ਤਾਂ ਐਸੇ ਤਰੀਕੇ ਨਾਲ ਹੀ ਫਿਰ ਮੈਂ ਸਾਰਿਆਂ ਨਾਲ ਗੱਲਾਂ ਬਾਤਾਂ ਕਰਦੀ ਰਹੀ ਹੈਗੀ ਹਾਂ, ਜਿੱਥੇ ਵੀ ਗਈ ਹੈਗੀ ਹਾਂ ਮੈਨੂੰ ਇਹ ਨਹੀਂ ਲੱਗਿਆ ਗਾ ਵੀ ਇਹ ਭਾਈ ਕੁਛ ਮੈਨੂੰ ਮਾਰਨਗੇ ਜਾਂ ਮੈਨੂੰ ਕੋਈ ਨੁਕਸਾਨ ਪਹੁੰਚਾਉਣਗੇ। ਵੀ ਉਹ ਡਰ ਨਹੀਂ ਸੀ ਜਿਹੜਾ ਆਪਾਂ ਅਕਸਰ ਹੈ ਨਾ ਦੂਰ ਰਹਿੰਦੇ। ਆਪਣੇ ਅੰਦਰ ਡਰ ਹੈ ਨਾ ਵੀ ਉਹ ਇਦਾਂ ਦੇ ਹੋਣਗੇ ਤੇ ਡਰ ਉਹਨਾਂ ਦੇ ਅੰਦਰ ਵੀ ਹੈ, ਪਤਾ ਨਹੀਂ ਕੀ ਕਰ ਦੇਣਗੇ। ਉਹਨਾਂ ਨੂੰ ਐਂ ਲੱਗਦਾ ਵੀ ਪਤਾ ਨਹੀਂ ਸਾਡੇ ਬਾਰੇ ਕੀ ਲਿਖ ਦੇਣਗੇ, ਕੀ ਬੋਲ ਦੇਣਗੇ। ਤਾਂ ਜਦੋਂ ਮੈਂ ਇੱਥੇ ਮੁਕਤਸਰ ਗਈ ਤੇ ਜੇ ਮੇਰੇ ਨਾਲ ਸੀ ਤੇ ਉਹ ਮਤਲਬ ਇੱਕ ਨਾ ਮਤਲਬ ਉਹ ਕਿਸੇ ਖੁਸਰੇ ਨੇ ਇੱਕ ਆਮ ਨੋਰਮਲ ਮੁੰਡੇ ਨੂੰ ਆਪਣਾ ਪੁੱਤ ਬਣਾਇਆ ਹੋਇਆ ਸੀ। ਤਾਂ ਉਹ ਕਹਿੰਦੇ ਵੀ ਮੈਂ ਹੁਣ ਕੀ ਕਰਾਂ ਮਾਂ, ਮੈਂ ਤੇਰੇ ਹੁਣ ਮੈਂ ਮੁੰਡਾ ਤੇਰਾ, ਮੈਂ ਨੋਰਮਲ ਆ ਤੇ ਵੀ ਮੈਂ ਕਰੂੰਗਾ ਕੀ। ਕਹਿੰਦਾ ਮੈਂ ਤਾਂ ਹੁਣ ਤੇਰੇ ਨਾਲ ਢੋਲਕੀ ਵਜਾਉਂਦਾ ਰਿਹਾ। ਤਾਂ ਉਹਨੇ ਇੱਕ ਲਿਖਤੀ ਦਸਤਾਵੇਜ਼ ਜਾਨੀ ਸੰਧ ਕੀਤੀ ਕਿ ਇਹ ਚਾਹੇ ਇੱਕ ਨਾਰਮਲ ਬੰਦਾ ਪਰ ਇਹ ਆਪਣੇ ਚੇਲੇ ਰੱਖ ਸਕੂਗਾ। ਯਾਨੀ ਕਿ ਉਹ ਇੱਕ ਨੋਰਮਲ ਬੰਦਾ ਬਟ ਉਹਦੇ ਕੋਲ ਚੇਲੇ ਰੱਖੇ ਹੋਏ ਆ, ਔਰ ਚੇਲੇ ਆ ਜਿਹੜੇ ਉਹਦੇ ਉਹ ਕਿੰਨਰ ਆ ਹੈ ਨਾ। ਤਾਂ ਉਹਦਾ ਘਰ ਅਲੱਗ ਸੀਗਾ ਤੇ ਉਹ ਜਿਹੜੇ ਉਹਦੇ ਚੇਲੇ ਸੀ ਉਹਨਾਂ ਦਾ ਘਰ ਅਲੱਗ ਸੀਗਾ। ਹੁਣ ਉਸ ਬੰਦੇ ਨੂੰ ਅਸੀਂ ਤਾਂ ਉਹ ਜਿਹੜਾ ਗੁਰੂ ਸੀਗਾ ਉਹਨਾਂ ਦਾ ਉਹਨੂੰ ਮਿਲਣਾ ਸੀਗਾ ਹੈ ਨਾ। ਉਹਨੂੰ ਤਾਂ ਕਹਿਤਾ ਵੀ ਤੁਸੀਂ ਮਿਲ ਲਓ ਜਾ ਕੇ। ਪਰ ਮੈਨੂੰ ਪਤਾ ਵੀ ਜਦੋਂ ਮੈਂ ਉਹਨਾਂ ਦੇ ਡੇਰੇ ਵਿੱਚ ਗਈ ਤਾਂ ਉਹਦਾ ਘਰ ਬੜਾ ਸੋਹਣਾ ਤੇ ਡੇਰਾ ਜਿਹੜਾ ਜਿੱਥੇ ਉਹ ਰਹਿ ਰਹੇ ਸੀ ਉਹਦਾ ਘਰ ਜ਼ਮੀਨ ਅਸਮਾਨ ਦਾ ਫਰਕ ਹੈ ਨਾ। ਅੱਛਾ ਜੀ। ਤਾਂ ਪਰ ਉਹਨਾਂ ਵਿੱਚ ਇੱਕ ਡਰ ਹੈ ਨਾ। ਮੈਨੂੰ ਕਹਿੰਦੇ ਤੁਸੀਂ ਕੁਛ ਸਾਡੇ ਖਿਲਾਫ ਤਾਂ ਨਹੀਂ ਲਿਖਦੇ? ਮੈਂ ਕਿਹਾ ਬਿਲਕੁਲ ਵੀ ਨਹੀਂ। ਮੈਂ ਕਿਹਾ ਪਤਾ ਨਹੀਂ ਕੁਛ ਪੁੱਛਦੇ ਨਹੀਂ, ਮੈਂ ਤੇਰੇ ਨਾਲ ਗੱਲਾਂ ਕਰਨ ਆਈ ਹੈਗੀ ਹੈ ਨਾ। ਫਿਰ ਮੈਂ ਪਹਿਲੇ ਦਿਨ ਤਾਂ ਅਸੀਂ ਵੈਸੇ ਹੀ ਮੁੜਿਆ ਸੀ, ਉਹਨਾਂ ਨਾਲ ਚਾਹ ਪੀਤੀ, ਗੱਲਾਂ ਕੀਤੀਆਂ। ਮੈਨੂੰ ਵਿਜੇ ਕਹਿੰਦੇ ਵੀ ਸ਼ਗਨ ਦੇ ਦੀ ਇਹਨੂੰ ਹੈ ਨਾ। ਮੈਂ ਸ਼ਗਨ ਦੇ ਕੇ ਤੇ ਆ ਗਈ। ਪਹਿਲੇ ਦਿਨ ਤਾਂ ਅਸੀਂ ਐਂ ਗਏ ਸੀਗੇ ਵੀ ਉਹਨੂੰ ਐ ਨਾ ਲੱਗੇ ਵੀ ਇਹ ਸਾਡੇ ਤੋਂ ਪਤਾ ਨਹੀਂ ਕੀ ਪੁੱਛਦੇ ਹੈਗੇ ਆ। ਮਤਲਬ ਪਹਿਲਾ ਮਾਹੌਲ ਜੇ ਸਾਡੇ ਅੰਦਰ ਡਰ ਆ ਤਾਂ ਡਰ ਉਹਨਾਂ ਦੇ ਅੰਦਰ ਵੀ ਸੀਗਾ, ਪਰ ਉਹਨਾਂ ਦੇ ਅੰਦਰਲਾ ਡਰ ਆਪਾਂ ਨੂੰ ਪਤਾ ਨਹੀਂ ਲੱਗਦਾ ਸੀਗਾ। ਉਹਨਾਂ ਦੇ ਅੰਦਰਲਾ ਡਰ ਉਦੋਂ ਪਤਾ ਲੱਗਿਆ ਜਦੋਂ ਮੈਂ ਉਹਨਾਂ ਦੇ ਚਿਹਰੇ 'ਤੇ ਦੇਖਿਆ। ਤੇ ਹੁਣ ਉਹ ਮਤਲਬ ਚੱਕਰ ਹੀ ਹੋਈ ਨਹੀਂ ਹੈਗਾ। ਹੁਣ ਇੰਨੇ ਵਧੀਆ ਤਰੀਕੇ ਨਾਲ ਗੱਲ ਕਰਦੇ ਆ ਹੈ ਨਾ। ਹੌਲੀ ਹੌਲੀ ਉਹਦੇ ਨਾਲ ਦੋਸਤੀ ਪਈ ਮੇਰੀ, ਫਿਰ ਹੈ ਨਾ ਗੱਲਾਂ ਬਾਤਾਂ ਕੀਤੀਆਂ। ਫਿਰ ਮੈਨੂੰ ਹੌਲੀ ਹੌਲੀ ਸਾਰਾ ਕੁਛ ਇੱਕਦਮ ਨਹੀਂ ਹੋ ਗਿਆ ਜਿਵੇਂ ਵੀ ਉਹਨੂੰ ਨਾਵਲ ਇੱਕਦਮ ਨਹੀਂ ਆ ਗਿਆ ਇਹ ਵੀ ਉਹਨਾਂ ਨੂੰ ਮਿਲੀ ਆ ਮੈਂ। ਫਿਰ ਇਹਨਾਂ ਦੇ ਕਿੰਨੇ ਸਾਰੇ ਘਰਾਣੇ ਹੁੰਦੇ ਆ, 7 ਘਰਾਣੇ ਹੁੰਦੇ ਆ ਹੈ ਨਾ। ਸਾਰਿਆਂ ਦੇ ਰੀਤੀ ਰਿਵਾਜ ਵੱਖਰੇ ਹੈਗੇ ਆ। ਉਹਨਾਂ ਦਾ ਮਤਲਬ ਆਸੇ ਪਾਸੇ ਦਾ ਜਿਹੜਾ ਮਾਹੌਲ ਹੈਗਾ ਉਹ ਵੱਖਰਾ ਹੈਗਾ। ਦੰਡ ਵਿਧਾਨ ਜਿਹੜਾ ਇਹਨਾਂ 'ਚ ਬਹੁਤ ਸਖਤ ਕਿਸਮ ਦਾ ਹੈਗਾ ਉਹ ਵੱਖਰਾ ਹੈਗਾ। ਅੱਛਾ ਜੀ। ਫਿਰ ਇੱਕ ਹਰ ਘਰਾਣੇ ਦੇ ਲੋਕਾਂ ਨੂੰ ਮੈਂ ਮਿਲੀ ਹਾਂ। ਫਿਰ ਇਹਨਾਂ ਦਾ ਇੰਦਰਗੜ੍ਹ ਝਿੜੀ, ਜਿਹਨੂੰ ਇੰਦਗੜ੍ਹ ਝਿੜੀ ਵੀ ਬੋਲਦੇ ਹੈਗੇ ਆ, ਇਹ ਉੱਥੇ ਅਕਸਰ ਜਾਂਦੇ ਆ। ਉੱਥੇ 11ਵੀਂ 'ਤੇ ਵੀ ਜਾਂਦੇ ਹੈਗੇ ਆ। ਅਤੇ ਸਾਲ ਦੇ ਵਿੱਚ 2 ਇਹ ਉਹਨਾਂ ਦੇ ਵੱਡੇ ਭੰਡਾਰੇ ਹੁੰਦੇ ਹੈਗੇ ਆ। ਉੱਥੇ ਵੀ ਮਤਲਬ 1 ਜੁਲਾਈ 'ਚ ਹੁੰਦਾ, 1 ਜਨਵਰੀ 'ਚ ਹੁੰਦਾ ਇਹਨਾਂ ਦਾ ਵੱਡਾ ਭੰਡਾਰਾ। ਸ਼ਾਇਦ ਇੱਕ ਮਾਘ ਕਹਿੰਦੇ ਹੁੰਦੇ ਆ ਉਹਨੂੰ, ਅਤੇ ਇੱਕ ਹਾੜ ਦਾ ਹੈ ਨਾ। ਇੱਕ ਮਤਲਬ 20 ਹਾੜ ਦਾ ਅਤੇ 25 ਮਾਘ ਦਾ ਕੁਛ ਇੱਦਾਂ ਦਾ ਇਹਨਾਂ ਦਾ ਵੱਡਾ ਭੰਡਾਰਾ ਹੁੰਦਾ। ਉੱਥੇ ਇਹਨਾਂ ਦੀ ਹਾਜ਼ਰੀ ਲੱਗਣੀ ਹੁੰਦੀ ਆ। ਫਿਰ ਮੈਂ ਆਪਣੇ ਸਾਰੀ ਫੈਮਿਲੀ ਦੇ ਨਾਲ ਉੱਥੇ ਵੀ ਗਈ, ਦੇਖਿਆ ਮਾਹੌਲ ਸਾਰਾ ਜਾ ਕੇ। ਅਤੇ ਹਾਲਾਂਕਿ ਕਹਿੰਦੇ ਸੀਗੇ ਵੀ ਇੰਦਰਗੜ੍ਹ ਝਿੜੀ ਵਿੱਚ ਸਭ ਤੋਂ ਵੱਧ ਖੁਸਰੇ ਮਿਲਦੇ ਆ, ਪਰ ਸਾਨੂੰ ਉੱਥੇ ਕੋਈ ਖੁਸਰਾ ਨਾ ਦਿਖਿਆ। ਅੱਛਾ ਜੀ।
ਤਾਂ ਮੈਂ ਕਿਹਾ ਵੀ ਇਹ ਕਿਵੇਂ ਹੋ ਸਕਦਾ ਵੀ ਇੱਥੇ ਕੋਈ ਖੁਸਰਾ ਹੀ ਨਾ ਹੋਵੇ। ਉਦੋਂ ਨਾਲ ਮੇਰੇ ਨਾਲ ਇੱਕ ਹੋਰ ਮੇਰੀ ਫਰੈਂਡ ਆਈ ਸੀ ਜੈ, ਉਹਦੇ ਤੋਂ ਜਲੰਧਰ ਤੋਂ, ਉਹ ਵੀ ਆਈ ਹੋਈ ਸੀਗੀ ਉੱਥੇ। ਮੈਨੂੰ ਕਹਿੰਦੀ ਯਾਰ ਆਪਾਂ ਨੂੰ ਤਾਂ ਕੁਝ ਮਿਲਿਆ ਹੀ ਨਹੀਂ ਉੱਦਾਂ ਦਾ। ਹਾਲਾਂਕਿ ਉਹ ਨੂਰਾ ਸਿਸਟਰਸ ਵੀ ਸਾਨੂੰ ਰਸਤੇ 'ਚ ਮਿਲੀਆਂ ਜਦੋਂ ਅਸੀਂ ਗਏ ਉੱਥੇ, ਹੈ ਨਾ। ਤਾਂ ਉਹ ਵੀ ਨੋਰਮਲ ਮੱਥਾ ਟੇਕ ਕੇ ਜਾ ਰਹੀਆਂ ਸੀ, ਕੋਈ ਉਹਨਾਂ ਵੱਲ ਵੀ ਨਹੀਂ ਇੱਦਾਂ ਵੀ ਜਿੱਦਾਂ ਹੁਣ ਵੈਸੇ ਕਿਤੇ ਦਿਖ ਜਾਣ ਉਹ ਤਾਂ ਲੋਕੀ ਟੁੱਟ ਮਾਰਦੇ ਆ, ਪਰ ਉਹ ਇੱਕ ਬਿਲਕੁਲ ਸ਼ਾਂਤ ਜਿਹਾ ਮਾਹੌਲ। ਮੈਂ ਕਿਹਾ ਆਪਾਂ ਤਾਂ ਫਿਰ ਐਵੇਂ ਵਾਪਸ ਚੱਲੇ, ਆਪਾਂ ਨੂੰ ਤਾਂ ਕੋਈ ਕਿਨਰ ਮਿਲਿਆ ਨਹੀਂ ਹੈਗਾ ਇੱਥੇ। ਅਸੀਂ ਉਹ ਜੋ ਡੇਰੇ ਦਾ ਸੇਵਾਦਾਰ ਸੀਗਾ ਜੋਗੀ ਖਾਨ, ਅਸੀਂ ਜੋਗੀ ਖਾਨ ਨਾਲ ਗੱਲਬਾਤ ਕਰਕੇ ਮੁੜ ਰਹੇ ਸੀਗੇ। ਤਾਂ ਮੈਨੂੰ ਕਹਿੰਦੀ ਯਾਰ ਇਹ ਤਾਂ ਕੋਈ ਗੱਲ ਨਹੀਂ ਹੋਈ ਵੀ ਆਪਾਂ ਐਡੀ ਦੂਰ ਆਏ ਵੀ ਹੈਗੇ ਤਾਂ ਆਪਾਂ ਮੁੜ ਚੱਲੀਏ। ਕਹਿੰਦੀ ਮੈਂ ਨਾ ਗੇੜੀ ਮਾਰ ਕੇ ਆਉਣੀ ਆ ਸਾਰੇ ਕਿਤੇ। ਤਾਂ ਉਹਨੇ ਜਦੋਂ ਦੇਖਿਆ ਤਾਂ ਇੱਕ ਦੂਰ ਸਾਰਾ ਕਮਰਾ ਜਿਹਾ ਸੀਗਾ ਲੁਕਿਆ ਜਿਹਾ, ਅਤੇ ਉਹਦੇ 'ਚ ਬੈਠੇ ਸਾਰੇ ਜਾਣੇ, ਬਹੁਤ ਜਾਣੇ ਬੈਠੇ ਹੋਏ ਇਹ। ਤਾਂ ਉਹ ਕਹਿੰਦੀ ਲੈ ਵੀ ਇਹ ਤਾਂ ਇੱਥੇ ਬੈਠੇ ਹੋਏ ਆ ਅਤੇ ਵੀ ਇਹ ਲੋਕਾਂ ਦੀ ਨਜ਼ਰ 'ਚ ਕਿਉਂ ਨਹੀਂ ਆਉਂਦੇ ਗੇ ਨਾ। ਮਤਲਬ ਉਹਨਾਂ ਨੇ ਵੀ ਤਾਂ ਇੱਕ ਡਰ ਉਹਨਾਂ ਦੇ ਵਿੱਚ ਵੀ ਤਾਂ ਆਪਣੇ ਪ੍ਰਤੀ ਹੈਗਾ ਨਾ, ਵੀ ਜੇ ਆਪਾਂ ਉਹਨਾਂ ਤੋਂ ਡਰਦੇ ਹਾਂ ਤਾਂ ਉਹ ਡਰ ਤਾਂ ਕਿਸੇ ਨੇ ਦੱਸਿਆ ਹੀ ਨਹੀਂਗਾ, ਨਾ ਹੀ ਸਾਹਮਣੇ ਆਇਆ ਉਹਨਾਂ ਦਾ ਡਰ। ਆਪਾਂ ਆਪਣੇ ਡਰ ਦੀ ਗੱਲ ਕਰਦੇ ਹਾਂ, ਉਹਨਾਂ ਦੇ ਡਰ ਦੀ ਗੱਲ ਨਹੀਂ ਕਰਦੇ, ਹੈ ਨਾ। ਤਾਂ ਉਹ ਕਹਿੰਦੇ ਵੀ ਅਸੀਂ ਤਾਂ ਲੁਕੇ ਹੀ ਰਹਿੰਦੇ ਹੁੰਦੇ ਹਾਂ। ਜਦੋਂ ਸਾਡੀ ਵਾਰੀ ਆਉਂਦੀ ਹੈ ਨਾ ਇੱਥੇ ਦਰਗਾਹ ਦੇ ਉੱਪਰ ਆਪਦੀ ਹਾਜ਼ਰੀ ਲਵਾਉਣ ਦੀ, ਅਸੀਂ ਤਾਂ ਉਦੋਂ ਹੀ ਕਹਿੰਦਾ ਵੀ ਨਿਕਲਦੇ ਹਾਂ ਕਮਰੇ 'ਚੋਂ ਬਾਹਰ। ਤਾਂ ਉਹਨਾਂ ਨਾਲ ਬੜੀ ਰਿਕੁਐਸਟ ਕੀਤੀ ਅਸੀਂ ਵੀ ਤੁਸੀਂ ਸਾਡੀ ਗੱਲ ਸੁਣ ਲਓ। ਉਹ ਨਹੀਂ ਆਏ, ਸਾਰਿਆਂ ਨੇ ਆਪਦੀ ਗੁਰੂ ਮਾਂ ਨੂੰ ਦੇਖਣ ਵੀ ਕੀ ਜਵਾਬ ਦਿੰਦੇ ਹੈਗੇ ਆ, ਪਰ ਉਹ ਕੋਈ ਨਹੀਂ ਉੱਠਿਆ ਗਾ ਨਾ। ਅਤੇ ਭਾਈ ਉਹ ਮਿੰਨਤਾਂ ਕਰਕੇ ਆ ਗਈ, ਹੈ ਨਾ, ਵਾਪਸ ਆ ਗਈ। ਅਤੇ ਜਦੋਂ ਅਸੀਂ ਵਾਪਸ ਆ ਰਹੇ ਸੀਗੇ ਤਾਂ ਉਹ ਮੇਰੇ ਵੀਲ ਚੇਅਰ ਚਲਾ ਕੇ ਲੈ ਕੇ ਆ ਰਹੀ ਸੀਗੀ। ਉਹ ਥੋੜ੍ਹੀ ਜਿਹੀ ਉੱਦਾਂ ਦੀ ਜੋਇਲਿਸ ਦੀ ਕੁੜੀ ਹੈਗੀ ਆ। ਤਾਂ ਪਿੱਛੋਂ ਸਾਨੂੰ ਇੱਕ ਆ ਕੇ ਮਿਲਿਆ, ਕਹਿੰਦੇ ਹਾਂ ਹੁਣ ਦੱਸ ਕੀ ਗੱਲ ਕਰਨੀ ਸੀ। ਉੱਥੇ ਨਹੀਂ ਕਰ ਸਕਦੀ ਸੀ ਮੈਂ ਗੱਲ ਤੇਰੇ ਨਾਲ। ਬਿੱਲੂ ਮਹੰਤ ਸੀ ਉਹਦਾ ਨਾਮ, ਹੈ ਨਾ। ਮੈਨੂੰ ਕਹਿੰਦੇ ਤੈਨੂੰ ਪਤਾ ਮੈਂ ਤੇਰੇ ਏਰੀਏ ਦੀ ਹਾਂ। ਤਾਂ ਮੈਨੂੰ ਉਹਨੇ ਦੱਸਿਆ ਵੀ ਮੇਰੇ ਨੇੜੇ ਬਿਲਕੁਲ ਪਿੰਡ ਸੀ, ਮੁਕਤਸਰ ਦੇ ਨੇੜਲਾ ਹੀ ਪਿੰਡ ਸੀ। ਮੈਂ ਕਿਹਾ ਹੈ, ਆਪਾਂ ਨੂੰ ਐਂ ਲੱਗੀ। ਕਹਿੰਦੀ ਇਹ ਮੈਨੂੰ ਬਹੁਤ ਚੰਗਾ ਲੱਗਿਆ ਕਿ ਮੇਰੇ ਏਰੀਏ ਦੀ ਕੋਈ ਕੁੜੀ ਆ ਜਿਹੜੀ ਆ ਕੇ ਮੇਰਾ ਹਾਲ ਚਾਲ ਪੁੱਛਿਆ ਉਹਨੇ, ਹੈ ਨਾ, ਉਹ ਬਿੱਲੂ ਮਹੰਤ ਨੇ। ਫਿਰ ਉਹਨੇ ਮੈਨੂੰ ਦੱਸਿਆ ਵੀ ਦੇਖੋ ਉਹਨਾਂ ਲੋਕਾਂ ਦਾ ਜਿਹੜਾ ਡਰ ਸੀਗਾ ਉਹ ਵੀ ਮੈਂ ਦੇਖਿਆ। ਜਾਂ ਆਪਾਂ ਇਹ ਵੀ ਕਹਿ ਸਕਦੇ ਕਿ ਹਰ ਲੁਕੀ ਧਿਰ ਤੋਂ ਸਾਨੂੰ ਡਰ ਹੁੰਦਾ, ਜਿੰਨਾ ਚਿਰ ਚੀਜ਼ ਆ ਜਿਹੜੀ ਪਰਦੇ 'ਚ ਸਾਨੂੰ ਇਹ ਹੋ ਜਾਂਦਾ ਵੀ ਇਹ ਪਤਾ ਨਹੀਂ ਕੀ ਸ਼ੈ ਆ, ਹੈ ਨਾ। ਜਦੋਂ ਸਾਡੇ ਸਾਹਮਣੇ ਆ ਜਾਂਦੀ ਹੈ, ਬਿਲਕੁਲ ਜਿਵੇਂ ਤੁਸੀਂ ਹੁਣ ਜਦੋਂ ਨਾਵਲ ਲਿਖਿਆ ਤਾਂ ਤੁਸੀਂ ਇਹਨਾਂ ਦੇ ਰੀਤੀ ਰਿਵਾਜ਼ਾਂ, ਇਹਨਾਂ ਦੀ ਜ਼ਿੰਦਗੀ ਦੇ ਵਿੱਚ, ਇਹਨਾਂ ਦੇ ਤੌਰ ਤਰੀਕਿਆਂ ਦੇ ਪੂਰੀ ਤਰ੍ਹਾਂ ਖੁੱਭ ਗਏ। ਤੁਹਾਨੂੰ ਸ਼ਾਇਦ ਉਹ ਡਰ ਜਿਹੜਾ ਨਹੀਂ ਰਿਹਾ, ਉਸੇ ਨੂੰ ਤੁਸੀਂ ਇਸ ਨਾਵਲ ਦੇ ਵਿੱਚੋਂ ਲਿਖਣ ਦੀ ਕੋਸ਼ਿਸ਼ ਆ ਜਿਹੜੀ ਕੀਤੀ ਆ। ਜਦੋਂ ਮੈਂ ਨਾਵਲ 'ਚ ਸਾਰਾ ਕੁਛ ਪੜ੍ਹਿਆ, ਪਰ ਮੈਨੂੰ ਇੱਕ ਚੀਜ਼ ਦਾ ਸਵਾਲ ਆ ਜਿਹੜਾ ਸ਼ਾਇਦ ਉਹ ਨਾਵਲ ਦੇ ਵਿੱਚ ਨਹੀਂ ਮਿਲਿਆ, ਕਿ ਬਹੁਤ ਸਾਰੇ ਜਦੋਂ ਇਹਨਾਂ ਟੋਲਿਆਂ ਦੇ ਵਿੱਚ ਬੱਚਿਆਂ ਨੂੰ ਸ਼ਾਮਿਲ ਕੀਤਾ ਜਾਂਦਾ ਤਾਂ ਉਹ ਬਹੁਤ ਛੋਟੀ ਉਮਰ ਦੇ ਹੁੰਦੇ ਆ, ਉਹ ਫੈਸਲਾ ਨਹੀਂ ਕਰ ਸਕਦੇ ਹੁੰਦੇ ਕਿ ਅਸੀਂ ਇਹਨਾਂ 'ਚ ਸ਼ਾਮਿਲ ਹੋਣਾ ਜਾਂ ਨਹੀਂ। ਪਰਿਵਾਰ ਦੀ ਜਿਹੜੀ ਮਜਬੂਰੀ ਬਣ ਜਾਂਦੀ ਹੈ, ਕਿਉਂਕਿ ਇਹ ਕਿਹਾ ਜਾਂਦਾ ਕਿ ਇਹ ਬੱਚਾ ਜਿਹੜਾ ਕਿਸੇ ਕੋਲ ਨਹੀਂ ਛੱਡਦੇ। ਉਸ ਤੋਂ ਬਾਅਦ ਕੀ ਇਹਨਾਂ ਨੂੰ ਹੱਕ ਹੁੰਦਾ ਜਦੋਂ ਜਿਨ੍ਹਾਂ 'ਚੋਂ ਹੁਣ ਜੇ ਆਪਾਂ ਗੱਲ ਕਰਦੇ ਹਾਂ ਮੀਡੀਆ 'ਚ ਵੀ ਅਸੀਂ ਦੇਖਦੇ ਹਾਂ ਵੀ ਇਹਨਾਂ 'ਚੋਂ ਬਹੁਤ ਸਾਰੇ ਪੜ੍ਹ ਲਿਖ ਜਾਂਦੇ ਨੇ, ਨੌਕਰੀਆਂ 'ਚ ਵੀ ਹੁਣ ਇਹਨਾਂ ਨੂੰ ਜਿਹੜੀ ਥਾਂ ਮਿਲਣ ਲੱਗੀ ਆ। ਜਿਵੇਂ ਤੁਸੀਂ ਇਹ ਵੀ ਜ਼ਿਕਰ ਕਰਦੇ ਹੋ ਵੀ ਇਹਨਾਂ ਦੇ ਤਾਂ ਬੈਂਕਾਂ 'ਚ ਖਾਤੇ ਤੱਕ ਨਹੀਂ ਹੁੰਦੇ, ਹੈ ਨਾ। ਹੁਣ ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਵੀ ਜਿਹੜਾ ਰਾਈਟ 2011 ਤੋਂ ਪਹਿਲਾਂ ਤਾਂ ਇਹਨਾਂ ਦੀ ਜਨਗਣਨਾ ਵੀ ਨਹੀਂ ਹੁੰਦੀ ਸੀਗੀ। ਹਾਂਜੀ, ਅਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ 2014 ਤੋਂ ਬਾਅਦ ਜਿਹੜੀਆਂ ਹੋਣ ਲੱਗੀਆਂ ਨੇ। ਹੁਣ ਇਹਨਾਂ ਨੂੰ ਹੱਕ ਹੁੰਦਾ ਹੈ ਕਿ ਜਿੱਥੇ ਜਿਹੜੇ ਟੋਲੇ ਦੇ ਵਿੱਚ ਇਹ ਰਹੇ ਨੇ ਜਾਂ ਇਹਨਾਂ ਦੀ ਪਰਵਰਿਸ਼ ਹੋਈ ਆ, ਜੇ ਪੜ੍ਹ ਲਿਖ ਜਾਂਦੇ ਉਹਨੂੰ ਛੱਡਣ ਦਾ, ਉਸ ਸਾਰੇ ਜਿਹੜਾ ਜਿਵੇਂ ਆਪਾਂ ਕਹਿ ਦਿੰਦੇ ਵੀ ਇਹਨਾਂ ਦਾ ਵੀ ਇੱਕ ਅਲੱਗ ਇਲਾਕਾ ਹੁੰਦਾ ਜਾਂ ਇਹਨਾਂ ਦੀ ਇੱਕ ਗੁਰੂ ਮਾਂ ਹੁੰਦੀ ਹੈ, ਇਹ ਉਸ ਤੋਂ ਬਾਅਦ ਇਹਨਾਂ ਨੂੰ ਅਧਿਕਾਰ ਹੈਗਾ ਵੀ ਇਹ ਛੱਡ ਕੇ ਇੱਕ ਨੋਰਮਲ ਜ਼ਿੰਦਗੀ ਨੂੰ ਜੀ ਸਕਣ। ਬਹੁਤ ਸਾਰੇ ਹੈ ਜਿਹੜੇ ਛੱਡ ਕੇ ਆ ਜਾਂਦੇ ਹੈਗੇ ਆ, ਪਰ ਜੇ ਸਹਿਮਤੀ ਨਾਲ ਛੱਡ ਕੇ ਆਉਣ ਫਿਰ ਇਹਨਾਂ ਦੀ ਇੱਕ ਅਲੱਗ ਜ਼ਿੰਦਗੀ ਹੈਗੀ ਆ। ਜਿਵੇਂ ਹੁਣ ਇੱਕ ਮੇਰੀ ਫਰੈਂਡ ਆ ਮਨਤਾ, ਉਹ ਤਾਂ ਉਹ ਹੁਣ ਮੈਨੂੰ ਪਿੱਛੇ ਜੇ ਕਹਿ ਰਹੀ ਸੀ ਕਿ ਲੋਕਡਾਊਨ ਦੇ ਵਿੱਚ ਸਾਡਾ ਮਤਲਬ ਕਾਫੀ ਮੰਦਾ ਹਾਲ ਰਿਹਾ ਹੈਗਾ, ਕਿਉਂਕਿ ਹਰੇਕ ਇਸ ਚੀਜ਼ ਨੇ, ਇਸ ਮੰਦੀ ਨੇ ਹਰੇਕ ਵਰਗ ਦੇ ਉੱਤੇ ਆਪਣਾ ਅਸਰ ਪਾਇਆ। ਤਾਂ ਉਹਨੂੰ ਆਪਣੇ ਪੇਰੈਂਟਸ ਕੋਲੇ ਵਾਪਸ ਜਾਣਾ ਪਿਆ, ਹੈ ਨਾ। ਹੁਣ ਉਹ ਆਪਣੇ ਪੇਰੈਂਟਸ ਕੋਲੇ 5-6 ਮਹੀਨੇ ਰਹੀ ਹੈਗੀ ਆ, ਤਾਂ ਉਹਨੂੰ ਘੱਟੋ ਘੱਟ ਉੱਧਰ ਵੀ, ਕਿਉਂਕਿ ਪੇਰੈਂਟਸ ਕੋਲੇ ਇਸ ਕਰਕੇ ਰਹੀ ਹੈਗੀ ਆ ਕਿ ਉਹਨਾਂ ਨੂੰ ਵੀ ਜ਼ਰੂਰਤ ਆ, ਅਗਰ ਸਾਰਿਆਂ ਦੇ ਕੰਮ ਬੰਦ ਹੋ ਗਏ ਸੀਗੇ ਅਤੇ ਵੀ ਚਲੋ ਜਿੰਨੇ ਬੰਦੇ ਹੋ ਗਏ ਉਨੇ ਅਗਰ ਕੰਮ ਕਰਨਗੇ ਲੋਕਡਾਊਨ ਖੁੱਲ੍ਹਣ ਤੋਂ ਬਾਅਦ ਤਾਂ ਵੀ ਚਲੋ ਓਨਾ ਵਧੀਆ ਪੈਸਾ ਆਊਗਾ, ਹੈ ਨਾ। ਇਸ ਕਰਕੇ ਸ਼ਾਇਦ ਉਹ ਆਪਣੇ ਪੇਰੈਂਟਸ ਕੋਲੇ ਹਾਲੇ ਵੀ ਹੈ।
ਪਰ ਹੁਣ ਉਹ ਚਾਹੁੰਦੀ ਹੈ ਕਿ ਉਹ ਬੁਟੀਕ ਖੋਲ ਲਵੇ ਹੈ ਨਾ। ਮੈਂ ਉਹਨੂੰ ਕਿਹਾ ਕਿ ਵੀ ਜਿੰਨੇ ਜੋਗੀ ਹੈਗੀਆਂ ਸਾਥ ਦੇਵਾਂਗੀ ਤੇਰਾ ਹੈ ਨਾ। ਤਾਂ ਵੀ ਉਹਨਾਂ ਵਿੱਚੋਂ ਬਹੁਤ ਘੱਟ ਲੋਕ ਹੈਗੇ ਆ ਜਿਹੜੇ ਸੋਚਦੇ ਆ ਇੱਦਾਂ ਵੀ ਅਸੀਂ ਇਹਨਾਂ ਤੋਂ ਬਗੈਰ ਵੀ ਜ਼ਿੰਦਗੀ ਜਿਉ ਸਕਦੇ ਹਾਂ। ਜਦ ਕਿ ਬਹੁਤ ਸਾਰੇ ਤਾਂ ਇਹ ਹੈ ਜਿਨ੍ਹਾਂ ਨੂੰ ਪੇਰੈਂਟਸ ਨੇ ਛੱਡਤਾ, ਮੁੜ ਕੇ ਪਤਾ ਨਹੀਂ। ਹੁਣ ਛੋਟੀ ਉਮਰ ਦਿਆਂ ਨੂੰ ਆਪਦੇ ਪਿੰਡ ਦਾ ਨਾਮ ਪਤਾ ਹੋ ਸਕਦਾ, ਮਾਂ ਪਿਓ ਦਾ ਨਾਮ ਪਤਾ ਹੋ ਸਕਦਾ, ਜਦੋਂ ਵੱਡੇ ਹੋ ਜਾਂਦੇ ਉਹਨਾਂ ਨੂੰ ਘਰ ਵੀ ਨਹੀਂ ਯਾਦ ਰਹਿੰਦਾ। ਹੁਣ ਹੋ ਸਕਦਾ ਪਿੰਡ ਸ਼ਹਿਰ ਵੀ ਭੁੱਲ ਜਾਵੇ ਵੀ ਕਿੱਥੋਂ ਆਏ ਸੀ ਕਿੱਥੋਂ ਨਹੀਂ ਸੀ। ਫਿਰ ਉਹਨਾਂ ਦੇ ਕੋਲੇ ਜਦੋਂ ਕੋਈ ਪਿੱਛੇ ਜਾਣ ਵਾਸਤੇ ਕੋਈ ਧਰਾਤਲ ਹੀ ਨਹੀਂ ਹੈਗਾ, ਤਾਂ ਫਿਰ ਪਿੱਛੇ ਜਾਣਗੇ ਵੀ ਕਿਵੇਂ ਕਿ ਨਹੀਂ। ਇਹਨਾਂ ਵਾਸਤੇ ਤਾਂ ਕੋਈ ਬਿਰਧ ਆਸ਼ਰਮ ਵੀ ਨਹੀਂ ਹੁੰਦਾ। ਤੁਸੀਂ ਅੱਜ ਤੱਕ ਹਿਊਮਨ ਬੀਇੰਗ ਦੇ ਬਿਰਧ ਆਸ਼ਰਮ ਦੇਖਿਆ, ਪਰ ਕਦੇ ਕਿਸੇ ਬਿਰਧ ਆਸ਼ਰਮ 'ਚ ਖੁਸਰਾ ਨਹੀਂ ਦੇਖਿਆ ਹੋਊਗਾ। ਬਿਲਕੁਲ ਵੀ ਫਿਰ ਇਹਨਾਂ ਨੂੰ ਉੱਥੇ ਰਹਿਣਾ ਹੀ ਪੈਂਦਾ ਹੈ ਨਾ। ਵੀ ਇਹਨਾਂ ਨੂੰ ਕੋਈ ਹੱਕ ਹੀ ਹੁਣ ਮਿਲਿਆ ਜਦੋਂ, ਪਰ ਉਹ ਵੀ ਹਲੇ ਪੂਰੀ ਤਰ੍ਹਾਂ ਨਹੀਂ ਮਿਲੇ ਹੋਏਗੇ। ਬਿਲਕੁਲ ਉਹਨਾਂ ਦੀ ਵੀ ਹਲੇ ਅਮੈਂਡਮੈਂਟ ਚੱਲ ਰਹੀ ਹੈਗੀ ਆ ਹੈ ਨਾ। ਜਦੋਂ ਇਹਨਾਂ ਕੋਲੇ ਕੋਈ ਹੱਲ ਹੀ ਨਹੀਂ ਹੁੰਦਾ ਗਾ, ਫਿਰ ਇਹਨਾਂ ਨੇ ਉੱਥੇ ਹੀ ਰਹਿਣਾ ਹੈਗਾ। ਕਿਉਂਕਿ ਇਹਨਾਂ ਦੀ ਟਕਾ ਭਰਾਈ ਜਿਹੜੀ ਹੋਈ ਹੁੰਦੀ ਹੈਗੀ ਆ, ਤਾਂ ਇਹ ਤਾਂ ਆਪਾਂ ਵੀ ਜੇ ਮੰਨ ਲਓ ਕਿਸੇ 'ਤੇ ਹੁਣ ਕੋਈ ਆਰਟਿਸਟ ਆ, ਮੰਨ ਲਓ ਵੀ ਆਰਟਿਸਟ ਆ, ਫਿਲਮਾਂ ਬਣਾਉਣ ਵਾਲੇ ਆ, ਕਲਾਕਾਰ ਆ, ਲਾਂਚ ਕਰਦਾ ਵੀ ਉਹ ਤੈਨੂੰ ਅਸੀਂ ਲਾਂਚ ਕਰ ਦਾਂਗੇ, ਇੰਨੇ ਪੈਸੇ ਲਾਏ ਹੁੰਦੇ ਆ ਫਿਲਮ 'ਚ, ਆਪਾਂ ਉਹਨੂੰ ਵੀ ਨਹੀਂ ਪਾਸੇ ਜਾਣ ਦਿੰਦੇ ਗੇ। ਵੀ ਆਪਾਂ ਪਹਿਲਾਂ ਉਹਦੇ ਤੋਂ ਲਿਖਵਾ ਲੈਂਦੇ ਹਾਂ ਵੀ ਤੂੰ 2-4 ਸਾਲ ਸਾਡੇ ਨਾਲ ਕੰਮ ਕਰਨਾ ਹੈ। ਬਿਲਕੁਲ। ਤੇ ਫਿਰ ਇਹਨਾਂ ਨੇ ਤਾਂ ਫਿਰ ਉਹਨਾਂ ਨੂੰ ਸ਼ੁਰੂ ਤੋਂ ਲੈ ਕੇ ਪਾਲਿਆ ਹੁੰਦਾ ਹੈਗਾ ਵੀ ਉਹੀ ਹਾਲਾਤ ਆਪਾਂ ਨੇ ਜਿਹੜੇ ਹੈਗੇ ਆ ਉਹੀ ਉਹਨਾਂ ਦੇ ਆ, ਉਹੀ ਉਹਨਾਂ ਦੇ ਹਾਲਾਤ ਹੈਗੇ ਆ। ਪਰ ਇਹ ਗੱਲ ਵੱਖਰੀ ਹੈ ਕਿ ਆਪਾਂ ਉਹਨਾਂ ਦੇ ਬਾਰੇ ਬਿਲਕੁਲ ਵੀ ਸੋਚਦੇ ਨਹੀਂ ਹੈਗੇ ਹੈ ਨਾ। ਹੁਣ ਆਪਾਂ ਨੂੰ ਇਹ ਲੱਗਦਾ ਵੀ ਹੁਣ ਬੱਚੇ ਕਿੰਨੇ ਕੁ ਹੁੰਦੇ ਆ, ਕਿਤੇ 2 ਬੱਚੇ ਹੁੰਦੇ ਆ ਵੱਧ ਤੋਂ ਵੱਧ, ਉਹ ਵੀ 1 ਮੁੰਡਾ 1 ਕੁੜੀ ਹੈ ਨਾ। ਤੇ ਇੱਕ ਘਰੇ ਉਹ 20 ਸਾਲਾਂ ਬਾਅਦ ਆਉਣਗੇ। ਤੇ ਫਿਰ ਜੇ ਇੱਕ ਘਰੇ ਇੱਕ ਵਾਰੀ ਉਹ 5-7 ਹਜ਼ਾਰ 10 ਹਜ਼ਾਰ 11 ਹਜ਼ਾਰ ਲੈ ਵੀ ਗਏ, ਤਾਂ 20 ਸਾਲਾਂ ਬਾਅਦ ਜੇ ਉਹ ਉਹਨਾਂ ਦੇ ਘਰੇ ਉਹਨਾਂ ਪੈਸਾ ਲੈਣ ਆਉਣਗੇ ਤਾਂ ਹੀ ਹੈ ਨਾ। ਉਦੋਂ ਤੱਕ ਤਾਂ ਇਹਨਾਂ ਦੇ ਡੇਰੇ ਬਦਲ ਜਾਂਦੇ ਹੈਗੇ ਆ, ਜਾਂ ਕਹਿ ਲਓ ਕਿ ਇਹਨਾਂ ਦੀ ਮਤਲਬ ਜਿੱਦਾਂ ਜਿਸ ਹਿਸਾਬ ਨਾਲ ਇਹ ਰਹਿੰਦੇ ਹੈਗੇ ਆ, ਕੋਈ ਉਮਰ ਤਾਂ ਇਹਨਾਂ ਦੀ ਬਹੁਤ ਘੱਟ ਵੀ ਹੁੰਦੀ ਆ ਕਈ ਵਾਰੀ ਹੈ ਨਾ। ਤਾਂ ਜਾਂ ਘੱਟ ਉਮਰ ਦੇ ਵਿੱਚ ਬਾਹਲੇ ਬਜ਼ੁਰਗ ਲੱਗਦੇ ਹੈਗੇ ਆ ਇੱਦਾਂ, ਉਦੋਂ ਤੱਕ ਉਹ ਇੱਕ ਬੰਦਾ ਇੱਕ ਘਰ 'ਚ ਮੈਨੂੰ ਲੱਗਦਾ ਇੱਕ ਵਾਰੀ ਮਸਾਂ ਲੈ ਕੇ ਜਾ ਸਕਦਾ ਹੈਗਾ ਹੈ ਨਾ। ਜਿਹੜੀਆਂ ਪੰਚਾਇਤਾਂ ਕਹਿੰਦੀਆਂ ਹੈਗੀਆਂ ਵੀ ਅਸੀਂ ਜੀ ਇੰਨੇ ਪੈਸੇ ਬੰਨੇ ਹੋਏ ਆ, ਤਾਂ ਮੈਨੂੰ ਯਾਦ ਆ ਇੱਕ ਉਹ ਗੱਲ ਕਰ ਰਹੇ ਸੀਗੀ, ਅਤੇ ਉਹ ਮੈਂ ਉੱਥੇ ਸੀਗੀ ਉਦੋਂ, ਅਤੇ ਉਹ ਕਹਿੰਦਾ ਵੀ ਅਸੀਂ ਤਾਂ ਤੈਨੂੰ 2100 ਰੁਪਇਆ ਦੇਣਾ ਆਖੇ, ਅਤੇ ਤੂੰ ਨੱਚ ਕੇ ਦਿਖਾ। ਉਹਨੂੰ ਕਹਿੰਦੀ ਤੈਨੂੰ ਮੈਂ 31,000 ਦਿੰਦੀ ਆ, ਕਹਿੰਦੀ ਇਹ ਤੂੰ ਮੈਨੂੰ ਇੱਕ ਪੱਟ ਕੇ ਦਿਖਾ, ਨੱਚ ਕੇ ਦਿਖਾ, ਕਹਿੰਦੀ ਇਹ। ਅੱਛਾ ਜੀ। ਵੀ ਆਪਦੇ ਆਪ ਨੂੰ ਉਸ ਸਥਿਤੀ ਵਿੱਚ ਲਿਆ ਕੇ ਆਪਾਂ ਜੇ ਸੋਚਦੇ ਹਾਂ ਵੀ ਉਹਨਾਂ ਨੂੰ ਕਿੰਨਾ ਔਖਾ, ਵੀ ਇੱਕ ਤਾਂ ਮਨ ਦੀ ਖੁਸ਼ੀ ਨਾਲ ਨੱਚਣਾ ਹੁੰਦਾ ਅਤੇ ਇੱਕ ਮਜਬੂਰੀ 'ਚ ਨੱਚਣਾ ਹੁੰਦਾ। ਜੇ ਆਪਾਂ ਰੁਜ਼ਗਾਰ ਵੀ ਚੁਣ ਲਈਏ ਨਾ, ਆਪਾਂ ਆਪਦੀ ਮਰਜ਼ੀ ਨਾਲ ਚੁਣ ਲਈਏ, ਤਾਂ ਵੀ ਅਸੀਂ ਡਾਂਸਰ ਹੀ ਬਣਨਾ ਹੈਗਾ, ਉਹਦੇ ਵਿੱਚ ਵੀ ਤੁਹਾਨੂੰ ਸਕੂਨ ਮਿਲਦਾ। ਤੇ ਪਰ ਇੱਕ ਜੇ ਆਪਾਂ ਮੰਨ ਲਈਏ ਵੀ ਇਹ ਹੋਰ ਕੁਛ ਕਰ ਹੀ ਨਹੀਂ ਸਕਦੇ, ਆਪਣੇ ਲਈ ਮਜਬੂਰੀ ਹੋ ਜਾਵੇ ਹੈ ਨਾ, ਤਾਂ ਫਿਰ ਉਦੋਂ ਤਾਂ ਔਖਾ ਹੀ ਹੁੰਦਾ ਨਾ। ਫਿਰ ਉਹਨੂੰ ਆਪਾਂ ਨੂੰ ਵੀ ਕੋਈ ਬੰਨ੍ਹ ਦਿੱਤਾ ਜਾਵੇ ਵੀ ਭਾਈ ਤੂੰ ਇਹਦੇ 'ਚ ਬੰਨ੍ਹ ਜਾ, ਉਹ ਕੰਮ ਆਪਾਂ ਵੀ ਆ। ਮੈਂ ਸਿਰਫ ਮੇਰੀ ਲਈ ਕਿਉਂ ਥੋੜ੍ਹਾ ਆਸਾਨ ਰਿਹਾ, ਲੰਮਾ ਸਮਾਂ ਤਾਂ ਲੱਗ ਗਿਆ, ਪਰ ਮੈਂ ਨਾ ਸ਼ੁਰੂ ਤੋਂ ਆਪਦੀ ਨੇਚਰ ਜਿਹੜੀ ਮੇਰੀ ਹੈਗੀ ਆ, ਆਪਦੇ ਆਪ ਨੂੰ ਅਗਲੇ ਦੀ ਥਾਂ 'ਤੇ ਰੱਖ ਕੇ ਇੱਕ ਪਲ ਲਈ ਸੋਚ ਲੈਂਦੀ ਹੁੰਦੀ ਹਾਂ ਵੀ ਇਹਨੇ ਮੈਨੂੰ ਇਹ ਗੱਲ ਕਹੀ, ਯਾਰ ਜੇ ਮੈਂ ਇਹਦੀ ਥਾਂ 'ਤੇ ਹੁੰਦੀ, ਇਹ ਮੇਰੀ ਥਾਂ 'ਤੇ ਹੁੰਦਾ, ਮੈਂ ਕੀ ਕਰਦੀ। ਤਾਂ ਉਹ ਮੇਰੇ ਸੁਭਾਅ ਦਾ ਜਿਹੜਾ ਇੱਕ ਗੁਣ ਕਹਿ ਲਓ, ਔਗਣ ਕਹਿ ਲਓ, ਉਹਦੇ ਕਰਕੇ ਮੈਨੂੰ ਥੋੜ੍ਹਾ ਆਸਾਨ ਰਿਹਾ ਇਹਨਾਂ ਨੂੰ ਸਮਝਣਾ। ਕਿਉਂਕਿ ਮੈਂ ਹੁਣ ਇੱਕ ਹੈਂਡੀਕੈਪ ਪਰਸਨ ਦੇ ਜਿੰਨੇ ਵਧੀਆ ਤਰੀਕੇ ਨਾਲ ਉਹਨੂੰ ਸਮਝ ਸਕਦੀ ਹੈਗੀ ਆ, ਤਾਂ ਸ਼ਾਇਦ ਇੱਕ ਨੋਰਮਲ ਬੰਦੇ ਨੂੰ ਮੈਂ ਨਾ ਸਮਝ ਸਕਦੀ ਹੋਵਾਂ। ਬਿਲਕੁਲ ਭੈਣ, ਤੁਸੀਂ ਜਿਵੇਂ ਹੁਣ ਆਪਦੀ ਗੱਲ ਕਰਦੇ ਹੋ ਨਾ, ਵੀ ਜਿੰਨਾ ਤੁਹਾਡੀ ਸਥਿਤੀ 'ਚ ਕੋਈ ਵੀ ਬੰਦਾ ਹੋਵੇ, ਉਹਨੂੰ ਜਿੰਨਾ ਤੁਸੀਂ ਸਮਝ ਸਕਦੇ ਹੋ, ਸ਼ਾਇਦ ਮੈਂ ਜਾਂ ਕੋਈ ਹੋਰ ਨਹੀਂ ਸਮਝ ਸਕਦਾ। ਤੁਹਾਡਾ ਵੀ ਜ਼ਿੰਦਗੀ ਦਾ ਇੱਕ ਆਪਣਾ ਸੰਘਰਸ਼ ਆ। ਮੈਂ ਸੋਚਦੀ ਹਾਂ ਵੀ ਕਦੀ ਮੈਨੂੰ ਸ਼ਾਇਦ ਇਸ ਤਰੀਕੇ ਦੀ ਕਿਤਾਬ ਪੜ੍ਹਨ ਨੂੰ ਵੀ ਮਿਲੇਗੀ ਜਿਹੜੀ ਤੁਸੀਂ ਆਪਣੇ ਵਰਗੇ ਲੋਕਾਂ 'ਤੇ ਜ਼ਰੂਰ ਲਿਖੋਗੇ। ਪਰ ਉਸ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੁੰਦੀ ਹਾਂ ਵੀ ਇੱਕ ਬਹੁਤ ਵੱਡਾ ਸੰਘਰਸ਼ ਸੀ, ਉਹ ਪੜ੍ਹਾਈ ਲਈ ਵੀ ਸੀ, ਉਹ ਸਮਾਜ 'ਚ ਆਪਣੀ ਇੱਕ ਥਾਂ ਬਣਾਉਣ ਲਈ ਵੀ ਸੀ। ਕਿਉਂਕਿ ਜਦੋਂ ਆਪਾਂ ਤੁਹਾਡੀ ਸਥਿਤੀ ਵਾਲੇ ਬੱਚਿਆਂ ਦੀ ਗੱਲ ਕਰਦੇ ਹਾਂ, ਤਾਂ ਬਹੁਤ ਸਾਰੇ ਲੋਕ ਹੁੰਦੇ ਆ ਬੜੇ ਘਟੀਆ ਜਿਹੇ ਨਾਵਾਂ ਨਾਲ ਬੁਲਾਉਣ ਲੱਗ ਜਾਣਗੇ, ਜਾਂ ਫਿਰ ਉਨੀ ਇੱਜ਼ਤ ਜਿਹੜੀ ਨੋਰਮਲ ਬੱਚਿਆਂ ਨੂੰ ਮਿਲਦੀ ਆ ਉਨੀ ਤਵੱਜੋ ਨਹੀਂ ਮਿਲਦੀ ਹੈ ਨਾ।
ਕਦੇ ਜਦੋਂ ਪੜ੍ਹ ਲਿਖ ਗਏ ਸੀ ਤੁਹਾਡੇ ਦਿਮਾਗ ਦੇ ਵਿੱਚ ਵੀ ਇਹ ਚੀਜ਼ ਆਈ ਹੋ ਵੀ ਹੁਣ ਫਿਊਚਰ 'ਚ ਕੀ ਕਰਨਾ, ਭਵਿੱਖ ਕਿਵੇਂ ਦਾ ਹੋਊਗਾ, ਕੌਣ ਅੱਗੇ ਜਾ ਕੇ ਬਾਂਹ ਫੜੇਗਾ? ਕਿਉਂਕਿ ਮਾਂ ਪਿਓ ਵੀ ਕਹਿੰਦੇ ਹੁੰਦੇ ਆ ਵੀ ਸਦਾ ਨਹੀਂ ਰਹਿੰਦੇ। ਉਸ ਵੇਲੇ ਕਦੀ ਮਨ ਦੇ ਵਿੱਚ ਖਿਆਲ ਆਇਆ ਵੀ ਹੁਣ ਮੈਂ ਟੁੱਟ ਗਈ ਹਾਂ, ਜਾਂ ਜਦੋਂ ਐਵੇਂ ਦੀ ਕੋਈ ਸਥਿਤੀ ਆਈ ਉਹ 'ਚੋਂ ਕਿਵੇਂ ਬਾਹਰ ਨਿਕਲੇ? ਹੋਰਾਂ ਨੂੰ ਇਸ ਗੱਲ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦੇਵਾਂ ਕਿ ਮੈਂ ਆਪਣੇ ਵਰਗੇ ਲੋਕਾਂ ਬਾਰੇ ਵੀ ਨਾਵਲ ਲਿਖਿਆ ਹੋਇਆ। ਦੂਜਾ ਨਾਵਲ ਸ਼ਾਹਰਗ ਦੇ ਰਿਸ਼ਤੇ ਉਹਨਾਂ ਬਾਰੇ ਆ। ਬਾਕੀ ਜਿਹੜੀ ਗੱਲ ਤੁਸੀਂ ਉਹਦੇ ਬਾਰੇ ਡਿਟੇਲ 'ਚ ਬਾਅਦ 'ਚ ਗੱਲ ਕਰਦੇ ਆ। ਬਾਕੀ ਜਿਹੜੀ ਗੱਲ ਇਹ ਹੈਗੀ ਹੈ ਵੀ ਟੁੱਟ ਜਾਣਾ, ਹੁਣ ਇੱਕ ਹਿਊਮਨ ਬੀਇੰਗ ਆ, ਉਹਨੂੰ ਹਾਲਾਤ ਦੇ ਨਾਲ ਚਾਹੇ ਉਹ ਜਿੰਨਾ ਮਰਜ਼ੀ ਲੜਦਾ, ਪਰ ਇੱਕ ਥਾਂ 'ਤੇ ਉਹਦੀ ਜਿਹੜੀ ਲੜਾਈ ਹੈਗੀ ਆ ਉਹ ਲੜਦਾ ਲੜਦਾ ਅੱਕ ਵੀ ਜਾਂਦਾ, ਇੱਕ ਸਿਖਰ 'ਤੇ ਪਹੁੰਚ ਜਾਂਦਾ। ਮੈਂ ਵੀ ਜਦ ਮੈਨੂੰ ਯਾਦ ਆ ਵੀ ਇੰਨਾ ਸਾਰੇ ਟੈਸਟ ਦਿੱਤੇ ਸੀਗੇ, ਮੇਰੀ ਮੰਮਾ ਕਹਿੰਦੇ ਸੀਗੇ ਕਿ ਟੀਚਰ ਬਣਨਾ। ਮੈਂ 2-3 ਵਾਰੀ ਤਾਂ JBT ਦੀ ਉਦੋਂ ਐਂਟਰ ਟੈਸਟ ਹੁੰਦੇ ਸੀਗੇ, ਉਹ ਦਿੱਤੇ, ਮੈਂ ਨਹੀਂ ਪਾਸ ਹੋਈ JBT 'ਚੋਂ। ਫਿਰ ਮੈਂ B.Ed ਦਾ ਐਂਟਰ ਟੈਸਟ ਦਿੱਤਾ, ਉਹਦੇ 'ਚੋਂ ਮੈਂ ਪਹਿਲੀ ਵਾਰੀ ਮਤਲਬ ਵਧੀਆ ਰੈਂਕ ਲੈ ਲਿਆ। ਮੇਰਾ ਪੰਜਾਬ 'ਚੋਂ 14 ਰੈਂਕ ਸੀਗਾ ਉਦੋਂ। ਅੱਛਾ ਜੀ। ਅਤੇ ਉਸ ਤੋਂ ਬਾਅਦ ਫਿਰ ਮੈਂ ਜੋਬ ਵਾਸਤੇ ਵੀ ਟਰਾਈ ਕੀਤਾ ਸੀਗਾ। ਤਾਂ ਜਦੋਂ ਜੋਬ ਮਿਲੀ ਉਹਨਾਂ ਦਿਨਾਂ 'ਚ ਪਤਾ ਨਹੀਂ ਉਹ ਅਜੀਤ ਅਖਬਾਰ ਹੁੰਦਾ ਸੀਗਾ, ਅਤੇ ਵੀ ਉਹਦੇ ਵਿੱਚ ਨਿਕਲਦੀਆਂ ਹੁੰਦੀਆਂ ਸੀ ਸਾਰੀਆਂ ਇਹਦੀਆਂ ਵੀ ਇੰਟਰਵਿਊ ਵਾਸਤੇ ਵੀ ਜਿਹੜੀ ਵੀ ਤਰੀਕ ਨਿਕਲਣੀ ਉਹਦੇ 'ਚ ਹੀ ਨਿਕਲਣੀ। ਤਾਂ ਪਤਾ ਨਹੀਂ ਉਸ ਦਿਨ ਈਦ ਕਰਕੇ ਨਾ ਉਹ ਉਸ ਦਿਨ ਦਾ ਅਖਬਾਰ ਆਇਆ ਨਹੀਂ ਗਾ, ਅਤੇ ਉਹਦੇ ਵਿੱਚ ਜਿਹੜੀ ਤਰੀਕ ਸੀਗੀ ਉਹ ਗਲਤ ਹੋ ਗਈ। ਯਾਨੀ ਕਿ ਮੈਨੂੰ ਜਿਹੜੇ ਜੋਬ ਦੇ ਜਿਹੜੇ ਮੇਰਾ ਲੈਟਰ ਸੀ ਜਾਂ ਨਿਯੁਕਤੀ ਪੱਤਰ ਸੀਗਾ ਉਹ ਇੱਕ ਦਿਨ ਪਹਿਲਾਂ ਮਿਲਣਾ ਸੀਗਾ, ਅਤੇ ਉਹ ਅਖਬਾਰ ਉਸ ਦਿਨ ਆਇਆ ਨਹੀਂ ਗਾ। ਅਤੇ ਉਹ ਪੇਪਰ ਅਗਲੇ ਦਿਨ ਜਦੋਂ ਅਸੀਂ ਦੇਖਿਆ, ਅਸੀਂ ਕਿਹਾ ਵੀ ਇਹ ਤਾਂ ਤਰੀਕ ਕੱਲ੍ਹ ਟੱਪ ਚੁੱਕੀ ਆ, ਹੈ ਨਾ। ਹਾਂਜੀ। ਤਾਂ ਫਿਰ ਉਹ ਅਗਲੇ ਦਿਨ ਜਦੋਂ ਅਸੀਂ ਗਏ ਉਦੋਂ ਕੋਈ ਗੱਲ ਨਾ ਸੁਣੀ। ਉੱਥੇ ਜਾ ਕੇ ਮੇਰਾ ਬ੍ਰਦਰ ਮੇਰੇ ਤੋਂ ਛੋਟਾ ਲਖਵੀਰ, ਹੈ ਨਾ, ਮੇਰੇ ਤੋਂ 10 ਸਾਲ ਛੋਟਾ, ਉਹ ਮੈਨੂੰ ਲੈ ਕੇ ਗਿਆ। ਉਦੋਂ ਤਾਂ ਮੇਰਾ ਭਾਰ ਵੀ ਨਹੀਂ ਹੁੰਦਾ ਸੀਗਾ, ਚੱਕ ਕੇ ਲੈ ਕੇ ਗਿਆ, ਹੈ ਨਾ। ਤਾਂ ਬੜਾ ਮਤਲਬ ਸੰਘਰਸ਼ ਕੀਤਾ ਅਸੀਂ ਉਹ ਨਿਯੁਕਤੀ ਪੱਤਰ ਲੈਣ ਵਾਸਤੇ ਵੀ। ਫਿਰ ਵੀ ਉਹਨਾਂ ਨੇ ਸਾਨੂੰ ਇਹ ਕਹਿ ਦਿੱਤਾ ਵੀ ਤੁਸੀਂ ਪਤਾ ਨਹੀਂ ਆ ਵੀ 2-3 ਜਣਿਆਂ ਦੇ ਹੋਰ ਵੀ ਇਸ ਪੋਸਟ ਦੇ ਉੱਤੇ ਮਤਲਬ ਆਰਡਰ ਹੋਏ ਆ, ਅਤੇ ਵੀ ਪਤਾ ਨਹੀਂ ਹੁਣ ਤੁਸੀਂ ਪਹਿਲਾਂ ਜਾ ਵੜੋ, ਇੱਦਾਂ ਕਰੋ, ਹੈ ਨਾ। ਮੇਰੀ ਮਾਸੀ ਦੇ ਮੁੰਡਿਆਂ ਨੇ ਵੀ ਮੈਨੂੰ ਕਾਫੀ ਸਪੋਰਟ ਕੀਤਾ, ਲੈ ਕੇ ਗਏ, ਮੈਡੀਕਲ ਕਰਵਾਇਆ, ਕਿਉਂਕਿ ਮੈਨੂੰ ਮਾਨਸਾ ਡਿਸਟ੍ਰਿਕਟ 'ਚ ਜੋਬ ਮਿਲੀ ਸੀਗੀ ਪਹਿਲੀ, ਹੀਰੋ ਕਲਾਂ ਪਿੰਡ ਵਿੱਚ, ਹੈ ਨਾ। ਤਾਂ ਉਦੋਂ ਤੱਕ ਜਦੋਂ ਤੱਕ ਮੈਡੀਕਲ ਹੋ ਗਿਆ, ਹਾਲਾਂਕਿ ਮੈਂ ਜੁਆਇਨ ਵੀ ਕਰ ਲਿਆ, 21 ਦਸੰਬਰ ਨੂੰ ਮੇਰੀ ਜੁਆਇਨਿੰਗ ਸੀਗੀ, ਬਟ ਉਸ ਦਿਨ ਸ਼ਨੀ ਐਤਵਾਰ ਦੀ ਛੁੱਟੀ ਹੁੰਦੀ ਸੀਗੀ, ਹੈ ਨਾ। ਅਤੇ 21-22 ਹੋ ਗਿਆ, ਅਤੇ 23 ਨੂੰ 24 ਨੂੰ ਛੁੱਟੀਆਂ ਪੈ ਜਾਂਦੀਆਂ ਹੁੰਦੀਆਂ, ਅਤੇ ਇੱਕ ਵਰਕਿੰਗ ਡੇ ਰਹਿ ਗਿਆ ਸੀਗਾ ਸਿਰਫ, ਹੈ ਨਾ। ਅਤੇ ਉਹ ਮੈਨੂੰ ਪ੍ਰਿੰਸੀਪਲ ਹੁੰਦੇ ਸੀਗੇ ਇੰਦਰਜੀਤ ਅਤਰੀ, ਉਹਨਾਂ ਨੇ ਮੈਨੂੰ ਜੁਆਇਨ ਕਰਾ ਲਿਆ। ਪਤਾ ਨਹੀਂ ਕਿੱਦਾਂ ਸਾਰਾ ਕੁਛ ਵਧੀਆ ਜਦੋਂ ਹੋਣਾ ਹੁੰਦਾ, ਜਦੋਂ ਵੀ ਤੁਸੀਂ ਕਹਿੰਦੇ ਨੇ ਵੀ ਸਾਰੀ ਕਾਇਨਾਤ ਤੁਹਾਡੀ ਮਦਦ ਕਰਦੀ ਹੈਗੀ ਆ, ਤਾਂ ਉਹ ਪਲ ਸੀਗੇ ਜਦੋਂ ਕਾਇਨਾਤ ਨੇ ਮੇਰੀ ਮਦਦ ਵੀ ਕੀਤੀ ਸੀ। ਪਰ ਮੈਂ ਉਸ ਦੀ ਮਦਦ ਨੂੰ ਉਸ ਵਕਤ ਮਹਿਸੂਸ ਨਹੀਂ ਕਰ ਸਕਦੀ ਸੀ, ਕਿਉਂਕਿ ਮੇਰਾ ਦਿਮਾਗ ਸੁੰਨ ਹੋ ਗਿਆ ਸੀ ਇੰਨੀਆਂ ਗੱਲਾਂ ਸੁਣ ਕੇ। ਹਾਲਾਤ ਚਾਹੇ ਮੇਰੇ ਉਲਟ ਸੀਗੇ, ਪਰ ਕੁਦਰਤ ਮੇਰੇ ਨਾਲ ਖੜੀ ਹੋਈ ਸੀਗੀ, ਉਦੋਂ ਮੈਨੂੰ ਦਿਖ ਨਹੀਂ ਰਹੀ ਸੀਗੀ। ਤਾਂ ਮੈਂ ਕੁਛ ਨਹੀਂ ਸੋਚ ਰਹੀ ਸੀ। ਉਸ ਤੋਂ ਪਹਿਲਾਂ ਜੋਬ ਮਿਲਣ ਤੋਂ ਪਹਿਲਾਂ ਵੀ ਸੋਚਿਆ ਵੀ ਜੇ ਮੈਨੂੰ ਜੋਬ ਮਿਲ ਗਈ ਤਾਂ ਠੀਕ ਆ, ਨਹੀਂ ਤਾਂ ਮੇਰੀ ਜ਼ਿੰਦਗੀ ਖਤਮ ਆ। ਮੈਂ ਵੀ ਸੋਚ ਲਿਆ ਸੀ ਆਪਣੀ ਜ਼ਿੰਦਗੀ ਖਤਮ ਕਰਨ ਬਾਰੇ। ਉਦੋਂ ਮੈਨੂੰ ਉਹ ਸਾਰਾ ਕੁਛ ਮਿਲਿਆ, ਜੁਆਇਨ ਵੀ ਕਰ ਲਿਆ, ਹੈ ਨਾ। ਇੱਕ ਦਿਨ ਉੱਥੇ ਮੈਂ ਰਹੀ, ਇੱਕ ਮੇਰੀ ਫਰੈਂਡ ਸੀਗੀ ਪੰਮੀ, ਉਹਨਾਂ ਦੇ ਘਰ ਰਹੀ, ਉੱਥੇ ਉਹਦੇ ਨਾਨਕੇ ਸੀ, ਉੱਥੇ ਰਹਿ ਰਹੀ ਸੀਗੀ, ਉੱਥੇ ਮੈਂ ਰਹੀ ਹੈਗੀ, ਉਹਨਾਂ ਦੇ ਘਰੇ 2 ਰਾਤਾਂ ਰਹੀ ਹੈਗੀਆਂ, ਹੈ ਨਾ। ਅਤੇ ਉਹ ਸਾਰਾ ਕੁਛ ਮੈਨੂੰ ਯਾਦ ਆ। ਅਤੇ ਪਰ ਜਦੋਂ ਜੁਆਇਨ ਕਰਨ ਤੋਂ ਬਾਅਦ ਵੀ ਛੁੱਟੀਆਂ ਪੈ ਗਈਆਂ ਦਸੰਬਰ ਦੀਆਂ, ਵਾਪਸ ਆ ਰਹੇ ਸੀਗੇ, ਮੇਰੇ ਬ੍ਰਦਰ ਨੇ ਮੈਨੂੰ ਸਕੂਟਰ 'ਤੇ ਪਿੱਛੇ ਦੋਨੇ ਪਾਸੇ ਲੱਤਾਂ ਕਰਕੇ ਬਿਠਾਇਆ ਹੋਇਆ। ਤਾਂ ਜਦੋਂ ਅਸੀਂ ਭਿੱਖੀ ਪਿੰਡ ਤੋਂ ਬਾਹਰ ਆ ਗਏ, ਹੀਰੋ ਤੋਂ ਭਿੱਖੀ ਤੋਂ ਗਾਂਹ ਵਾਲਾ ਪਿੰਡ ਹੀਰੋ ਕਲਾਂ ਸੀਗਾ, ਅਤੇ ਠੰਡੀ ਹਵਾ ਜਦੋਂ ਦਿਮਾਗ ਨੂੰ ਲੱਗੀ ਨਾ, ਅਤੇ ਵੀ ਉਦੋਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਹੈਗੀ ਹਾਂ। ਅਤੇ ਵੀ ਉਦੋਂ ਮੈਨੂੰ ਨੇਚਰ ਮਹਿਸੂਸ ਹੋਈ, ਵੀ ਉਦੋਂ ਮੈਨੂੰ ਲੱਗਿਆ ਵੀ ਯਾਰ ਮੈਂ ਤਾਂ ਇਹ ਸੋਚ ਲਿਆ ਸੀਗਾ ਕਿ ਮੈਂ ਆਪਣੇ ਆਪ ਨੂੰ ਖ਼ਤਮ ਕਰਨਾ, ਪਰ ਮੈਂ ਦੇਖ ਵੀ ਕੁਦਰਤ ਨੇ ਮੇਰੀ ਕਿੱਥੋਂ ਤੱਕ ਮਦਦ ਕੀਤੀ, ਬ੍ਰਦਰ ਨੇ ਕਿੰਨੀ ਮਿਹਨਤ ਕੀਤੀ ਹੈਗੀ ਆ, ਸਾਰੇ ਪ੍ਰਿੰਸੀਪਲ। ਫਿਰ ਮੈਨੂੰ ਸਾਰਾ ਕੁਛ ਯਾਦ ਆਇਆ ਵੀ ਇੱਥੇ ਮੇਰੇ ਹਾਲਾਤ ਉਲਟ ਸੀਗੇ, ਜੋ ਈਵਨ ਕਿ ਮੈਨੂੰ ਮੈਡੀਕਲ ਦੇ ਵਿੱਚ ਜਿਹੜਾ ਆਪਣਾ ਮੈਡੀਕਲ ਹੁੰਦਾ ਨਾ, ਡਾਕਟਰ ਨੇ ਜਵਾਬ ਦਿੱਤਾ ਮੈਨੂੰ, ਜਿਹਨੇ ਮਤਲਬ ਇੱਕ ਪਹਿਲਾਂ ਲਾਸਟ ਜਿਹੜੇ ਸਾਈਨ ਹੋਣੇ ਹੁੰਦੇ ਆ ਉਹ CMO ਦੇ ਹੋਣੇ ਹੁੰਦੇ ਆ, ਉਸ ਤੋਂ ਪਹਿਲਾਂ SMO ਉਹਨੂੰ ਮਤਲਬ ਕਰਦਾ, ਰਿਕਮੈਂਡ ਕਰਦਾ। ਉਹ ਕਹਿੰਦਾ ਇਹ ਤਾਂ ਟੀਚਰ ਬਣਨ ਦੇ ਕਾਬਿਲ ਹੀ ਨਹੀਂ ਆ। ਤੁਸੀਂ ਸੋਚੋ, ਦੇਖੋ ਤੁਸੀਂ ਸਾਰਾ ਮੈਡੀਕਲ ਆਪਦਾ ਕਲੀਅਰ ਕਰਵਾਇਆ ਹੋ, ਹੈ ਨਾ।
ਲਾਸਟ ਤੇ ਉਹਦੇ ਸਾਈਨ, ਉਹਦੇ ਰਿਕਮੈਂਡੇਸ਼ਨ ਤੋਂ ਬਾਅਦ CMO ਦੇ ਸਾਈਨ ਹੋਣੇ ਸੀਗੇ। 4:45 ਵੱਜ ਗਏ ਦੇਖ ਲਓ, ਹੈ ਨਾ, 4:30 ਵੱਜ ਚੁੱਕੇ ਸੀ ਉਦੋਂ। ਤੇ ਉਹਦੇ ਸਿਗਨੇਚਰ ਤੋਂ ਬਾਅਦ ਮੈਂ DO ਆਫਿਸ ਜਾ ਕੇ ਆਪਦਾ ਪ੍ਰਾਨ ਨੰਬਰ ਲੈਣਾ ਸੀਗਾ। ਅੱਧਾ ਘੰਟਾ ਸੀਗਾ ਤੇ ਉਹ ਅੱਧੇ ਘੰਟੇ 'ਚੋਂ ਬੰਦਾ ਮੰਨ ਨਹੀਂ ਰਿਹਾ ਸੀਗਾ ਵੀ ਮੈਂ ਸਾਈਨ ਕਰੂੰਗਾ। ਉੱਧਰੋਂ 4:45 ਵਜੇ CMO ਉੱਠ ਕੇ ਜਾ ਰਿਹਾ ਸੀਗਾ, ਤਾਂ ਮੈਂ ਉਹਦੇ ਬਾਹਰ ਬੈਠੀ ਹੋਈ ਸੀ। ਬ੍ਰਦਰ ਉੱਧਰ ਜਾ ਬੜੀ ਭਕਾਈ ਕਰ ਰਿਹਾ ਸੀਗਾ ਵੀ ਇਹ ਮੰਨ ਜਾਵੇ ਬੰਦਾ, ਹੈ ਨਾ, ਵੀ ਸਾਈਨ ਨਹੀਂ ਕਰਦਾਗਾ। ਤੇ ਉਹ ਕਹਿੰਦਾ ਵੀ ਹਾਂ ਬਈ ਤੁਸੀਂ ਸਵੇਰ ਦਾ ਤੇ ਨਾ ਤੂੰ ਤੁਰਿਆ ਫਿਰਦਾ, ਕੀ ਪ੍ਰੋਬਲਮ ਆ ਤੇਰੀ? ਉਹ ਕਿਹਾ, ਉਹਨੇ ਸਾਰੀ ਗੱਲ ਦੱਸੀ ਵੀ ਸਰ ਇੱਦਾਂ ਕਰਕੇ ਆ, ਤੇ ਵੀ SMO ਸਰ ਕਹਿੰਦੇ ਸਾਈਨ ਨਹੀਂ ਕਰ ਰਹੇ ਹੈਗੇ। ਉਹ ਕਹਿੰਦੇ ਤੂੰ ਉਹਦੇ ਸਾਈਨਾਂ ਤੋਂ ਕੀ ਕਰਾਉਣਾ, ਲਿਆ ਮੈਂ ਕਰਾਂ। ਕਹਿੰਦੇ ਮਤਲਬ ਉਹ ਉਹਨਾਂ ਦੇ ਰਿਕਮੈਂਡੇਸ਼ਨ ਤੋਂ ਬਗੈਰ ਹੀ ਉਹਨਾਂ ਨੇ ਮੈਨੂੰ ਪਾਸ ਕੀਤਾ। ਯਾਨੀ ਕਿ ਉਸ ਤੋਂ ਬਾਅਦ ਫਿਰ ਅਸੀਂ ਗਏ ਉੱਥੇ DO ਆਫਿਸ ਗਏ, ਉੱਥੋਂ ਪ੍ਰਾਨ ਨੰਬਰ ਲਿਆ, ਅਗਲੇ ਦਿਨ ਗਏ। ਮਤਲਬ ਪੂਰੇ ਦੇ ਪੂਰੇ ਹਾਲਾਤ ਨਪੀੜ ਦੇਣ ਵਾਲੇ ਹਾਲਾਤ ਸੀਗੇ, ਪਰ ਨੇਚਰ ਨੇ ਉੱਥੇ ਮਦਦ ਕੀਤੀ। ਜਾਂ ਕਹਿ ਲਓ ਵੀ ਮੈਨੂੰ ਲੱਗਦਾ ਹੁੰਦਾ ਵੀ ਜਿਹੜੀ ਨੇਚਰ ਹੁੰਦੀ ਆ, ਮੇਰੇ ਲਈ ਰੱਬ ਆ ਨਾ ਜਿਹੜਾ, ਉਹ ਨੇਚਰ ਆ। ਕਿਉਂਕਿ ਮੈਂ ਰੱਬ ਨੂੰ ਤਾਂ ਦੇਖਿਆ ਨਹੀਂ, ਪਰ ਮੈਂ ਨੇਚਰ ਦੇਖੀ ਆ। ਹੁਣ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਉਹ ਨੇਚਰ ਆ ਜਿਹੜੀ, ਉਹਨੇ ਕਿਸੇ ਨਾ ਕਿਸੇ ਦੇ ਰੂਪ ਵਿੱਚ ਤੁਹਾਡੀ ਮਦਦ ਕਰਨੀ ਹੁੰਦੀ ਹੈਗੀ ਆ, ਹੈ ਨਾ। ਵੀ ਉਹ ਹਾਲਾਤ ਜਿਹੜੇ ਸੀ ਉਹਨਾਂ ਵਿੱਚੋਂ ਬੜੀ ਮੁਸ਼ਕਿਲ ਨਾਲ ਨਿਕਲੀ ਹੈਗੀ ਆ। ਪਰ ਮੈਂ ਉਦੋਂ ਕੀ ਕੀਤਾ ਸੀ, ਆਪਦੇ ਆਪ ਨੂੰ ਹਾਲਾਤ ਦੇ ਹਵਾਲੇ ਕਰਤਾ ਸੀਗਾ ਵੀ ਜੋ ਹੁੰਦਾ ਵੇਖੀ ਜਾਊਗੀ। ਇੱਕ ਮੈਂ ਪਹਿਲਾਂ ਫੈਸਲਾ ਕਰ ਚੁੱਕੀ ਸੀ ਵੀ ਬਈ ਇਹ ਜੇ ਕੰਮ ਮੇਰਾ ਨਾ ਹੋਇਆ ਬਣਿਆ ਤੇ ਆਪਾਂ ਤਾਂ ਹੁਣ ਖਤਮ ਆ। ਉਹ ਮੇਰਾ ਫੈਸਲਾ ਸੀਗਾ, ਪਰ ਮੈਨੂੰ ਬਹੁਤ ਅਫਸੋਸ ਹੁੰਦਾ ਕਿ ਉਸ ਵਕਤ ਮੈਂ ਉਹ ਫੈਸਲਾ ਕਿਉਂ ਲਿਆ। ਪਰ ਉਹਦੇ 'ਚੋਂ ਨਿਕਲੀ ਮੈਂ, ਜਦੋਂ ਮੈਨੂੰ ਮਹਿਸੂਸ ਹੋਇਆ, ਜਦੋਂ ਮੈਨੂੰ ਨੇਚਰ ਹੈ ਜਿਹੜੀ ਮੈਨੂੰ ਮਹਿਸੂਸ ਹੋਈ, ਜਦੋਂ ਹਵਾ ਵੱਜੀ ਠੰਡੀ ਦਿਮਾਗ ਨੂੰ ਲੱਗੀ, ਤਾਂ ਮੈਂ ਆਪਣੇ ਬ੍ਰਦਰ ਨੂੰ ਕਿਹਾ, ਮੈਂ ਕਿਹਾ ਲੱਖ ਹੋਏ, ਮੈਂ ਕਿਹਾ ਨਾ ਹੁਣ ਲੱਗਦਾ ਵੀ ਨਾ ਕੁਛ ਨਾ ਮਿਲ ਗਿਆ ਹੁੰਦਾ ਜਿਵੇਂ, ਹੈ ਨਾ। ਤੇ ਮੈਂ ਉਹਨੂੰ ਐਂ ਕਰਕੇ ਪਿੱਛੋਂ ਦੀ ਜੱਫੀ ਪਾਈ, ਹੈ ਨਾ। ਉਹਨੇ ਬੜੀ ਸਕੂਟਰ ਨੂੰ, ਉਹ ਬੋਲਦਾ ਨਹੀਂ ਹੁੰਦਾ, ਬਹੁਤ ਘੱਟ ਬੋਲਦਾ, ਹੁਣ ਵੀ ਨਹੀਂ ਬੋਲਦਾ ਹੁੰਦਾ। ਉਹਨੇ ਦਿੱਤੀ ਰੇਸ, ਮਤਲਬ ਫੁੱਲ ਸਪੀਡ 'ਤੇ ਅਸੀਂ ਉਹ ਭਜਾਇਆ ਸਕੂਟਰ। ਯਾਨੀ ਕਿ ਇਹ ਸਾਡੀ ਖੁਸ਼ੀ ਦਾ ਸਿਖਰ ਸੀਗਾ, ਯਾਨੀ ਕਿ, ਹੈ ਨਾ। ਤਾਂ ਵੀ ਇੱਦਾਂ ਦੇ ਜਦੋਂ ਹਾਲਾਤ ਹੁੰਦੇ ਆ, ਇਹ ਇੱਕ ਹਿਊਮਨ ਬੀਇੰਗ ਹੋਣ ਦੇ ਨਾਤੇ ਟੁੱਟਦਾ ਜ਼ਰੂਰ ਆ ਬੰਦਾ, ਪਰ ਉਦੋਂ ਸ਼ਾਇਦ ਕੁਛ ਨਾ ਕੁਛ ਅਜਿਹਾ ਹੁੰਦਾ ਨੇਚਰ ਦੇ ਵਿੱਚ ਕਹਿ ਲਓ ਜਾਂ ਕੁਛ ਵੀ ਕਹਿ ਲਓ, ਵੀ ਉਹ ਤੁਹਾਡੇ ਨਾਲ ਖੜਿਆ ਹੁੰਦਾ। ਤੁਸੀਂ ਉਹਨੂੰ ਉਸ ਵਕਤ ਪਹਿਚਾਣ ਨਹੀਂ ਸਕਦੇ ਹੁੰਦੇ ਗੇ, ਜਾਂ ਕਹਿ ਲਓ ਕਿ ਤੁਹਾਡੇ ਅੱਖਾਂ ਅੱਗੇ ਧੁੰਦੀ ਉਨੀ ਕਾਈ ਹੁੰਦੀ ਹੈਗੀ ਆ ਵੀ ਪਹਿਚਾਣ ਨਹੀਂ ਸਕਦੇ। ਇਹ ਗੱਲਾਂ 'ਚੋਂ ਜਦੋਂ ਬੰਦਾ ਲੰਘ ਜਾਂਦਾ ਉਹਨੂੰ ਉਦੋਂ ਪਤਾ ਲੱਗਦਾ। ਮੈਂ ਹੁਣ ਇਸ ਕਰਕੇ ਗੱਲ ਕਰ ਸਕਦੀ ਹਾਂ ਕਿ ਮੈਂ ਟੱਪ ਚੁੱਕੀ ਹਾਂ। ਪਰ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਵੀ ਜਿਵੇਂ ਮੈਂ ਅਕਸਰ ਗੱਲ ਕਰਦੀ ਹੁੰਦੀ ਹਾਂ ਵੀ ਜਦੋਂ ਆਪਾਂ ਥੀਏਟਰ ਦੇਖਦੇ ਹੁੰਦੇ ਸੀ ਪਹਿਲਾਂ, ਯਕਦਮ ਹਨੇਰਾ ਕਰ ਦਿੰਦੇ ਹੁੰਦੇ ਸੀਗੇ, ਹੈ ਨਾ। ਆਪਾਂ ਨੂੰ ਪੌੜੀਆਂ ਤੱਕ ਨਹੀਂ ਦਿਖਦੀਆਂ ਹੁੰਦੀਆਂ ਸੀਗੀਆਂ, ਪਰ ਥੋੜ੍ਹੀ ਦੇਰ ਬਾਅਦ ਆਪਣੀਆਂ ਅੱਖਾਂ ਉਸ ਹਨੇਰੇ ਦੇ ਵਿੱਚ ਵੇਖਣ ਦੇ ਕਾਬਲ ਹੋ ਜਾਂਦੀਆਂ ਸੀਗੀਆਂ। ਤਾਂ ਮੈਨੂੰ ਲੱਗਦਾ ਵੀ ਆਪਾਂ ਨੂੰ ਘੱਟੋ ਘੱਟ ਇੰਨਾ ਟਾਈਮ ਆਪਦੇ ਆਪ ਨੂੰ ਜ਼ਰੂਰ ਦੇਣਾ ਚਾਹੀਦਾ ਹੈਗਾ ਵੀ ਅਸੀਂ ਹਨੇਰੇ 'ਚ ਦੇਖਣ ਦੇ ਕਾਬਲ ਤਾਂ ਹੋ ਸਕੀਏ। ਕਿਉਂਕਿ ਹਨੇਰੇ 'ਚ ਦੇਖਣ ਦੇ ਕਾਬਿਲ ਹੋਣਾ ਸਾਡੀ ਅੱਖ ਦਾ ਇੱਕ ਸੁਭਾਅ ਗੁਣ ਆ। ਮੈਨੂੰ ਤੁਸੀਂ ਸਾਇੰਸ ਨੇ ਵੀ ਸਿੱਧ ਕਰ ਦਿੱਤਾ ਹੈਗਾ ਵੀ ਤੁਹਾਡਾ ਜਿਹੜਾ ਰੈਟੀਨਾ ਹੈਗਾ ਉਹ ਫੈਲ ਜਾਂਦਾ ਹਨੇਰੇ 'ਚ, ਨਾ। ਜੇ ਸਾਡੇ ਅੰਦਰ ਕੁਦਰਤ ਨੇ ਉਹ ਚੀਜ਼ ਪਾਈ ਆ, ਇੱਕ ਐਡਾ ਵੱਡਾ ਗੁਣ ਪਾਇਆ ਹੋਇਆ ਹੈਗਾ ਵੀ ਉਹਨੇ ਇੰਨੀਆਂ ਸਾਰੀਆਂ ਚੀਜ਼ਾਂ ਦਿੱਤੀਆਂ ਹੋਈਆਂ ਹੈਗੀਆਂ ਤੇ ਆਪਾਂ ਉਹਨਾਂ ਦੀ ਵਰਤੋਂ ਨਹੀਂ ਕਰਦੇ। ਥੋੜਾ ਵਕਤ ਜਾਂ ਇੰਤਜ਼ਾਰ ਪਹਿਲਾਂ ਹੀ ਆਪਾਂ ਹਾਲਾਤ ਹੱਥ ਖੜੇ ਕਰ ਦਿੰਦੇ ਹੁੰਦੇ ਹਾਂ। ਹੁਣ ਜਦੋਂ ਆਪਾਂ ਫਿਰ ਸਾਹਿਤ ਦੀ ਗੱਲ ਕਰਾਂਗੇ, ਹੈ ਨਾ, ਜਦੋਂ ਤੁਸੀਂ ਅਜੋਕਾ ਹੁਣ ਦੇ ਸਮੇਂ ਦਾ ਸਾਹਿਤ ਪੜ੍ਹਦੇ ਹੋ, ਤੁਸੀਂ ਹਮੇਸ਼ਾ ਗੱਲ ਕਰਦੇ ਹੋ ਕਿ ਸਾਹਿਤ ਆ ਜਿਹੜਾ ਮਜ਼ਲੂਮਾਂ ਦੇ ਹੱਕ 'ਚ ਹੋਣਾ ਚਾਹੀਦਾ। ਤੁਸੀਂ ਆਪਣੇ 'ਤੇ ਵੀ ਲਿਖਿਆ, ਤੁਸੀਂ ਉਹ ਵੀ ਮੈਂ ਮਜ਼ਲੂਮ ਧਿਰ ਹੀ ਮੰਨਦੀ ਹਾਂ ਜਿਹਦੇ 'ਤੇ ਤੁਸੀਂ ਇਹ ਨਾਵਲ, ਹੈ ਨਾ, ਲਿਖਿਆ ਹੈ ਵੀ ਮੈਂ ਕੀ ਜਾਣਾ ਮੈਂ ਕੌਣ। ਅਜੋਕੇ ਸਾਹਿਤ ਨੂੰ ਕਿਵੇਂ ਦੇਖਦੇ ਹੋ? ਹੁਣ ਦਾ ਸਾਹਿਤ ਤੁਹਾਨੂੰ ਕਿਵੇਂ ਲੱਗਦਾ ਕਿ ਵਾਕਈ ਆਪਣੀ ਜ਼ਿੰਮੇਵਾਰੀ ਹੈ ਜਿਹੜੀ ਨਿਭਾ ਰਿਹਾ? ਪਤਾ ਕਿ ਮੈਨੂੰ ਲੱਗਦਾ ਹੁੰਦਾ ਵੀ ਜਿਹੜਾ ਸਾਹਿਤ ਹੁੰਦਾ ਸਮੇਂ ਦਾ ਸ਼ੀਸ਼ਾ ਹੁੰਦਾ, ਔਰ ਲੇਖਕ ਆਪਦੇ ਤੋਂ ਵੱਧ ਵੀ ਨਹੀਂ ਲਿਖ ਸਕਦਾ, ਆਪਦੇ ਤੋਂ ਵੱਡਾ ਮੈਨੂੰ ਨਹੀਂ ਲੱਗਦਾ ਗਾ ਵੀ ਜਿੱਥੋਂ ਤੱਕ ਉਹਦੀ ਸੋਚ ਜਾਂਦੀ ਆ ਉਹ ਉੱਥੋਂ ਤੱਕ ਹੀ ਲਿਖੂਗਾ, ਜਾਂ ਜੋ ਉਹਦੇ ਹਾਲਾਤ ਹੋਣਗੇ, ਜੋ ਤਜਰਬੇ ਉਹਨੇ ਲਏ ਹੋਣਗੇ, ਚੰਗੇ ਹੋਣਗੇ ਮਾੜੇ ਹੋਣਗੇ, ਲਿਖੂਗਾ ਤਾਂ ਉਹੀ ਨਾ ਘੱਟੋ ਘੱਟ। ਜਾਂ ਫਿਰ ਉਹ ਕੁਛ ਤਜਰਬੇ ਜਿਹੜੇ ਹੈਗੇ ਆ, ਜਿਵੇਂ ਮੈਂ ਰਿਸਰਚ ਕਰਕੇ ਗੇਨ ਕੀਤੇ ਹੈਗੇ ਆ, ਹੈ ਨਾ,
ਹੁਣ ਕਈ ਵਾਰੀ ਮੈਨੂੰ ਕਹਿ ਦਿੰਦੇ ਹੁੰਦੇ ਆ ਵੀ ਮੇਰਾ ਨਾਵਲ ਸ਼ਾਹਰਗ ਦੇ ਰਿਸ਼ਤੇ ਦੇ ਵਿੱਚ ਇੱਕ ਬੋਲਡ ਸੀਨ ਸੀ, ਬੈਡਰੂਮ ਸੀਨ ਸੀਗਾ। ਮੈਨੂੰ ਇੱਕ ਮੇਰੀ ਬਹੁਤ ਅੱਛੀ ਫਰੈਂਡ ਨੇ ਕਿਹਾ ਵੀ ਤੂੰ ਉਸ ਸਥਿਤੀ 'ਚ ਨਾ ਗਈ, ਤੁਸੀਂ ਉਹ ਸੀਨ ਕਿਵੇਂ ਲਿਖਤਾ। ਮੈਂ ਕਿਹਾ ਯਾਰ ਵੀ ਤੇਰੇ ਮੇਰੇ ਵਰਗੀਆਂ ਸਹੇਲੀਆਂ ਬਹੁਤ ਆ, ਪੁੱਛ ਲਿਆ ਉਹਨਾਂ ਤੋਂ। ਅੱਜ ਕੱਲ੍ਹ ਤਾਂ ਵੀਡੀਓਜ਼ ਬਹੁਤ ਆ, ਦੇਖ ਲਿਆ ਮੈਂ। ਜ਼ਰੂਰੀ ਤਾਂ ਨਹੀਂ ਹੁੰਦਾ ਗਾ ਵੀ ਤੁਸੀਂ ਜਿਹੜੀ ਚੀਜ਼ ਹੱਡੀ ਹੰਢਾਈ ਹੋਵੇ ਉਹੀ ਤੁਹਾਡਾ ਤਜਰਬਾ ਹੁੰਦੀ ਆ। ਜੋ ਚੀਜ਼ ਤੁਸੀਂ ਮਹਿਸੂਸ ਕਰ ਸਕੋ ਆਪਦੇ ਤਨ 'ਤੇ, ਹੈ ਨਾ, ਚਾਹੇ ਤੁਹਾਡੇ ਨਾਲ ਵਾਪਰੀ ਆ ਜਾਂ ਨਹੀਂ ਵਾਪਰੀ, ਹੈ ਨਾ, ਇਹ ਗੱਲ ਵੱਖਰੀ ਆ। ਜੋ ਤੁਸੀਂ ਦੂਜੇ ਦਾ ਦਰਦ ਨੂੰ ਹੀ ਆਪਣਾ ਦਰਦ ਸਮਝ ਕੇ ਮਹਿਸੂਸ ਕਰਦੇ ਆ, ਦੂਸਰੇ ਦੇ ਹਾਲਾਤ ਨੂੰ ਆਪਦੇ ਆਪ 'ਤੇ ਲਾ ਕੇ ਮਹਿਸੂਸ ਕਰਦੇ ਹੈਗੇ ਹੋ, ਤਾਂ ਉਹੀ ਤੁਸੀਂ ਲਿਖ ਸਕਦੇ ਹੋ, ਹੈ ਨਾ। ਤਾਂ ਮੈਨੂੰ ਲੱਗਦਾ ਵੀ ਜਿਹੜਾ ਸਾਹਿਤ ਆ ਜੋ ਉਹਨਾਂ ਦੇ ਤਜਰਬਾਤ ਹੈਗੇ, ਜਿਵੇਂ ਅੱਜ ਕੱਲ੍ਹ ਪਹਿਲਾਂ ਦੇ ਲੋਕਾਂ ਨੂੰ, ਬੱਚਿਆਂ ਨੂੰ ਬੜਾ ਸੰਘਰਸ਼ ਕਰਨਾ ਪੈਂਦਾ ਹੁੰਦਾ ਸੀ, ਉਹਨਾਂ ਦੀਆਂ ਸੰਘਰਸ਼ ਵਾਲੀਆਂ ਰਚਨਾਵਾਂ ਸਾਹਮਣੇ ਆਉਂਦੀਆਂ ਸੀਗੀਆਂ। ਹੁਣ ਅੱਜ ਕੱਲ੍ਹ ਤਾਂ ਬੱਚੇ ਨੂੰ ਜੰਮਦੇ ਨੂੰ ਸਮਾਰਟਫੋਨ ਦਿੱਤਾ ਜਾਂਦਾ ਹੈਗਾ, ਜੇ ਉਹ ਕੱਲ੍ਹ ਨੂੰ ਲਿਖੂਗਾ ਵੀ ਤਾਂ ਉਸ ਤਰ੍ਹਾਂ ਦੇ ਹਾਲਾਤ 'ਚ ਹੀ ਲਿਖੂਗਾ ਨਾ। ਸੰਘਰਸ਼ ਜਿਹੜਾ ਮੰਨਫੀ ਹੋ ਗਿਆ, ਹਾਂ, ਸੰਘਰਸ਼ ਮੰਨਫੀ ਹੋ ਗਿਆ। ਔਰ ਇੱਕ ਚੀਜ਼ ਹੋਰ ਜਿਹੜੀ ਮੰਨਫੀ ਹੋ ਗਈ ਆ, ਸਾਡੇ ਸਾਹਿਤ 'ਚੋਂ ਵੀ ਮੰਨਫੀ ਹੋ ਰਹੀ ਹੈਗੀ ਆ, ਰੋਲ ਮਾਡਲ ਦੀ। ਮਤਲਬ ਤੁਹਾਡੇ ਨਾਇਕ ਖਤਮ ਹੋ ਰਹੇ ਆ। ਜਦ ਮੈਂ ਆਪਣਾ ਨਾਵਲ ਲਿਖਿਆ ਸੀ ਨਿਰਭਉ ਨਿਰਵੈਰ, ਕਮਲ ਸਰਜੀਤ ਗਿੱਲ ਦੀ ਲਾਈਫ ਦੇ ਕੁਝ ਘਟਨਾਵਾਂ ਲੈ ਕੇ ਉਹ ਮੈਂ ਨਾਵਲ ਲਿਖਿਆ ਸੀਗਾ, ਅਤੇ ਅੱਜ ਦੇ ਹਾਲਾਤ ਦੇ ਮੁਤਾਬਕ ਉਹ ਭਾਵਨਾਤਮਕ ਰਿਸ਼ਤਿਆਂ ਦੀ ਜਿਹੜੀ ਮੈਂ ਗੱਲ ਕੀਤੀ ਸੀਗੀ, ਪੁਰਾਣੇ ਲੋਕਾਂ 'ਚ ਹੁੰਦੇ ਸੀਗੇ, ਅੱਜ ਕੱਲ੍ਹ ਨਹੀਂ ਹੁੰਦੇ ਸੀਗੇ, ਹੈ ਨਾ। ਤਾਂ ਉਹ ਵਾਕਈ ਗੱਲ ਸਹੀ ਆ ਵੀ ਸਾਡੇ ਕੋਲੇ ਕੋਈ ਨਾਇਕ ਨਹੀਂ ਹੈਗਾ ਵੀ ਅਸੀਂ ਕਿਹਦੇ ਵਰਗਾ ਬਣੀਏ। ਅੱਗੇ ਸਾਡੇ ਕੋਲੇ ਹਰੀ ਸਿੰਘ ਨਲੂਆ ਸੀਗਾ। ਜੇ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ ਮੇਰੇ ਲਈ ਸਭ ਤੋਂ ਵੱਡੀ ਨਾਇਕਾ ਗਦਰੀ ਗੁਲਾਬ ਕੌਰ ਆ। ਹੁਣ ਤੁਸੀਂ ਦੇਖੋ ਵੀ ਗਦਰੀ ਗੁਲਾਬ ਕੌਰ ਦੇ ਬਾਰੇ ਵਿੱਚ ਵੀ ਆਮ ਲੋਕਾਂ ਨੂੰ ਨਹੀਂ ਪਤਾ ਹੋਊਗਾ, ਜਦ ਕਿ ਮਾਈ ਭਾਗੋ ਦਾ ਆਪਾਂ ਨਾਮ ਸੁਣਿਆ ਹੈਗਾ, ਪਰ ਗਦਰੀ ਗੁਲਾਬ ਕੌਰ ਤਾਂ ਉਸ ਤੋਂ ਵੀ ਹੁਣ ਦੇ ਸਮੇਂ ਦੀ ਹੈਗੀ ਆ ਕਿ ਨਹੀਂ। ਜੇ ਉਹ 1705 ਵਿੱਚ ਤਾਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਈ ਜਾਂਦੇ ਆ, ਇਹਦਾ ਮਤਲਬ ਉਹ 1700 ਤੋਂ ਵੀ ਪਹਿਲਾਂ 1600 ਦੀ ਉਹ ਇਸਤਰੀ ਸੀਗੀ। ਬਟ ਗਦਰੀ ਗੁਲਾਬ ਕੌਰ ਤਾਂ ਆਪਣੀ 19ਵੀਂ ਸਦੀ ਦੇ ਵਿੱਚ ਹੀ ਆ, ਜਦੋਂ ਆਪਣਾ ਸੰਘਰਸ਼ ਚੱਲਦਾ ਰਿਹਾ ਸੀਗਾ। ਉਹਦੇ ਬਾਰੇ ਕਿਸੇ ਨੂੰ ਨਹੀਂ ਪਤਾ, ਉਹਦੇ ਬਾਰੇ ਕਿਤਾਬਾਂ ਵਿੱਚ ਵੀ ਨਹੀਂ ਹੈਗਾ ਗਾ। ਸਾਡੇ ਨਾਇਕ ਹੀ ਖਤਮ ਕਰ ਦਿੱਤੇ ਗਏ ਹੈਗੇ ਆ, ਹੈ ਨਾ। ਔਰਤਾਂ ਦਾ ਜਿਹੜਾ ਸੰਘਰਸ਼ ਹੈਗਾ ਉਹ ਨਹੀਂ ਹੈਗਾ ਗਾ। ਤਾਂ ਮੈਨੂੰ ਇਹ ਲੱਗਦਾ ਹੁੰਦਾ ਵੀ ਉਹਦੇ 'ਚ ਮੈਂ ਨਾਇਕ ਪੈਦਾ ਕੀਤੇ ਆ ਨਿੱਕੇ ਨਿੱਕੇ। ਮੇਰਾ ਜਿਹੜਾ ਨਾਵਲ ਆ ਸ਼ਾਹਰਗ ਦੇ ਰਿਸ਼ਤੇ, ਨੀਤੂ ਅਰੋੜਾ ਨੇ ਉਹਦਾ ਸਿਰਲੇਖ ਹੀ ਇਹ ਲਿਖਿਆ ਸੀਗਾ ਵੀ ਨਿੱਕੇ ਨਿੱਕੇ ਨਾਇਕਾਂ ਦੀ ਗਾਥਾ। ਉਹ ਤੁਸੀਂ ਕਹਿ ਰਹੇ ਸੀ ਵੀ ਆਪਣੇ ਵਰਗੇ ਬੰਦਿਆਂ ਬਾਰੇ, ਉਹ ਆਪਣੇ ਵਰਗੇ ਲੋਕਾਂ ਵਾਸਤੇ ਲਿਖਿਆ ਹੋਇਆ ਕਿ ਮੈਂ ਤਾਂ ਬਚਪਨ ਤੋਂ ਹੀ ਇੱਦਾਂ ਸੀਗੀ। ਪਰ ਕਈ ਵਾਰੀ ਕੀ ਹੁੰਦਾ, ਬੱਚੇ ਸਪੀਡ ਨੂੰ ਬਹੁਤ ਅੱਜ ਕੱਲ੍ਹ ਮੰਨਦੇ ਹੈਗੇ ਆ, ਅਤੇ ਸਪੀਡ ਕਰਕੇ ਐਕਸੀਡੈਂਟ ਹੁੰਦੇ ਆ। ਤਾਂ ਐਕਸੀਡੈਂਟ ਅਗਰ ਹੁੰਦਾ ਤਾਂ ਸਪਾਈਨਲ ਕਾਰਡ ਨੁਕਸਾਨਿਆ ਜਾਂਦਾ ਹੈਗਾ, ਅਤੇ ਜੇ ਸਪਾਈਨਲ ਕਾਰਡ ਨੁਕਸਾਨੀ ਜਾਂਦੀ ਹੈਗੀ ਆ, ਅਤੇ ਜੇ ਆਪਾਂ ਨੂੰ ਨੌਲੇਜ ਨਹੀਂ ਹੈਗੀ ਨਾ ਵੀ ਉਹਨੂੰ, ਜਦੋਂ ਆਪਾਂ ਨੂੰ ਐਂ ਹੁੰਦਾ ਵੀ ਇਹਨੂੰ ਬਚਾ ਲਈ, ਉਹਨੂੰ ਪੁੱਠਾ ਸਿੱਧਾ ਚੁੱਕਦੇ ਆ ਨਾ, ਅਤੇ ਉਹਨੂੰ ਬਚਾਉਣ ਦੇ ਵਿੱਚ ਵੀ ਆਪਾਂ ਉਹਦਾ ਨੁਕਸਾਨ ਕਰ ਸਕਦੇ ਹੈਗੇ। ਕਿਉਂ ਜਿੱਥੋਂ ਟੁੱਟ ਜਾਂਦੀ ਹੈ ਉਸ ਤੋਂ ਥੱਲੇ ਅਸੀਂ ਪੈਰਾਲਾਈਜ਼, ਆਸੇ ਪਾਸੇ ਹਿੱਲ ਜਾਂਦੀ ਆ, ਤਾਂ ਫਿਰ ਜਮਾਂ ਹੀ ਨੁਕਸਾਨ ਕਰਦੀ ਹੈਗੀ ਆ। ਤਾਂ ਉਹ ਨਾਵਲ ਹੀ ਉਹਨਾਂ ਬਾਰੇ ਹੈਗਾ ਵੀ ਜਿਨ੍ਹਾਂ ਦਾ ਸਪਾਈਨਲ ਕਾਰਡ ਆ ਜਿਹੜਾ ਉਹ ਨੁਕਸਾਨਿਆ ਜਾਂਦਾ, ਔਰ 32 ਮਣਕਿਆਂ ਦੇ ਵਿੱਚੋਂ ਜਿਹੜੇ, ਚਾਹੇ ਉਹ ਸਰਵਾਈਕਲ ਹੈ, ਲੰਬਰ ਹੈ, ਜਿਹੜੇ ਵੀ ਮਣਕੇ ਤੋਂ ਟੁੱਟ ਗਿਆ ਅਤੇ ਉਸ ਤੋਂ ਹੇਠਾਂ ਜਿਹੜਾ ਸੰਪਰਕ ਖਤਮ ਹੋ ਗਿਆ, ਕਿੱਦਾਂ ਦੇ ਹਾਲਾਤ ਹੁੰਦੇ ਆ, ਕਿੱਦਾਂ ਦੇ ਮਾਨਸਿਕ ਹਾਲਾਤ ਹੁੰਦੇ ਆ, ਅਤੇ ਉਹਨਾਂ ਮਾਨਸਿਕ ਹਾਲਾਤਾਂ ਵਿੱਚੋਂ ਕਿੱਦਾਂ ਨਿਕਲਦਾ। ਮੈਂ ਇਹੀ ਅਕਸਰ ਤਾਂ ਹੀ ਤਾਂ ਮੈਂ ਕਹਿੰਦੀ ਹੁੰਦੀ ਹਾਂ ਕਿ ਸਰੀਰਕ ਸਿਹਤ ਦੇ ਨਾਲ ਨਾਲ ਤੁਹਾਡੀ ਮਾਨਸਿਕ ਸਿਹਤ ਦਾ ਹੋਣਾ ਜ਼ਰੂਰੀ ਆ। ਮੈਂ ਇਸੇ ਕਰਕੇ ਇਸ ਗੱਲ ਨੂੰ ਜ਼ੋਰ ਦਿੰਦੀ ਹੁੰਦੀ ਹਾਂ। ਭੈਣੇ ਆਖਰੀ 2 ਸਵਾਲ ਮੈਂ ਲੈਂਦੀ ਹਾਂ, ਹੈ ਨਾ। ਜਿਵੇਂ ਤੁਸੀਂ ਜਦੋਂ ਆਪਾਂ ਪਹਿਲਾਂ ਬੈਠੇ ਹੈ ਨਾ ਚਾਹ ਪੀ ਰਹੇ ਗੱਲ ਕਰ ਰਹੇ ਸੀ, ਤੁਸੀਂ ਕਹਿੰਦੇ ਵੀ ਕਈ ਵਾਰੀ ਇੰਟੈਂਸ਼ਨ ਨਹੀਂ ਹੁੰਦੀ ਘਰਦਿਆਂ ਦੀ, ਪਰ ਫਿਰ ਵੀ ਲੱਗਦਾ ਹੁੰਦਾ ਵੀ ਕੁਛ ਕੁ ਚੀਜ਼ਾਂ ਤੋਂ ਵਾਂਝੇ ਰੱਖ ਰਹੇ ਨੇ, ਹੈ ਨਾ, ਵੀ ਕਈ ਫੈਸਲੇ ਨਿੱਕੇ ਨਿੱਕੇ ਜਿਹੜੇ ਦੱਸਣੇ ਭੁੱਲ ਜਾਂਦੇ, ਫਿਰ ਲੱਗਦਾ ਹੁੰਦਾ ਵੀ ਬੜੇ ਇਕੱਲੇ ਜਿਹੇ ਆ। ਹੁਣ ਤੁਸੀਂ ਸੈੱਟ ਵੀ ਹੋ, ਵਧੀਆ ਨੌਕਰੀ ਕਰ ਰਹੇ ਹੋ, ਵਧੀਆ ਤਨਖਾਹ ਲੈ ਰਹੇ ਹੋ, ਪਰਿਵਾਰ ਦਾ ਜਿਹੜਾ ਪੂਰਾ ਸਾਥ ਆ ਤੁਹਾਡੇ ਨਾਲ, ਇਹ ਇਕੱਲੇ ਤਾਂ ਕਦੀ ਐਵੇਂ ਮਹਿਸੂਸ ਨਹੀਂ ਹੋਈ, ਲੱਗਿਆ ਨਹੀਂ ਵੀ ਸੈੱਟਾਂ ਤਾਂ ਵਿਆਹ ਕਰਵਾ ਲੈਣਾ ਚਾਹੀਦਾ ਸੀ, ਜਾਂ ਇਹ ਚੀਜ਼ ਬਾਰੇ ਕਦੀ ਸੋਚਿਆ ਹੀ ਨਹੀਂ? ਵਿਆਹ ਕਰਵਾਉਣ ਦਾ ਮਤਲਬ ਹੁੰਦਾ ਇੱਕ ਜ਼ਿੰਦਗੀ ਨੂੰ ਛੱਡ ਕੇ ਦੂਜੀ ਜ਼ਿੰਦਗੀ ਨੂੰ ਜਿਉਣਾ। ਜਦੋਂ ਮੈਂ ਆਪਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਦਿੱਤੀਆਂ ਸੀਗੀਆਂ ਵੀ ਮੈਂ ਆਪਣੇ ਭਰਾਵਾਂ ਨੂੰ ਸੈੱਟ ਕਰਤਾ, ਉਹਨਾਂ ਦੇ ਵਿਆਹ ਵੀ ਕਰਤੇ, ਤਾਂ ਮੈਂ ਫਿਰ ਆਪਦੇ ਬਾਰੇ ਜਦੋਂ ਸੋਚਿਆ ਸੀਗਾ ਤਾਂ
ਵਿਆਹ ਲਈ ਤਾਂ ਇੱਕ ਪਾਰਟਨਰ ਚਾਹੀਦਾ ਹੀ ਹੁੰਦਾ ਘੱਟੋ ਘੱਟ ਉਹਦੇ ਨਾਲ ਹੀ, ਹੈ ਨਾ। ਤੇ ਮੈਂ ਜਦੋਂ ਸੋਚਿਆ ਵੀ ਉਹ ਕਿੱਦਾਂ ਦਾ ਹੋਣਾ ਚਾਹੀਦਾ ਹੈਗਾ, ਕਿਉਂਕਿ ਹਰੇਕ ਕੁੜੀ ਤਾਂ ਬਚਪਨ ਤੋਂ ਸੁਪਨਾ ਵੇਖਦੀ ਆ, ਮੈਂ ਉਦੋਂ ਜਾ ਕੇ ਦੇਖਿਆ ਤਾਂ ਮੈਨੂੰ ਲੱਗਿਆ ਕਿ ਉਸ ਪੱਧਰ 'ਤੇ ਜਾ ਕੇ ਵੀ ਮੈਨੂੰ ਮੇਰਾ ਸੋਲਮੇਟ ਨਹੀਂ ਮਿਲ ਸਕਦਾ, ਹੈ ਨਾ। ਇੱਕ ਐਂ ਤਾਂ ਰਿਸ਼ਤੇ ਵੀ ਆਏ, ਮੇਰੇ ਘਰਦਿਆਂ ਨੇ ਦਿਖਾਏ ਮੈਨੂੰ, ਪਰ ਇੱਕ ਗੱਲ ਦੱਸਾਂ, ਇੱਕ ਤਰਾਸਦੀ ਦੱਸਾਂ ਮੈਂ ਤੈਨੂੰ, ਜੇ ਕੋਈ ਹੈਂਡੀਕੈਪ ਮੁੰਡਾ ਚਾਹੇ ਕੁੜੀ ਆ, ਉਹਦੇ ਘਰ ਦੇ ਵੀ ਨਾ ਉਹਦੇ ਵਾਸਤੇ ਹੈਂਡੀਕੈਪ ਮੁੰਡਾ ਜਾਂ ਕੁੜੀ ਲੱਗਦੇ ਆ। ਫਿਰ ਮੈਂ ਇਸ ਗੱਲ ਮੈਨੂੰ ਨਹੀਂ ਸਮਝ ਆਉਂਦੀ ਕਿ ਵੀ ਉਹਦੇ ਵਾਸਤੇ ਇੱਕ ਤਾਂ ਉਹ ਖੁਦ ਪ੍ਰੋਬਲਮ 'ਚ ਆ, ਇੱਕ ਤੁਸੀਂ ਉਹਦਾ ਪਾਰਟਨਰ ਵੀ ਖੁਦ ਪ੍ਰੋਬਲਮ 'ਚ, ਤੇ ਫਿਰ ਉਹਦੀ ਪ੍ਰੋਬਲਮ ਦੁੱਗਣੀ ਨਹੀਂ ਹੋ ਜੂਗੀ। ਬਿਲਕੁਲ। ਉਹ ਫਿਰ ਜੋ ਬੱਚੇ ਵੀ ਪੈਦਾ ਹੋਣਗੇ, ਦੇਅਰ ਆਰ ਸੋ ਮੈਨੀ ਪ੍ਰੋਬਲਮਸ ਹੈ ਨਾ ਆਫਟਰ ਦੈਟ ਲਾਈਫ, ਹੈ ਨਾ। ਵੀ ਇੱਦਾਂ ਨਹੀਂ ਹੋਣਾ ਚਾਹੀਦਾ ਯਾਰ। ਵੀ ਉਂਝ ਵੀ ਬੜੀਆਂ ਸਾਰੀਆਂ ਸੰਸਥਾਵਾਂ ਬਣੀਆਂ ਹੋਈਆਂ, ਕੱਲ੍ਹ ਪਰਸੋਂ ਮੈਂ ਫੇਸਬੁੱਕ 'ਤੇ ਦੇਖ ਰਹੀ ਸੀਗੀ, ਉੱਥੇ ਇੰਗਲਿਸ਼ 'ਚ ਲਿਖਿਆ ਹੋਇਆ ਵੀ ਜਿਹੜੇ ਦਿਵਿਆਂਗ ਲੋਕਾਂ ਦੀ ਦਿਵਿਆਂਗਾਂ ਨਾਲ ਸ਼ਾਦੀ ਕਰੋ। ਕਿਉਂ ਕਰਾਓ ਬਈ? ਸ਼ਾਇਦ ਐਕਸੈਪਟੈਂਸ ਨਹੀਂ ਹੈ ਸੋਸਾਇਟੀ 'ਚ ਹਾਲੇ ਤੱਕ। ਹਾਂ, ਫਿਰ ਨਾ ਉੱਥੇ ਸਮਝੌਤਾ ਨਹੀਂ ਹੋਇਆ ਮੇਰੇ ਤੋਂ। ਹਾਂਜੀ, ਮੈਂ ਸਮਝੌਤਾ ਨਹੀਂ ਕਰ ਸਕੀ ਵੀ ਮੈਂ ਚਾਹੁੰਦੀ ਸੀ ਵੀ ਘੱਟੋ ਘੱਟ ਸਰੀਰ ਤਾਂ ਮੇਰਾ ਤਾਂ ਜਿਹੋ ਜਿਹਾ ਹੈਗਾ ਹੀ ਆ, ਪਰ ਯਾਰ ਮੇਰਾ ਦਿਮਾਗ ਕਿਸੇ ਤੋਂ ਘੱਟ ਆ। ਹਾਂ ਬਿਲਕੁਲ। ਮੇਰੀਆਂ ਭਾਵਨਾਵਾਂ ਤਾਂ ਸਾਬਤ ਆ, ਜੇ ਮੇਰਾ ਸਰੀਰ ਸਾਬਤ ਨਹੀਂ ਹੈਗਾ, ਭਾਵਨਾਵਾਂ ਤਾਂ ਸਾਬਤ ਆ ਨਾ। ਤਾਂ ਉਦੋਂ ਫਿਰ ਮੈਨੂੰ ਲੱਗਿਆ ਕਿ ਯਾਰ ਮੈਂ ਸਮਝੌਤਾ ਨਹੀਂ ਕਰ ਸਕਦੀ ਗੀ। ਜੇ ਮੈਂ ਕਿਸੇ ਉੱਦਾਂ ਦੇ ਬੰਦੇ ਨਾਲ ਵਿਆਹ ਕਰਾਉਂਦੀ ਮੰਨ ਲਓ, ਤਾਂ ਮੈਨੂੰ ਸ਼ੁਰੂ ਤੋਂ ਫਿਰ 0 'ਤੇ ਆ ਜਾਣਾ ਸੀਗਾ। ਵੀ ਉਦੋਂ ਤੱਕ ਮੈਂ ਸੰਘਰਸ਼ ਕਰਕੇ ਮਸਾਂ ਤਾਂ ਇਸ ਕਾਬਲ ਬਣੀ ਸੀਗੀ ਕਿ ਮੈਂ ਆਪਦੀ ਜ਼ਿੰਦਗੀ ਨੂੰ ਇੰਜੋਏ ਕਰ ਸਕਾਂ। ਜੇ ਮੈਂ ਉਦੋਂ ਵਿਆਹ ਕਰਾ ਲੈਂਦੀ, ਔਰ ਵਿਆਹ ਕਰਾਉਣ ਵਾਸਤੇ ਜਿਹੜੇ ਰਿਸ਼ਤੇ ਮੈਨੂੰ ਮਿਲ ਰਹੇ ਸੀਗੇ ਤਾਂ ਉਹ ਵੀ ਉੱਦਾਂ ਦੇ ਮਿਲ ਰਹੇ ਸੀ, ਤਾਂ ਮੈਨੂੰ ਕਿ ਮੈਂ ਫਿਰ 0 'ਤੇ ਆ ਜਾਂਦੀ ਸੀਗੀ। ਤਾਂ ਮੈਨੂੰ ਯਾਰ ਉਹ 0 'ਤੇ ਜਾਣਾ ਮੈਨੂੰ ਮਨਜ਼ੂਰ ਨਹੀਂ ਹੋਇਆਗਾ। ਤਾਂ ਫਿਰ ਉਸ ਤੋਂ ਬਾਅਦ ਕਾਮਰਸ ਸੁਰਜੀਤ ਗਿੱਲ ਕਹਿੰਦੇ ਹੁੰਦੇ ਸੀਗੇ ਵੀ ਬੰਦੇ ਦੀ ਲਾਈਫ ਦਾ ਕੋਈ ਨਾ ਮਿਸ਼ਨ ਹੋਣਾ ਚਾਹੀਦਾ। ਫਿਰ ਮੈਨੂੰ ਲੱਗਿਆ ਕਿ ਵਿਆਹ ਇਹ ਮਿਸ਼ਨ ਨਹੀਂ ਹੈਗਾ ਗਾ। ਇਸ ਤੋਂ ਇਲਾਵਾ ਵੀ ਕਹਿੰਦੇ ਨੇ ਪਿਆਰ ਸੇ ਵੀ ਜ਼ਰੂਰੀ ਕਈ ਕੰਮ ਹੈ। ਸੋ ਉਹ ਸਾਰੇ ਜ਼ਰੂਰੀ ਕੰਮ ਜਿਹੜੇ ਸੀਗੇ ਉਹਨਾਂ ਨੂੰ ਫਿਰ ਮੈਂ ਆਪਣਾ ਮਿਸ਼ਨ ਬਣਾਇਆ। ਤਾਂ ਫਿਰ ਮੈਂ ਪਿੱਛੇ ਮੁੜ ਕੇ ਦੇਖਿਆ ਹੀ ਨਹੀਂ ਹੈਗਾ ਗਾ, ਹੈ ਨਾ। ਹੁਣ ਤਾਂ ਬਸ ਕਿਤਾਬਾਂ ਤੱਕ ਸੀਮਤ ਹੈਗੀਆਂ। ਅੱਜ ਕੱਲ੍ਹ ਮੈਂ ਪੂਰੀ ਤਰ੍ਹਾਂ ਸਰਕਾਰੀ ਮਾਸਟਰ ਨਹੀਂ ਆ, ਕਿਉਂਕਿ ਮੇਰਾ ਜਿਹੜਾ ਸਾਰਾ ਧਿਆਨ ਆ ਅੱਜ ਕੱਲ੍ਹ ਮੇਰੇ ਬੱਚਿਆਂ ਨੂੰ ਵੀਡੀਓਜ਼ ਬਣਾ ਕੇ ਭੇਜਣ 'ਤੇ, ਉਹਨਾਂ ਨੂੰ ਔਨਲਾਈਨ ਕਲਾਸਾਂ ਲਾਉਣ 'ਤੇ ਹੈਗਾ। ਕਿਉਂਕਿ ਮੈਨੂੰ ਲੱਗਦਾ ਵੀ ਟੀਚਰ ਹੋਣਾ ਕੀ ਹੈਗਾ, ਮੈਨੂੰ ਹੁਣ ਮਹਿਸੂਸ ਹੋ ਰਿਹਾ ਹੈਗਾ ਵੀ ਇਹ ਕੋਈ ਜੋਬ ਨਹੀਂ ਹੈਗੀ ਸੀ, ਇਹ ਮੇਰਾ ਆਦਰਸ਼ ਸੀਗਾ, ਇਹ ਮੇਰੀ ਜ਼ਿੰਮੇਵਾਰੀ ਆ। ਵੀ ਹੁਣ ਮੈਂ ਇੰਨੇ ਮਤਲਬ ਸਾਰਾ ਕੀ ਹਾਲਾਤ ਖ਼ਰਾਬ ਰਹੇ ਆ, ਮੈਂ ਸਕੂਟਰ ਚੱਕ ਕੇ ਬੱਚਿਆਂ ਨੂੰ ਮਿਲਦੀ ਹਾਂ, ਪਿੰਡ 'ਚ ਜਾਂਦੀ ਹਾਂ। ਮੈਂ ਅੱਜ ਤੱਕ ਮੈਨੂੰ ਇਸ ਸਕੂਲ ਦੇ ਵਿੱਚ ਮੈਂ 2005 ਤੋਂ ਆਈ ਹਾਂ, ਸਰਕਾਰੀ ਹਾਈ ਸਕੂਲ ਸੰਗੂ ਧੌਣ 'ਚ। ਮੈਨੂੰ ਸਾਰਾ ਪਿੰਡ ਜਾਣਦਾ, ਬਹੁਤ ਸਾਰੇ ਬੱਚੇ ਮੇਰੇ ਤੋਂ ਪੜ੍ਹ ਕੇ ਗਏ ਆ, ਸਾਰੇ ਪਿੰਡ 'ਚ ਰਾਣਾ ਮੈਡਮ ਕਰਦੇ ਆ, ਪਰ ਕਿਸੇ ਨੇ ਮੇਰਾ ਚਿਹਰਾ ਤੱਕ ਨਹੀਂ ਦੇਖਿਆ ਸੀਗਾ। ਵੀ ਜਿਹੜੀਆਂ ਘਰੇ ਲੇਡੀਜ਼ ਨਹੀਂ ਰਹਿੰਦੀਆਂ ਹੁੰਦੀਆਂ, ਉਹਨਾਂ ਨੇ ਉਸ ਦਿਨ ਮੈਂ ਪਿਆਸ ਦਾ ਕੋਈ ਟੈਸਟ ਸੀਗਾ ਵੀ ਉਹ ਕਰਵਾਉਣ ਵਾਸਤੇ ਗਈ, ਤਾਂ ਮੈਨੂੰ ਬੜੇ ਪਿੰਡ ਐਂ ਮਿਲੇ ਵੀ ਜਿਵੇਂ ਪਤਾ ਨਹੀਂ ਕੌਣ ਆ ਗਿਆ ਹੁੰਦਾ, ਵੀ ਕੋਈ ਲੀਡਰ ਕੋਈ ਐਕਟਰ ਪਤਾ ਨਹੀਂ ਕੌਣ ਆ ਗਿਆ ਹੁੰਦਾ ਨਾ। ਮੈਨੂੰ ਬੜੀ ਖੁਸ਼ੀ ਹੋਈ ਵੀ ਕਹਿੰਦਾ ਜੀ ਤੁਹਾਡੀ ਆਵਾਜ਼ ਸੁਣੀ ਹੈ ਜੀ, ਤੁਹਾਡੀ ਆਵਾਜ਼ ਜ਼ਰੂਰ ਰੋਜ਼ ਆਉਂਦੀ ਹੁੰਦੀ ਹੈਗੀ ਆ ਗਰੁੱਪ ਵਿੱਚ ਵੀ, ਅਤੇ ਕਿਊਟ ਬਹੁਤ ਬੋਲਦੇ, ਇੱਦਾਂ ਕਰਕੇ ਸਾਨੂੰ ਬਹੁਤ ਚੰਗੇ ਲੱਗਦੇ ਹੁੰਦੇ ਆ। ਵੀ ਜੋ ਉਹਨਾਂ ਦਾ ਰਵੱਈਆ ਸੀ ਮੇਰੇ ਪ੍ਰਤੀ, ਮੈਨੂੰ ਮਹਿਸੂਸ ਹੋਇਆ ਵੀ ਯਾਰ ਵੀ ਇਹ ਬੱਚੇ ਆ ਜਿਹੜੇ ਹੁਣ ਅਸੀਂ ਵੀ ਮੁਸੀਬਤ ਵਿੱਚ ਆ, ਤਾਂ ਬੱਚੇ ਵੀ ਤਾਂ ਮੁਸੀਬਤ ਵਿੱਚ ਹੈਗੇ ਆ ਨਾ। ਤਾਂ ਮੈਨੂੰ ਲੱਗਦਾ ਸੀ ਵੀ ਮੇਰੀ ਜ਼ਿੰਮੇਵਾਰੀ ਜਿਹੜੀ ਹੁਣ ਬਣਦੀ ਆ। ਹੁਣ ਜੇ ਤੂੰ ਮੈਨੂੰ ਇਹ ਸਵਾਲ ਕਰ ਲੈਂਦੀ ਵੀ ਤੂੰ ਕੀ ਪੜ੍ਹ ਰਹੀ ਹੈ, ਕੀ ਲਿਖ ਰਹੀ ਹਾਂ, ਤਾਂ ਮੇਰੇ ਕੋਲ ਕੋਈ ਜਵਾਬ ਨਹੀਂ ਸੀ, ਕਿਉਂਕਿ ਮੈਂ ਨਾ ਪੜ੍ਹ ਰਹੀ ਹਾਂ ਨਾ ਮੈਂ ਲਿਖ ਰਹੀ ਹਾਂ। ਮੈਂ ਸਿਰਫ ਤੇ ਸਿਰਫ ਆਪਣੇ ਬੱਚਿਆਂ ਦੀ ਮਦਦ ਕਰ ਰਹੀ ਹਾਂ, ਮੈਂ ਸਿਰਫ ਤੇ ਸਿਰਫ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹਾਂ। ਬਿਲਕੁਲ, ਨਹੀਂ ਬਹੁਤ ਚੰਗੀ ਗੱਲ ਆ। ਅਸੀਂ ਵੀ ਚਾਹੁੰਦੇ ਹਾਂ ਵੀ ਤੁਹਾਡਾ ਜਿਹੜੀ ਜ਼ਿੰਦਗੀ ਹੈ ਤੁਸੀਂ ਹੋਰ ਬੱਚਿਆਂ ਨੂੰ ਇੰਸਪਾਇਰ ਕਰੋ। ਬਹੁਤ ਸਾਰੇ ਬੱਚੇ ਤੁਹਾਡੀ ਇਸ ਸਥਿਤੀ 'ਚ ਹੋਣਗੇ ਨਾ। ਇੱਕ ਆਖਰੀ ਸਵਾਲ ਮੈਂ ਲੈਂਦੀ ਹਾਂ ਕਿ ਬਹੁਤ ਸਾਰੇ ਅੱਜ ਕੱਲ੍ਹ ਜਦੋਂ ਵੀ ਕਿਸੇ ਪਲੇਟਫਾਰਮ 'ਤੇ ਜਾਂਦੇ ਹੋ ਤੁਸੀਂ, ਔਰਤਾਂ ਬਾਰੇ ਬਹੁਤ ਜ਼ਿਆਦਾ ਗੱਲ ਹੁੰਦੀ ਹੈ ਕਿ ਔਰਤਾਂ ਨੇ ਜਿਹੜੀਆਂ ਉਹ ਆਪਣੇ ਆਪ ਨੂੰ ਲੈ ਕੇ ਜਾਗਰੂਕ ਹੋ ਰਹੀਆਂ ਨੇ। ਫੈਮਿਨਿਜ਼ਮ ਦੀ ਗੱਲ ਹੁੰਦੀ ਹੈ ਜਦੋਂ ਕਿ ਸਾਨੂੰ ਇਕਨੋਮਿਕਲੀ, ਸੋਸ਼ਲੀ ਜਾਂ ਫਿਰ ਸਾਨੂੰ ਪੋਲੀਟੀਕਲੀ ਇਕੁਅਲ ਜਿਹੜੇ ਅਸੀਂ ਚਾਹੁੰਦੇ ਹਾਂ ਸਾਨੂੰ ਹੱਕ ਮਿਲਣ ਬਰਾਬਰ ਦੇ। ਪਰ ਉਹਦੇ ਵਿੱਚ ਮੇਰਾ ਆਪਣਾ ਪਰਸਨਲ ਤਜਰਬਾ ਹੈ ਕਿ
ਕਿਤੇ ਨਾ ਕਿਤੇ ਔਰਤ ਆ ਜਿਹੜੀ ਆਪਣੀ ਕੋਮਲਤਾ, ਆਪਣਾ ਜਿਹੜਾ ਔਰਤ ਹੋਣ ਦਾ ਇੱਕ ਰੁਤਬਾ ਹੈ ਉਹ ਗਵਾ ਰਹੀ ਆ। ਅਸੀਂ ਔਰਤਾਂ ਵੀ, ਸਾਨੂੰ ਸੋਸ਼ਲ ਮੀਡੀਆ 'ਤੇ ਇਹ ਵੀ ਕਹਿ ਕੇ ਹੁਣ ਭੰਡਿਆ ਜਾਂਦਾ ਹੈ ਕਿ ਅਸੀਂ ਔਰਤਾਂ ਜਿਹੜੀਆਂ ਕਠੋਰ ਹੋ ਰਹੇ ਹਾਂ, ਹੈ ਨਾ। ਅਸੀਂ ਰਿਸ਼ਤਿਆਂ ਨੂੰ ਉਨੀ ਖੂਬਸੂਰਤੀ ਨਾਲ ਨਹੀਂ ਨਿਭਾ ਰਹੇ ਕਿਉਂਕਿ ਅਸੀਂ ਇੱਕ ਜ਼ਿੱਦ ਹੋ ਗਿਆ, ਇੱਕ ਜਿੱਦ ਦੇ ਵਿੱਚ ਕਿ ਅਸੀਂ ਮਰਦ ਦੇ ਬਰਾਬਰ ਹੋਣਾ। ਪਰ ਜਦੋਂ ਤੁਹਾਡੇ ਵਰਗੀਆਂ ਔਰਤਾਂ, ਜਾਂ ਫਿਰ ਉਹਦੇ ਵਿੱਚ ਮੈਂ ਬਹੁਤ ਸਾਰੀਆਂ ਹੋਰ ਔਰਤਾਂ ਦੀ ਗੱਲ ਕਰੂੰਗੀ ਕਿ ਉਹ ਲਿਖ ਦਿੰਦੀਆਂ ਨੇ ਕਿ ਜੇ ਗਲਤੀ ਮਰਦ 'ਚ ਤਾਂ ਬਹੁਤ ਸਾਰੀਆਂ ਔਰਤਾਂ ਦੇ ਵਿੱਚ ਵੀ ਹੈਗੀ ਆ, ਪਰ ਫਿਰ ਜਿਹੜੀਆਂ ਦੂਜੀ ਧਿਰ 'ਚ ਇੱਕ ਔਰਤਾਂ ਹੁੰਦੀਆਂ ਨੇ ਉਹ ਸੁਣਨਾ ਨਹੀਂ ਪਸੰਦ ਕਰਦੀਆਂ, ਕਿਉਂਕਿ ਸਾਨੂੰ ਔਰਤਾਂ ਨੂੰ ਆਪਣੇ ਬਾਰੇ ਹਮੇਸ਼ਾ ਚੰਗਾ ਸੁਣਨਾ ਬਹੁਤ ਚੰਗਾ ਲੱਗਦਾ। ਸੀ ਇੱਕ ਮਜ਼ਲੂਮ ਧਿਰ ਦਾ ਜਿਹੜਾ ਕਿਰਦਾਰ ਆ ਉਹ ਨਿਭਾਉਣਾ ਬੜੀ ਖੂਬਸੂਰਤੀ ਨਾਲ ਜਾਣਦੇ ਹਾਂ, ਪਰ ਜਦੋਂ ਸਾਡੇ ਬਾਰੇ ਬੁਰਾ ਕਿਹਾ ਜਾਂਦਾ ਤਾਂ ਉਹ ਸਾਡੀ ਟੋਲਰੈਂਸ ਤੋਂ ਬਾਹਰ ਹੋ ਜਾਂਦਾ, ਹੈ ਨਾ। ਅਜੋਕੀ ਔਰਤ ਬਾਰੇ ਤੁਹਾਡੇ ਕੀ ਖਿਆਲ ਨੇ ਕਿ ਜਿਹੜੀ ਔਰਤ ਹੱਕ ਬਾਰੇ ਲੜ ਰਹੀ ਆ ਉਹਨੂੰ ਅਸਲ 'ਚ ਲੜਾਈ ਆ ਜਿਹੜੀ ਕਿਹੜੀ ਢੰਗ ਦੀ ਚਾਹੀਦੀ ਆ? ਯਾਰ ਮੈਨੂੰ ਲੱਗਦਾ ਵੀ ਔਰਤ ਦੀ ਲੜਾਈ ਮਰਦ ਨਾਲ ਤਾਂ ਨਹੀਂ ਹੈਗੀ, ਜਦ ਕਿ ਅਸੀਂ ਬਣਾ ਲਈਏ। ਹਾਂ ਵੀ ਉਹ ਪਰ ਬਣਾ ਲਈ ਹੈਗੀ ਆ ਨਾ, ਵੀ ਔਰਤ ਨੇ ਹੁਣ ਜੇ ਦੇਖਿਆ ਜਾਵੇ ਤਾਂ ਮਰਦਾਂ ਨੇ ਵੀ ਔਰਤ ਦਾ ਸਾਥ ਦਿੱਤਾ ਉਸ ਸਥਿਤੀ ਦੇ ਵਿੱਚੋਂ ਨਿਕਲਣ ਦੇ ਲਈ। ਇੱਕ ਸਥਿਤੀ ਸੀ ਔਰਤਾਂ ਦੀ ਜਦੋਂ ਉਹ ਮਜ਼ਲੂਮ ਧਿਰ ਸੀਗੀ, ਹੈ ਨਾ, ਤਾਂ ਉਹਨਾਂ ਦੀ ਸਥਿਤੀ ਬਾਰੇ ਉਹ ਖੁਦ ਨਹੀਂ ਲਿਖ ਸਕਦੀਆਂ ਸੀ, ਉਹਨਾਂ ਬਾਰੇ ਤਾਂ ਮਰਦਾਂ ਨੇ ਵੀ ਲਿਖੀ। ਜਦ ਕਿ ਜਦੋਂ ਤੁਸੀਂ ਵੀ ਇੱਕ ਇੰਟਰਵਿਊ 'ਚ ਜਵਾਬ ਦਿੰਦੇ ਹੋ ਕਿ ਵਰਜਿਤ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਉੱਪਰ ਹਮੇਸ਼ਾ ਔਰਤ ਨਾਲੋਂ ਜ਼ਿਆਦਾ ਮਰਦ ਨੇ ਲਿਖਿਆ, ਔਰਤ ਦੇ ਹੱਕ ਵਿੱਚ ਹਮੇਸ਼ਾ ਮਰਦ ਨੇ ਲਿਖਿਆ। ਬੇਸ਼ੱਕ ਅਸੀਂ ਇਸ ਚੀਜ਼ ਨੂੰ ਨਕਾਰ ਨਹੀਂ ਸਕਦੇ ਕਿ ਜਿਹੜੀਆਂ ਬਹੁਤ ਸਾਰੀਆਂ ਔਰਤਾਂ ਨੇ ਇਹੋ ਜਿਹਾ ਕੁਛ ਵੀ ਹੰਢਾ ਰਹੀਆਂ ਨੇ ਜਿਹੜਾ ਕਿ ਮਰਦਾਵੇਂ ਸਮਾਜ ਦੀ ਦੇਣ ਆ, ਜੋ ਉਹਨਾਂ ਦੀ ਜ਼ਿੰਦਗੀ ਕਈ ਵਾਰੀ ਐਵੇਂ ਦੀ ਵੀ ਹੋ ਜਾਂਦੀ ਆ ਵੀ ਬਹੁਤ ਪੜ੍ਹੀਆਂ ਲਿਖੀਆਂ ਹੋਣ ਦੇ ਬਾਵਜੂਦ ਵੀ ਉਹ ਰੁਤਬਾ ਜਿਹੜਾ ਉਹ ਇੱਜ਼ਤ ਨਹੀਂ ਮਿਲਦੀ ਪਰਿਵਾਰਾਂ ਦੇ ਵਿੱਚ। ਪਰ ਫਿਰ ਵੀ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੁੰਦਾ ਕਿ ਔਰਤ ਹੁਣ ਔਰਤ ਹੋ ਕੇ ਨਹੀਂ ਰਹਿਣਾ ਚਾਹੁੰਦੀ। ਇਹ ਚੀਜ਼ਾਂ ਤੁਹਾਨੂੰ ਵੀ ਮਹਿਸੂਸ ਹੁੰਦੀਆਂ ਨੇ? ਉਹੀ ਗੱਲ ਹੈ ਨਾ, ਜਿੱਥੇ ਡਿਸਕ੍ਰਿਮੀਨੇਟਸ ਹੁੰਦੇ ਆ, ਜਿੱਥੇ ਕਮੀ ਹੁੰਦੀ ਹੈਗੀ ਆ, ਉਹਦੇ ਤੋਂ ਹੀ ਬਾਗੀ ਹੋਇਆ ਜਾਂਦਾ। ਜੇ ਉਹਦੇ ਹਾਲਾਤ ਉਹਦੇ ਅਨੁਕੂਲ ਹੋਣ ਤੇ ਉਹ ਬਾਗੀ ਕਿਉਂ ਹੋਵੇ? ਪਹਿਲੀ ਗੱਲ ਤਾਂ ਇਹ ਹੈਗੀ ਆ। ਤੇ ਜਦੋਂ ਬੰਦਾ ਜਿੱਦ ਤੇ ਚੜ ਜੇ, ਹੈ ਨਾ, ਫਿਰ ਭੱਜਦਿਆਂ ਨੂੰ ਵਾਹਣ ਬਰਾਬਰ ਹੁੰਦੇ ਆ ਜਿਵੇਂ ਕਹਿੰਦੇ ਹੁੰਦੇ ਆ, ਹੈ ਨਾ, ਤਾਂ ਫਿਰ ਉਹ ਉਹੀ ਸਾਰੇ ਹੱਥ ਕੰਡੇ ਅਪਣਾਉਗੀ ਜੋ ਇੱਕ ਮਰਦ ਅਪਣਾਉਂਦਾ ਹੈਗਾ, ਹੈ ਨਾ। ਇਸ ਦੌੜ ਦੇ ਵਿੱਚ ਉਹ ਆਪਣੇ ਆਪ ਨੂੰ ਭੁੱਲ ਚੁੱਕਿਆ। ਉਹਨੂੰ ਲੱਗਦਾ ਕਿ ਮੈਂ, ਜਿਹੜੇ ਤੁਸੀਂ ਕਹਿ ਰਹੇ ਆ ਨਾ ਵੀ ਕੋਮਲਤਾ ਖਤਮ ਹੋ ਰਹੀ ਆ, ਇਹੀ ਕਾਰਨ ਆ। ਮੈਨੂੰ ਵੀ ਇਹੀ ਲੱਗਦਾ ਹੁੰਦਾ ਵੀ ਔਰਤ ਦੇ ਵਿੱਚੋਂ ਔਰਤ ਦੀ ਕੋਮਲਤਾ ਖਤਮ ਹੋ ਰਹੀ ਹੈਗੀ ਆ, ਜਦ ਕਿ ਉਹਦੇ ਅੰਦਰੋਂ ਤਾਂ ਕਈ ਥਾਵਾਂ 'ਤੇ ਮਮਤਾ ਵੀ ਖਤਮ ਹੋ ਰਹੀ ਹੈਗੀ ਆ, ਹੈ ਨਾ, ਕਿਉਂਕਿ ਉਹ ਸੈਲਫ ਦੇ ਵਿੱਚ ਇੰਨਾ ਕੁ ਜ਼ਿਆਦਾ ਡੀਪਲੀ ਚਲੀ ਗਈ ਹੈਗੀ। ਅੱਜ ਤੁਸੀਂ ਹਾਲਾਤ ਦੇਖੋਗੇ ਨਾ ਤਾਂ ਮੈਨੂੰ ਬੜੇ ਸਾਰੇ ਮੇਰੇ ਹਾਲਾਤ ਦੇ ਮੁਤਾਬਕ ਨਾ ਮੈਨੂੰ ਇੱਕ ਚੰਗੀ ਚੀਜ਼ ਕਹਿ ਸਕਦੇ ਆ ਵੀ ਜਿਵੇਂ ਬਹੁਤ ਸਾਰੇ ਜਾਣ ਪਹਿਚਾਣ ਵਾਲੇ ਮਰਦ ਆ, ਮੁੰਡੇ ਕੁੜੀਆਂ ਹੈਗੇ, ਮੁੰਡੇ ਸਮਝ ਲਓ, ਤਾਂ ਉਹਨਾਂ ਨੂੰ ਲੱਗਦਾ ਹੁੰਦਾ ਵੀ ਯਾਰ ਇਹ ਜੇ ਅਸੀਂ ਇਹਦੇ ਨਾਲ ਗੱਲ ਕਰ ਲਾਂਗੇ ਫੋਨ 'ਤੇ ਵੀ ਜੇ ਉਹ ਕਿਸੇ ਵਿਆਹੀ ਵਰੀ ਕੁੜੀ ਨੂੰ, ਲੇਡੀ ਨੂੰ, ਜਾਂ ਵਿਆਹੀ ਵਰੇ ਸਾਹਿਤਕਾਰਾਂ ਨੂੰ ਫੋਨ ਕਰਨਗੇ ਤਾਂ ਉਹ ਅਗਲੇ ਨੂੰ ਡਰ ਹੁੰਦਾ ਵੀ ਯਾਰ ਇਹਦਾ ਘਰ ਵਾਲਾ ਸਾਡੀ ਮਾਂ ਭੈਣ ਇੱਕ ਕਰ ਦੂਗਾ, ਪੰਜਾਬੀ 'ਚ, ਹੈ ਨਾ, ਜਿਵੇਂ ਕਹਿੰਦੇ ਆ। ਮੇਰੇ ਪ੍ਰਤੀ ਨਾ ਉਹ ਬਸ ਉਹਨਾਂ ਨੂੰ ਐਂ ਲੱਗਦਾ ਹੁੰਦਾ ਵੀ ਇਹਨੂੰ ਕਿਹੜਾ ਕਿਸੇ ਨੇ ਕੁਛ ਕਹਿਣਾ, ਵੀ ਅਸੀਂ ਗੱਲ ਕਰ ਸਕਦੇ ਹਾਂ। ਤਾਂ ਮੈਨੂੰ ਲੋਕਡਾਊਨ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਮੇਰੀ ਜਾਣ ਪਛਾਣ ਵਾਲੇ ਮੁੰਡਿਆਂ ਦੇ, ਮੇਰੀ ਉਮਰ ਦਿਆਂ ਦੇ ਫੋਨ ਆਏ। ਉਹਨਾਂ ਨੇ ਮੈਨੂੰ ਇਹ ਕਿਹਾ ਵੀ ਤੁਸੀਂ ਨਾ ਕੁੜੀਆਂ ਬਾਰੇ ਲਿਖਦੇ ਰਹਿੰਦੇ ਹੋ ਵੀ ਉਹਨਾਂ ਨੇ ਆਹ ਕੀਤਾ, ਕਹਿੰਦੇ ਕਦੇ ਆਪਦੇ ਭਰਾਵਾਂ ਨੂੰ ਪੁੱਛਿਆ ਵੀ ਉਹਨਾਂ ਨੂੰ ਕੀ ਪ੍ਰੋਬਲਮ ਆ? ਮੈਂ ਕਿਹਾ ਭਰਾਵਾਂ ਨੇ ਕਦੇ ਦੱਸਿਆ ਨਹੀਂ ਤੇ ਮੈਂ ਕਿੱਥੋਂ ਜਾਣ ਸਕਦੀ ਹਾਂ, ਹੈ ਨਾ। ਤਾਂ ਕਹਿੰਦੇ ਵੀ ਫਿਰ ਪੁੱਛ, ਕਹਿੰਦੇ ਆਖੇ ਤੈਨੂੰ ਇੱਕ ਨਹੀਂ ਤੈਨੂੰ ਲਾਈਨਾਂ ਲਾ ਦਿਆਂਗੇ, ਕਹਿੰਦਾ ਅਸੀਂ, ਹੈ ਨਾ। ਤਾਂ ਮੈਨੂੰ ਉਹਦੇ ਜਵਾਬ ਤੋਂ ਵੀ ਲੱਗਿਆ ਸੀਗਾ ਵੀ ਉਹੀ ਗੱਲ ਜਿਹੜੀ ਤੁਹਾਡੇ ਵਾਲੀ ਹੈਗੀ ਆ, ਹੈ ਨਾ। ਜਾਂ ਮੈਂ ਹੁਣ ਡੂੰਘਾਈ 'ਚ ਜੇ ਜਾਵਾਂ ਤਾਂ ਮੈਨੂੰ ਵੀ, ਮੈਂ ਬੜੇ ਸਾਰੇ ਕੇਸ ਇੱਦਾਂ ਦੇ ਦੇਖੇ ਹੈਗੇ ਆ ਜਿੱਥੇ ਇੱਕ ਚੀਜ਼ ਹੈਗੀ ਆ ਵੀ ਜਿੱਥੇ ਸਿਰਫ ਤੇ ਸਿਰਫ ਆਪਦਾ ਹੱਕ, ਵੀ ਸਾਡਾ ਆਹ ਹੱਕ ਆ ਅਸੀਂ ਲੈਣਾ। ਅਕਸਰ ਹੀ ਔਰਤ ਕਹਿੰਦੀ ਆ ਵੀ ਸਾਡਾ ਹੱਕ ਆ। ਜੇ ਸੰਵਿਧਾਨ ਨੇ ਸਾਨੂੰ ਹੱਕ ਦਿੱਤੇ ਆ ਤਾਂ ਸਾਡੇ ਫਰਜ਼ ਵੀ ਤਾਂ 7 ਹੱਕ ਦੇ ਕੇ ਤੇ ਫਰਜ਼ ਸਾਡੇ ਤੋਂ 10 ਲਏ ਆ। ਸੰਵਿਧਾਨ ਨੇ ਵੀ 10 ਫਰਜ਼ ਲਏ ਆ ਸਾਡੇ ਤੋਂ, ਹੱਕ ਥੋੜੇ ਦਿੱਤੇ ਆ, 7 ਹੀ ਦਿੱਤੇ ਆ, ਹਨਾ। ਤਾਂ ਉੱਥੇ ਉਹ ਜਿਹੜੇ 7 ਚੀਜ਼ਾਂ ਮੰਗ ਕੇ ਉਹ 10 ਚੀਜ਼ਾਂ ਦੇਣੀਆਂ ਭੁੱਲ ਜਾਂਦੇ ਆ ਜਾਂ ਉੱਥੇ ਘੱਟ ਕਰਦੇ ਆ। ਸ਼ਾਇਦ ਉੱਥੇ ਕੋਈ ਪ੍ਰੋਬਲਮ ਹੈਗੀ ਆ, ਉਹ ਹੈ ਵੀ ਆ ਹਾਲਾਤਾਂ ਵਿੱਚ।
ਔਰ ਇਹਦੇ ਵਿੱਚ ਉਹਦੀ ਪਰਸਨੈਲਿਟੀ ਮਤਲਬ ਹੈ ਉਹਦੇ ਵਿੱਚ, ਉਹ ਕਿਉਂ ਇਦਾਂ ਦੀ ਬਣੀ ਹੈਗੀ ਆ, ਉਹਦੇ ਵਿੱਚ ਉਹਦੇ ਪਿੱਛੇ ਬਹੁਤ ਕਾਰਨ ਆ। ਕਿਉਂਕਿ ਜਦੋਂ ਕਿਤੇ ਅੱਗ ਲੱਗਦੀ ਹੈ ਨਾ, ਉੱਥੇ ਇੱਕਦਮ ਨਹੀਂ ਲੱਗਦੀ, ਉੱਥੇ ਪਹਿਲਾਂ ਧੂੰਆਂ ਵੀ ਧੁਖਦਾ ਹੋਊਗਾ, ਉੱਥੇ ਪਹਿਲਾਂ ਕਿਤੇ ਸਪਾਰਕ ਵੀ ਕਰਦਾ ਹੋਊਗਾ। ਬਿਲਕੁਲ, ਪਹਿਲਾਂ ਸਪਾਰਕ ਹੁੰਦਾ, ਜਦੋਂ ਸਪਾਰਕ ਨਾ ਦੇਖਿਆ ਜਾਵੇ ਫਿਰ ਧੁਖਦਾ, ਫਿਰ ਹੀ ਅੱਗ ਲੱਗਦੀ ਆ, ਹੈ ਨਾ। ਤਾਂ ਹੋ ਸਕਦਾ ਕਿ ਉਹਦੇ ਹਾਲਾਤ ਆ ਜਿਹੜੇ ਉਹਨਾਂ ਨੇ ਉਹਨੂੰ ਇੱਦਾਂ ਦਾ ਬਣਾਇਆ। ਮੈਂ ਉਹਨੂੰ ਦੋਸ਼ ਨਹੀਂ ਦਿੰਦੀ ਵੀ ਉਹ ਇੱਦਾਂ ਦੀ ਕਿਉਂ ਹੈਗੀ ਆ, ਹੋਣਾ ਵੀ ਚਾਹੀਦਾ ਉਹਨੂੰ, ਹੈ ਨਾ, ਕਈ ਹਾਲਾਤਾਂ ਤੋਂ। ਪਰ ਜਦੋਂ ਔਰਤ ਸਮਝਦੀ ਨਹੀਂ ਹੈਗੀ ਆਪਣੇ, ਮਤਲਬ ਉੱਥੇ ਪ੍ਰੋਬਲਮ ਆਉਂਦੀ ਆ ਜਿੱਥੇ ਸਿਰਫ ਆਪਣੇ ਹੱਕ ਸਮਝਦੀ ਆ, ਫਰਜ਼ ਭੁੱਲ ਜਾਂਦੀ ਆ। ਬਿਲਕੁਲ ਭੈਣੇ, ਬਹੁਤ ਵਧੀਆ ਲੱਗਿਆ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ, ਹੈ ਨਾ। ਮੈਂ ਚਾਹੁੰਦੀ ਹਾਂ ਹਮੇਸ਼ਾ ਕਿ ਤੁਹਾਡੀਆਂ ਲਿਖਤਾਂ ਵੀ, ਤੁਹਾਡੀ ਜ਼ਿੰਦਗੀ 'ਤੇ ਵੀ ਜਿਹੜੀਆਂ, ਮੈਂ ਇਹ ਵੀ ਸੁਣਿਆ ਤੁਸੀਂ ਬਹੁਤ ਸਾਰੀਆਂ ਸਪੀਚਿਸ ਕਰਦੇ ਹੋ ਜਿਹੜੀਆਂ ਮੋਟੀਵੇਸ਼ਨਲ, ਲੋਕਾਂ ਨੂੰ ਮੋਟੀਵੇਟ ਵੀ ਕਰਦੇ ਹੋ, ਹੈ ਨਾ, ਇਸ ਚੀਜ਼ਾਂ ਲਈ। ਤਾਂ ਇਹ ਬਹੁਤ ਚੰਗੀ ਗੱਲ ਆ। ਮੈਂ ਚਾਹੁੰਦੀ ਵੀ ਤੁਸੀਂ ਇਸੇ ਤਰੀਕੇ ਨਾਲ ਸਾਹਿਤ ਵੀ ਰਚਦੇ ਰਹੋ, ਜਿਹੜੇ ਬੱਚਿਆਂ ਨੂੰ ਤੁਹਾਡੇ ਤੋਂ ਪੜ੍ਹਨ ਦਾ ਮੌਕਾ ਮਿਲ ਰਿਹਾ ਉਹਨਾਂ ਦੀ ਜ਼ਿੰਦਗੀ 'ਚ ਵੀ ਕੁਝ ਬਿਹਤਰ ਜਿਹੜੇ ਕਦਮ ਤੁਸੀਂ ਜ਼ਰੂਰ ਸਿਰਜੋ। ਤੇ ਬਹੁਤ ਵਧੀਆ ਲੱਗਿਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਤੇ ਬੀ ਸੋਸ਼ਲ, ਇੰਨਾ ਸਾਰਾ ਸੋਸ਼ਲ ਹੈਗਾ, ਉਹਨੂੰ ਵੀ ਮੁਬਾਰਕਾਂ, ਤੇ ਤੁਹਾਨੂੰ ਵੀ, ਤੁਹਾਡਾ ਸਾਰਿਆਂ ਦਾ ਸਵਾਗਤ ਵੀ ਹੈ, ਤੇ ਤੁਹਾਡਾ ਹਰ ਕਦਮ ਸਿਰ ਮੱਥੇ। ਥੈਂਕ ਯੂ।